अस्सलाम वालेकुम रहमतुल्लाह। हुण दोस्तां नूं आवाज़ आ रही है? अस्सलाम वालेकुम रहमतुल्लाह। दोस्तों को अब आवाज़ आ रही है? जी तमाम ਉਹ ਭੈਣ ਭਾਈ ਜਿਹੜਾ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ तमाम ਦੀ खिदमत ਤੇ अस्सलाम वालेकुम वरहमतुल्लाहि वबरकातुहू। मुझे लग रहा है कि स्टिल इशू है आवाज़ का, क्योंकि मेरी आवाज़ मुझे खुद वापस आ रही है। आई थिंक कुछ इशू है। तो अगर दोस्तों को आवाज़ साफ आ रही है तो प्लीज़ कमेंट में इसको थोड़ा सा क्लियर करें। जज़ाकल्लाह। आप लोगों की तरफ से ये मैसेज है कि आवाज़ क्लियर है, लेकिन मुझे मेरी आवाज़ वापस आ रही है, पर इट्स ओके, मैं इसको कंटिन्यू रखता हूँ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਪੰਜਾਬੀ 'ਚ ਕੋਸ਼ਿਸ਼ ਹੈ ਕਿ ਪੰਜਾਬੀ 'ਚ ਕਰੀਏ, ਕਿਉਂਕਿ ਬਾਜ਼ ਔਕਾਤ ਉਰਦੂ 'ਚ ਪ੍ਰੋਗਰਾਮ ਕਰੀਦਾ ਹੈ ਤਾਂ ਕਦੀ ਪੰਜਾਬੀ ਤੇ ਕਦੀ ਉਰਦੂ। ਪਰ ਐਨੀਵੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਅਹਿਮਦੀਆ ਜਮਾਤ ਦੇ ਵਿੱਚ ਜਿਹੜਾ ਕਬਰਾਂ ਦਾ ਇੱਕ ਤਮਾਸ਼ਾ ਇਹਦੇ ਤੇ ਗੱਲ ਕਰਨਾ ਚਾਹਨਾ ਸੀ ਮੈਂ, ਲੇਕਿਨ ਬੜੀ ਮਾਜ਼ਰਤ ਨਾਲ ਦੋਸਤਾਂ ਕੋ 2 ਮਿੰਟ ਚਾਹੀਦੇ ਨੇ। ਮੇਰੀ ਆਵਾਜ਼ ਵਾਪਸ ਪਲਟ ਕੇ ਆ ਰਹੀ ਹੈ, ਸੋ ਮੈਂ ਇਹਨੂੰ ਥੋੜਾ ਜਿਹਾ ਫਿਕਸ ਕਰ ਲਾਂ। जी अस्सलाम वालेकुम रहमतुल्लाह। दोस्त एक बार अगर माइंड ना करें तो दोबारा प्लीज़ हेल्प करें कि अब आवाज़ ठीक है?
अच्छा, दोस्तों की तरफ से ये है कि आवाज़ ठीक आ रही है, लेकिन मुझे थोड़ा सा इशू आ रहा है कि आवाज़ पलट के वापस आ रही है। तो आप लोगों की तरफ से आवाज़ ठीक है, उसमें कुछ इस तरह का मसला तो नहीं है? जज़ाकल्लाह, दोस्तों की तरफ से ये है कि आवाज़ ठीक है, कोई प्रॉब्लम नहीं है। पर एनीवे, अफजल भाई आप भी मेरा ख्याल है इस साथ शामिल हो गए हैं। तो मैंने लिंक शेयर किया है स्टार्टिंग में, जो दोस्त आना चाहें मोस्ट वेलकम आ जाएं। चलें, मैं ये जो कोशिश करता हूँ दोबारा इसको पंजाबी में शुरू करता हूँ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਕਬਰਾਂ ਦਾ ਜਿਹੜਾ ਆਮਦੀਆਂ ਨੇ ਤਮਾਸ਼ਾ ਲਾਇਆ ਹੈ ਮਿਰਜ਼ਿਆਂ ਨੇ ਖਾਸ ਤੌਰ ਤੇ, ਮੈਂ ਇਹਦੇ ਤੇ ਗੱਲ ਕਰਨੀ ਚਾਹੁੰਦਾ ਸੀ। ਲੇਕਿਨ ਮੈਂ ਇਹਦੇ 'ਚ ਇੱਕ ਤੁਹਾਨੂੰ ਮਿਸਾਲ ਦੇ ਕੇ ਵਾਜ਼ਿਆ ਕਰਨਾ ਕਿ ਚੂੰਕਿ ਮੈਂ ਵੀ ਆਮਦੀ ਰਿਹਾ ਕੋਈ 30 ਸਾਲ ਦੇ ਅਰਸਾ, ਸਾਨੂੰ ਇਹ ਦੱਸਿਆ ਜਾਂਦਾ ਸੀ ਕਿ ਤੁਸੀਂ ਮੁਸਲਮਾਨ ਜਿਹੜੇ ਨੇ ਉਹਨਾਂ ਦੇ ਨਾਲ ਨਾ ਤੇ ਉਹਨਾਂ ਦੀ ਗੱਲ ਸੁਣਨੀ ਹੈ ਤੇ ਨਾ ਉਹਨਾਂ ਦੇ ਕੋਲ ਬਹਿਣਾ, ਤੇ ਜੋ ਉਹ ਬੋਲਦੇ ਨੇ ਝੂਠ ਬੋਲਦੇ ਨੇ। ਉਹਦੀ ਮਿਸਾਲ ਮੈਂ ਤੁਹਾਨੂੰ ਪੰਜਾਬੀ 'ਚ ਇਸ ਤਰ੍ਹਾਂ ਦੇਣਾ, ਮਾਜ਼ਰਤ ਨਾਲ, ਲੇਕਿਨ ਅਕਸਰ ਲੋਕਾਂ ਨੂੰ ਇਹ ਤਜਰਬਾ ਹੋਏਗਾ ਬਾਜ਼ ਏਰੀਆ 'ਚ, ਕਿ ਇੱਕ ਬਦਮਾਸ਼ ਕਿਸਮ ਦੀ ਜ਼ਨਾਨੀ ਹੁੰਦੀ ਹੈ, ਬੀਬੀ ਹੁੰਦੀ ਹੈ। ਅਗਰ ਉਹਨੇ ਆਪਣੀ ਬਦਕਾਰੀ ਨੂੰ ਛੁਪਾਉਣਾ ਹੋਏ ਨਾ, ਤੇ ਉਹ ਆਪਣੇ ਬੱਚਿਆਂ ਨੂੰ ਔਰ ਬਾਜ਼ ਔਕਾਤ ਆਪਣੇ ਬੰਦੇ ਨੂੰ ਵੀ ਇਸ ਗੱਲ ਦੇ ਉੱਤੇ ਕਾਇਲ ਕਰ ਲੈਂਦੀ ਏ। ਉਹਨਾਂ ਨੂੰ ਉਹ ਦੱਸਦੀ ਏ ਕਿ ਪੂਰੇ ਦਾ ਪੂਰਾ ਪਿੰਡ ਸਾਡੇ ਖਿਲਾਫ ਹੈ ਤੇ ਪੂਰੀ ਬਰਾਦਰੀ ਤੇ ਪੂਰਾ ਰਿਸ਼ਤੇਦਾਰ ਸਾਰੇ ਦੇ ਸਾਰੇ ਤੁਹਾਡੇ ਖਿਲਾਫ ਨੇ, ਤੇ ਸਿਰਫ ਉਹ ਚੰਗਾ ਏ ਜਿਹੜਾ ਜਿਹਨੂੰ ਮੈਂ ਚੰਗਾ ਕਹਿੰਦੀ ਆ। ਉਸ ਅੰਕਲ ਜਾਂ ਉਸ ਆਂਟੀ ਕੋ ਬਹਿਣਾ ਜਿਹਨੂੰ ਮੈਂ ਚੰਗਾ ਕਹਿੰਦੀ ਆ, ਉਹ ਹੀ ਚੰਗਾ ਹੈ, ਬਾਕੀ ਸਾਰਾ ਪਿੰਡ ਬਦਮਾਸ਼ਾਂ ਦਾ ਤੇ ਸਾਰੇ ਜ਼ਾਲਮ ਤੇ ਸਾਰੇ ਲੁਟੇਰੇ ਤੇ ਸਾਰੇ ਚੋਰ ਨੇ। ਪਰ ਜਦੋਂ ਉਹ ਨਿਆਣੇ ਵੱਡੇ ਹੁੰਦੇ ਨੇ, ਔਰ ਉਹ ਨਿਆਣੇ ਨੂੰ ਤਾਂ ਅਗਰ ਤੁਸੀਂ ਖਿਲਾਰ ਲਓ ਨਾ ਉਹਦੇ ਬੱਚਿਆਂ ਨੂੰ, ਤੇ ਕਿਤੇ ਉਹਨਾਂ ਨੂੰ ਖਿਲਾਰ ਕੇ ਉਹਨਾਂ ਨਾਲ ਗੱਲ ਕਰੋ ਨਾ, ਤਾਂ ਉਹ ਸੁਣਦੇ ਹੀ ਨਹੀਂ। ਉਹ ਆਂਦੇ ਨੇ ਨਾ, ਉਹਨਾਂ ਨੂੰ ਪੱਟੀ ਘਰੋਂ ਪੜ੍ਹਾਈ ਹੁੰਦੀ ਏ ਕਿ ਤੁਸੀਂ ਸੁਣਨੀ ਨਹੀਂ, ਜਿਹੜਾ ਤੁਹਾਨੂੰ ਦੱਸੇਗਾ ਕਿ ਕੋਈ ਗੱਲ ਸੁਣਾਏਗਾ, ਉਹ ਸਮਝ ਲਓ ਸਾਰੇ ਤੁਹਾਡੇ ਖਿਲਾਫ ਨੇ, ਤੁਹਾਡਾ ਬੁਰਾ ਚਾਹੁੰਦੇ ਨੇ ਤੇ ਤੁਹਾਡੇ ਉਹ ਖਿਲਾਫ ਨੇ। ਉਹ ਬੱਚੇ ਔਰ ਬਾਜ਼ ਔਕਾਤ ਉਹ ਬੰਦਾ ਵੀ ਐਸਾ ਉਹ ਪੱਟੀ ਦੇ ਉੱਤੇ ਲੱਗਾ ਹੁੰਦਾ ਹੈ ਕਿ ਉਹ ਗੱਲ ਨਹੀਂ ਸੁਣਦਾ, ਉਹ ਕਿਸੇ ਦੀ ਨਹੀਂ ਸੁਣਦਾ। ਉਹ ਨਿਆਣੇ ਸਿਰਫ ਉਸੇ ਹੀ ਅੰਕਲ ਆਂਟੀ ਦੇ ਘਰ ਜਾਂਦੇ ਨੇ ਜਿੱਥੋਂ ਪੱਟੀ ਪੜਾ ਕੇ ਉਹਨਾਂ ਨੂੰ ਤੋਰਿਆ ਹੁੰਦਾ। ਇਹ ਆਮਦੀ ਅਕਲਟ ਦਾ ਹਾਲ ਹੈ। ਜਦੋਂ ਮੈਂ ਬੜਾ ਅੰਨਾ ਮਲੰਗ ਸਾਂ ਇਸ ਜਮਾਤ ਦੇ ਵਿੱਚ, ਔਰ ਸਾਨੂੰ ਮੇਰੇ ਸਾਹਮਣੇ ਮੁਸਲਮਾਨਾਂ ਦੀ ਮਸਜਿਦ ਸੀ, ਮੈਂ ਅੱਜ ਤੱਕ ਉਸ ਮਸਜਿਦ 'ਚ ਪੈਰ ਨਹੀਂ ਰੱਖਿਆ। ਸਾਨੂੰ ਪੱਟੀ ਪੜਾਈ ਸੀ ਕਿ ਸਾਰੇ ਮੁਸਲਮਾਨ ਔਰ ਖਾਸ ਤੌਰ ਤੇ ਦਾੜੀ ਵਾਲੇ ਸਾਰੇ ਭੈੜੇ ਨੇ। ਅੱਛਾ, ਅਗਰ ਆਵਾਜ਼ ਦਾ ਖਰਾਬੀ ਆਏ, ਸੋ ਮੈਂ ਨਹੀਂ ਚਾਹੁੰਦਾ ਕਿ ਦੋਸਤ ਡਿਸਟਰਬ ਹੋਣ, ਸੋ ਪਲੀਜ਼ ਕਮੈਂਟਸ ਦੇ ਵਿੱਚ ਜਦੋਂ ਵੀ ਕੋਈ ਖਰਾਬੀ ਨਜ਼ਰ ਆਏ ਕਮੈਂਟਸ ਦੱਸ ਦੇਣਾ। ਕਦੀ ਵੀ ਮੈਂ ਜਿੰਨਾ ਚਿਹਰੇ ਸਾਹਮਦੀ ਆ ਕਲਟ ਦੀ ਲਾਨਤ ਚ ਰਿਹਾ, ਮੈਂ ਨਾ ਮੁਸਲਮਾਨਾਂ ਕੋ ਬੈਠਾ, ਨਾ ਮਸਜਿਦ ਚ ਗਿਆ, ਨਾ ਉਹਨਾਂ ਦੇ ਕਿਸੇ ਜਲਸੇ ਚ ਗਿਆ, ਤੇ ਨਾ ਉਹਨਾਂ ਨਾਲ ਬਹਿ ਕੇ ਗੱਲ ਹੀ ਕੀਤੀ ਹੈ। ਜਦੋਂ ਕਿਸੇ ਕੋ ਬਹਿਣਾ ਹੀ ਨਹੀਂ ਤੇ ਪਤਾ ਕੀ ਲੱਗਣਾ। ਜਦੋਂ ਉਹ ਬੱਚੇ ਉਸ ਬੀਬੀ ਦੇ ਵੱਡੇ ਹੁੰਦੇ ਨੇ ਤੇ ਫੇਰ ਪਤਾ ਲੱਗਦਾ ਹੈ। ਸਾਰੀ ਉਮਰ ਉਹਨਾਂ ਨੂੰ ਤਾਣੇ ਮਿਹਣੇ ਲਾਨਤਾਂ ਪਈਆਂ ਪੈਂਦੀਆਂ ਨੇ,
ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਪਿੰਡ ਭੈੜਾ ਨਹੀਂ ਸੀ, ਭੈੜਾ ਸਾਡਾ ਹੀ ਘਰ ਸੀ। ਇਹੀ ਹਾਲ ਇਸ ਜਮਾਤ ਦਾ। ਇਸ ਜਮਾਤ ਨੇ ਦੱਸਿਆ ਇਹ ਸਾਨੂੰ ਕਿ ਕਿਸੇ ਦੇ ਕੋਲ ਨਾ ਪਿਓ। ਸਾਰੇ ਦਾੜੀ ਵਾਲੇ ਭੈੜੇ ਨੇ, ਸਾਰੇ ਮੁਸਲਮਾਨ ਭੈੜੇ ਨੇ, ਤੇ ਸਾਰੇ ਹੀ ਜਨਾਬ ਤੁਹਾਡੇ ਖਿਲਾਫ ਨੇ। ਤੁਸੀਂ ਇਹਨਾਂ ਦੀ ਗੱਲ ਨਹੀਂ ਮੰਨਣੀ। ਅਸਾਂ ਅੱਖਾਂ ਲਈਆਂ ਮੀਟ ਮਲੰਗਾਂ ਨੇ, ਅਸਾਂ ਅੱਜ ਤੱਕ ਬੈਠੇ ਨਹੀਂ ਕਿਸੇ ਕੋਲ। ਤੇ ਜਦੋਂ ਸਾਨੂੰ ਹੋਸ਼ ਆਈ ਹੈ, ਜਦੋਂ ਮੈਂ ਖੁਦ ਇਸ ਆਮਦੀਆ ਕਲਟ ਦਾ ਅਕੀਦਾ, ਇਹਨਾਂ ਦਾ ਸਿਸਟਮ, ਇਹਨਾਂ ਦਾ ਕਿਰਦਾਰ ਜਦੋਂ ਮੈਂ ਵੇਖਿਆ, ਤੇ ਗੱਲ ਉਹ ਹੀ ਨਿਕਲੀ ਕਿ ਘਰ ਆਪਣੇ ਭੈੜਾ ਸੀ। ਇਹ ਜਮਾਤ ਹੀ ਭੈੜੀ ਸੀ। ਨਾ ਇਹਨਾਂ ਦਾ ਕਿਰਦਾਰ, ਨਾ ਇਹਨਾਂ ਦਾ ਅਕੀਦਾ, ਤੇ ਨਾ ਇਹਨਾਂ ਦਾ ਕੋਈ ਕੰਮ ਬੰਦੇ ਦੇ ਪੁੱਤਰਾਂ ਵਾਲਾ। ਤੁਹਾਡੇ ਸਾਹਮਣੇ ਆ ਸਭ ਕੁਝ। ਲੇਕਿਨ ਚੂੰਕਿ ਇਹਨਾਂ ਦੇ ਵਿੱਚ ਕਈ ਚੀਜ਼ਾਂ ਪਾਈਆਂ ਜਾਂਦੀਆਂ ਨੇ, ਸਾਰੀਆਂ ਖੁਰਾਫਾਤ, ਇਹਦੇ 'ਚ ਇੱਕ ਵੱਡੀ ਬਿਦਅਤ ਹੈ। ਉਹਦਾ ਨਾਂ ਹੈ ਨਿਜ਼ਾਮ ਵਸੀਅਤ। ਕਿਆ ਬਾਤ ਹੈ ਜੀ। ਪਹਿਲੀ ਗੱਲ ਤੇ ਇਹ ਵੇ, ਜਿਹੜੇ ਆਮ ਦੀ ਭੈਣ ਭਰਾ ਸਾਡਾ ਪ੍ਰੋਗਰਾਮ ਸੁਣਦੇ ਨੇ, ਉਹਨਾਂ ਅੱਗੇ ਮੈਂ ਅਰਜ਼ ਕਰਨਾ ਕਿ ਤੁਸੀਂ ਜਦੋਂ ਇਸ ਜਮਾਤ ਨੂੰ, ਇਸ ਕਲਟ ਨੂੰ ਮੰਨਿਆ ਸੀ, ਤੇ ਤੁਹਾਨੂੰ ਨਾਰਾ ਇਹ ਦਿੱਤਾ ਗਿਆ ਸੀ, ਤੁਸੀਂ ਸਾਰੇ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ ਜਿੰਨੇ ਮਲੰਗ ਮਲੰਗਣੀਆਂ ਹੋ, ਤੁਸੀਂ ਸਾਰੇ ਮੁਸਲਮਾਨਾਂ ਦੇ ਬੱਚੇ ਹੋ। ਤੁਹਾਡੇ ਵੱਡੇ ਜਿਹੜੇ ਸਨ ਮੁਸਲਮਾਨ ਸਨ। ਤੁਹਾਨੂੰ ਇਹਨਾਂ ਮਿਰਜ਼ਿਆਂ ਜਾਲਸਾਜ਼ਾਂ ਨੇ ਨਾਰਾ ਇਹ ਦਿੱਤਾ ਕਿ ਤੁਸੀਂ ਇਸਲਾਮ ਛੱਡੋ ਤੇ ਹਕੀਕੀ ਇਸਲਾਮ ਮੰਨ ਲਓ। ਤੇ ਹਕੀਕੀ ਇਸਲਾਮ, ਜਦੋਂ ਮੈਂ ਕਾਦੀਆਨੀ ਮਲੰਗ ਸਾਂ, ਸਾਨੂੰ ਇਹ ਦੱਸਿਆ ਜਾਂਦਾ ਸੀ ਕਿ ਵਕਤ ਦੇ ਨਾਲ ਨਾਲ ਦੀਨ ਦੇ ਅੰਦਰ ਨਵੀਆਂ ਨਵੀਆਂ ਬਿਦਤਾਂ ਤੇ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਨੇ। ਤੇ ਇਹ ਲਿਖਦੇ ਵੀ ਨੇ, ਕਾਦੀਆਨੀ ਮਲੰਗ ਮਲੰਗਣੀਆਂ ਲਿਖਦੇ ਵੀ ਨੇ ਕਿ ਅਹਮਦੀਅਤ ਰੀਅਲ ਇਸਲਾਮ। ਦੱਸਿਆ ਜਾਂਦਾ ਸੀ ਕਿ ਇਹ ਜਿਹੜੀਆਂ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਨੇ, ਮਿਰਜ਼ਾ ਸਾਹਿਬ ਆਏ ਨੇ ਤੇ ਤੁਹਾਨੂੰ ਅਸਲ ਸਾਫ਼ ਸੁਥਰਾ ਉਹ ਹੀ ਇਸਲਾਮ ਪੇਸ਼ ਕਰਨਗੇ ਜਿਹੜਾ ਅਸਲ ਇਸਲਾਮ ਸੀ। ਬਾਕੀ ਬਿਦਤਾਂ ਔਰ ਚੀਜ਼ਾਂ ਜਿਹੜੀਆਂ ਨਵੀਆਂ ਆਈਆਂ ਨੇ, ਉਹਨਾਂ ਨੂੰ ਮਿਰਜ਼ਾ ਸਾਹਿਬ ਖਤਮ ਕਰਕੇ ਤੇ ਤੁਹਾਨੂੰ ਅਸਲ ਇਸਲਾਮ ਦੇਣਗੇ। ਤੇ ਇਹ ਮਿਰਜ਼ਾ ਸਾਹਿਬ ਨੇ ਅਸਲ ਇਸਲਾਮ ਦਿੱਤਾ, ਤੇ ਇਹਨੂੰ ਤੁਸੀਂ ਫੜ ਲਓ। ਅਸਾਂ ਮਾਰ ਲਿਆ ਘੁੱਟ ਕੇ ਜੱਫਾ। ਹੁਣ ਗੱਲ ਇਸ ਤਰ੍ਹਾਂ ਹੈ, ਜਿਹੜਾ ਤੁਹਾਡਾ ਨਿਜ਼ਾਮੇ ਵਸੀਅਤ ਹੈ, ਉਹਦੇ ਤੇ ਤੁਸੀਂ ਗੌਰ ਕਰ ਲਓ। ਜਿਹੜਾ ਕਬਰਾਂ ਤੁਹਾਡਾ ਧੰਦਾ ਹੈ, ਪਹਿਲੀ ਗੱਲ ਤੇ ਇਹ ਕਿ ਇਸਲਾਮ ਜਿਹੜਾ ਨਾ ਉਹ ਟੁਰਿਆ ਮੱਕੇ ਮਦੀਨੇ ਚੋਂ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਘਰ ਤੋਂ ਇਸਲਾਮ ਟੁਰਿਆ। ਸਿੱਧੀ ਸਾਦੀ ਜੀ ਗੱਲ ਹੈ, ਜੇ ਤੁਹਾਨੂੰ ਸਮਝ ਆ ਜਾਏ ਤੇ। ਕਿਆ ਜਿਹੜਾ ਕਬਰਾਂ ਵੇਚ ਕੇ ਤੇ ਜੰਨਤ ਦੇਣੀ ਹੈ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ 'ਚ ਕੋਈ ਮਿਸਾਲ ਮਿਲਦੀ? ਉਸ ਤੋਂ ਬਾਅਦ ਸਹਾਬਾ ਦੇ ਦੌਰ 'ਚ ਕੋਈ ਮਿਸਾਲ ਮਿਲਦੀ ਹੈ ਕਬਰਾਂ ਦੀ ਕਿ ਪੈਸੇ ਦਿਓ ਤੇ ਜੰਨਤ ਲਓ, 10ਵਾਂ ਹਿੱਸਾ ਦਿਓ ਜਾਂ ਤੀਸਰਾ ਹਿੱਸਾ ਦਿਓ? ਉਸ ਤੋਂ ਬਾਅਦ ਖੁਲਾਫਾ ਜਿਹੜੇ ਮੁਸਲਮਾਨ ਗੁਜ਼ਰੇ ਨੇ, ਉਹਨਾਂ ਦੇ ਦੌਰ 'ਚ ਕਬਰਾਂ ਵਿਕੀਆਂ ਹੋਣ। ਕਿਸੇ ਸਾਊਦੀ ਅਰਬ, ਇੰਡੋਨੇਸ਼ੀਆ, ਪਾਕਿਸਤਾਨ, ਹਿੰਦੁਸਤਾਨ, ਕਿਸੇ ਦੁਨੀਆ ਦੇ ਕਿਨਾਰੇ 'ਚ ਮੁਸਲਮਾਨਾਂ ਨੇ ਕਬਰਾਂ ਵੇਚ ਕੇ ਤੇ ਤੁਹਾਨੂੰ ਜੰਨਤ ਵੇਚੀ ਹੋਏ? ਕੋਈ ਮਿਸਾਲ ਹੈ? ਹਿੰਦੁਸਤਾਨ 'ਚ ਦਿਖਾਓ, ਕੋਈ ਨਹੀਂ। ਦੁਨੀਆ 'ਚ ਇੰਨੇ ਮੁਸਲਮਾਨ ਮੁਲਕ ਨੇ, ਕਬਰਾਂ ਲੈਂਦੇ ਨੇ ਪਏ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ 4 ਬਦਨਸੀਬ ਮਿਰਜ਼ਾ ਕਾਦੀਆਂ ਤੋਂ ਸੀ। ਤੇ ਜਿਵੇਂ ਹਰ ਪੀਰ ਦੇ ਮਰੀਦ ਹੁੰਦੇ ਨੇ, ਸਾਡੇ ਇਲਾਕੇ ਦਾ ਇੱਕ ਪੀਰ ਸੀ, ਉਹਨੂੰ ਸਾਡੇ ਇਲਾਕੇ ਤੇ ਕੋਈ ਮੂੰਹ ਨਹੀਂ ਲਾਂਦਾ, ਉਹਨੂੰ ਅਕਾੜਿਓਂ ਫੈਸਲਾਬਾਦ ਵੱਲੋਂ ਲੋਕੀ ਮੰਨਦੇ ਸਨ।
ਉਧਰੋਂ ਆਉਂਦਾ ਸੀ ਕੋਈ 200-400 ਮਲੰਗ। ਇਸ ਤਰ੍ਹਾਂ ਹੀ ਮਿਰਜ਼ਾ ਕਾਦੀਆਂ 'ਚ ਪੈਦਾ ਹੋਇਆ। ਕਾਦੀਆਂ ਦੇ ਲੋਕ ਤੇ ਨਹੀਂ ਮੰਨਦੇ ਇਹਨੂੰ। ਇਧਰੋਂ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ ਮਰੀਦਾਂ ਨੇ ਮੰਨ ਲਿਆ। ਇਹ ਜਿਹੜੇ ਮਰੀਦ ਨੇ, ਇਹਨਾਂ ਤੋਂ ਇਲਾਵਾ ਦੁਨੀਆ ਦੇ ਕਿਸੇ ਮੁਸਲਮਾਨ ਮੁਲਕ ਦੇ ਵਿੱਚ ਜਾਂ ਇਸਲਾਮ ਦੀ ਕਿਸੇ ਤਰੀਖ ਦੇ ਵਿੱਚ ਕੋਈ ਇੰਜ ਕਬਰਾਂ ਵਿਕੀਆਂ ਹੋਣ, ਜਦੋਂ ਇਸਲਾਮ 'ਚ ਇਹ ਹੈ ਹੀ ਨਹੀਂ ਲਾਨਤ, ਇਹਦਾ ਨਾਂ ਤੁਸੀਂ ਰੀਅਲ ਇਸਲਾਮ ਰੱਖਿਆ ਹੈ। ਇਹ ਫਿਰ ਕੋਈ ਨਵਾਂ ਇਸਲਾਮ ਕਹੋ, ਇਸਲਾਮ ਤੇ ਨਾ ਕਹੋ, ਨਵਾਂ ਮਿਰਜ਼ਿਆਂ ਦਾ ਤਮਾਸ਼ਾ ਕਹੋ। ਇਸਲਾਮ ਦੇ ਵਿੱਚ ਨਾ ਨਬੀ ਪਾਕ ਦੀ ਜ਼ਿੰਦਗੀ 'ਚ, ਨਾ ਸਹਾਬਾ 'ਚ, ਨਾ ਖੁਲਾਫਾ 'ਚ, ਤੇ ਨਾ ਦੁਨੀਆ ਦੇ ਕਿਸੇ ਕੋਨੇ 'ਚ ਇਹ ਕਬਰਾਂ ਦਾ ਤਮਾਸ਼ਾ ਸਿਰਫ ਮਰਜ਼ਈਆਂ ਲਾਇਆ ਹੈ, ਤੇ ਨਾ ਉਹਦਾ ਦਿੱਤਾ ਹੈ ਰੀਅਲ ਇਸਲਾਮ। ਇਸਲਾਮ 'ਚ ਤੇ ਹੈ ਹੀ ਕੋਈ ਨਹੀਂ ਇਹ ਲਾਨਤ। ਪਰ ਚੂੰਕਿ ਇਹ ਲਾਨਤ ਸਿਰਫ ਕਾਦੀਆਨੀਆਂ 'ਚ ਪਾਈ ਜਾਂਦੀ ਹੈ, ਤੇ ਅਸੀਂ ਇਹ ਕਾਦੀਆਨੀਆਂ ਨੂੰ, ਚੂੰਕਿ ਸਾਡੇ ਰਿਸ਼ਤੇਦਾਰ, ਭੈਣ ਭਰਾ, ਚਾਚੇ ਬਾਬੇ ਇਸ ਲਾਨਤ 'ਚ ਫਸੇ ਨੇ, ਤੇ ਦੂਸਰੇ ਵੀ ਨਾਲ ਹੈ ਨੇ ਮਲੰਗ, ਸਾਡੀ ਮਜਬੂਰੀ ਹੈ ਕਿ ਸਾਨੂੰ ਦੱਸਣਾ ਪੈਂਦਾ ਕਿ ਇਹ ਕਾਦੀਆਨੀ ਭੈਣ ਭਰਾ ਇਹਦੇ ਉੱਤੇ ਸੋਚਣ। ਇੱਕ ਦੋ ਗੱਲਾਂ ਮੈਂ ਹੋਰ ਵੀ ਤੁਹਾਨੂੰ ਦੱਸਣਾ। ਮਿਰਜ਼ੇ ਦੇ ਉਸ ਰਸਾਲਾ ਵਸੀਅਤ ਦੇ ਡਰਾਮੇ ਦੱਸਣ ਤੋਂ ਪਹਿਲਾਂ ਮੈਂ ਇਹ ਪੂਰਾ ਹਿਸਾਬ ਲਾਇਆ। ਇੱਕ ਤੋਂ ਮੈਂ ਹੋਰ ਮਿਸਾਲ ਦੇ ਦੇਣਾ ਕਿ ਅਗਰ ਲਾਹੌਰੋਂ ਕੋਈ 100 ਜਾਂ 50 ਮਲੰਗ ਬਹਾਵਲਪੁਰ ਇੱਕ ਪੀਰ ਮੰਨ ਲੈਣ, ਤੇ ਵੈਗਨ ਜਾਂ ਬੱਸ ਕਰਾ ਕੇ ਉੱਤੇ ਉਹ ਜਿਹੜੇ ਨੇ ਮਲੰਗ ਉਹ ਆਪਣੀ ਕੋਈ ਬੱਕਰੀਆਂ ਰੱਖ ਲੈਣ, ਕੋਈ ਪੈਸੇ ਜੇਬ 'ਚ ਪਾ ਲੈਣ, ਤੇ ਉਹ ਮਲੰਗ ਜਿਹੜੇ ਨੇ ਉਹ ਬਹਾਵਲਪੁਰ ਜਾਣ, ਤੇ ਕਿਆ ਲਾਹੌਰ ਨੂੰ ਫਿਕਰ ਹੁੰਦਾ ਪੂਰੇ ਨੂੰ ਕਿ ਸਾਰਾ ਲਾਹੌਰ ਇਕੱਠਾ ਹੋ ਕੇ ਆਇਆ ਹੋਏ ਕਿ ਮਲੰਗਾਂ ਨੂੰ ਸਮਝਾਓ ਜਾਂ ਇਹਨਾਂ ਨੂੰ ਬਚਾਓ? ਉਹ ਲੋਕੀ ਵਹਿੰਦੇ ਨੇ, ਵੇਖ ਕੇ ਲੰਘ ਜਾਂਦੇ ਨੇ, ਤਮਾਸ਼ਾ ਲੱਗਾ, ਮਲੰਗ ਕਿੱਧਰ ਚੱਲੇ ਨੇ ਜੀ, ਇਹ ਬਹਾਵਲਪੁਰ ਨਾਲ ਇੱਕ ਪੀਰ ਮੰਨਿਆ। ਸਾਨੂੰ ਇਹ ਦੱਸਿਆ ਜਾਂਦਾ ਸੀ ਕਿ ਦੁਨੀਆ ਸਾਰੀ ਪਈ ਜ਼ੋਰ ਲਾਉਂਦੀ ਏ ਆਮਦੀਅਤ ਦੇ ਖਿਲਾਫ, ਤੇ ਆਮਦੀਅਤ ਫੈਲਦੀ ਜਾਂਦੀ ਹੈ। ਐਸੀ ਕੋਈ ਗੱਲ ਨਹੀਂ, ਨਾ ਕੋਈ ਦੁਨੀਆ ਜ਼ੋਰ ਲਾਉਂਦੀ ਹੈ ਪਈ, ਤੇ ਨਾ ਆਮਦੀਅਤ ਇੰਨੇ ਜੋਗੀ ਹੈ। ਕੈਨੇਡਾ, ਅਮਰੀਕਾ, ਜਰਮਨੀ, ਫਰਾਂਸ, ਜਿੱਥੇ ਵੇਖ ਲਓ ਉਹ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ 4 ਮਲੰਗ ਨੇ। ਨਾ ਤੁਹਾਡੇ ਕੋਲ ਮਾਂ ਦੇ ਪੁੱਤਰੋਂ ਕੈਨੇਡਾ ਪੇ ਡਰਦਾ ਹੈ, ਨਾ ਤੁਹਾਡੇ ਕੋਲ ਪਾਕਿਸਤਾਨ ਪੇ ਡਰਦਾ ਹੈ, ਤੇ ਨਾ ਤੁਹਾਡੇ ਕੋਲ ਜਰਮਨੀ ਪੇ ਡਰਦਾ ਹੈ। ਤੁਹਾਡੇ ਪੱਲੇ ਕੱਖ ਨਹੀਂ, 4 ਤੁਸੀਂ ਬੰਦੇ ਹੋ। ਤੇ ਤੁਹਾਨੂੰ ਅਗਰ ਇਹ ਫਿਕਰ ਹੈ ਨਾ ਕਿ ਦੁਨੀਆ ਸਾਰੀ ਸਾਨੂੰ ਆਣ ਕੇ ਸਮਝਾਏਗੀ, ਤੁਹਾਨੂੰ ਸਾਰੀ ਦੁਨੀਆ ਆਣ ਕੇ ਨਹੀਂ ਸਮਝਾਣਾ। ਤੁਹਾਨੂੰ ਸਮਝਾਣਾ ਸਿਰਫ ਐਕਸ ਕਾਦੀਆਨੀਆਂ ਨੇ, ਜਾਂ ਕੋਈ ਮੁਸਲਮਾਨ ਭਰਾ ਜਿਹੜੇ ਦਰਦੇ ਦਿਲ ਰੱਖਦੇ ਨੇ, ਤੇ ਜਿਨ੍ਹਾਂ ਨੂੰ ਪਤਾ ਹੈ ਕਿ ਤੁਸੀਂ ਇਸ ਮੁਸੀਬਤ 'ਚ ਫਸੇ ਹੋ। ਬੇਸ਼ੁਮਾਰ ਮੁਸਲਮਾਨਾਂ ਨੂੰ ਤੇ ਪਤਾ ਹੀ ਨਹੀਂ ਕਿ ਮਿਰਜ਼ਾ ਕੌਣ ਹੈ ਤੇ ਮਲੰਗ ਕੌਣ ਨੇ। ਇਹ ਐਕਸ ਕਾਦੀਆਨੀ ਨੂੰ ਤੁਹਾਡਾ ਪਤਾ, ਤੁਹਾਡੀਆਂ ਕਰਤੂਤਾਂ ਦਾ, ਤੇ ਜਾਂ ਕੁਝ ਮੁਸਲਮਾਨ ਜਿਨ੍ਹਾਂ ਨੇ ਥੋੜਾ ਬਹੁਤਾ ਰਿਸਰਚ ਕੀਤਾ, ਤੇ ਜਾਂ ਜਿਨ੍ਹਾਂ ਨੇ ਐਕਸ ਕਾਦੀਆਨੀਆਂ ਕੋ ਸੁਣਿਆ। ਸੋ ਮੇਰੀ ਇਹ ਤੁਹਾਡੇ ਅੱਗੇ ਬੇਨਤੀ ਹੈ, ਰਿਕੁਐਸਟ ਹੈ ਆਮਦੀ ਭੈਣ ਭਰਾਵਾਂ ਅੱਗੇ, ਕਿ ਤੁਸੀਂ ਇਸ ਜਿਹੜੀ ਲਾਹਨਤ 'ਚ ਫਸੇ ਹੋ ਨਾ, ਤੁਹਾਨੂੰ ਨਹੀਂ ਕਿਸੇ ਕੱਢਣਾ। ਇਹ ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਤੁਹਾਨੂੰ ਆਪ ਨਿਕਲਣਾ ਪੈਣਾ, ਆਪ ਸੋਚਣਾ ਪੈਣਾ। ਕਿਉਂਕਿ ਅਗਰ 10-20 ਮਲੰਗ ਪੂਰੇ ਲਾਹੌਰ 'ਚੋਂ ਬਹਾਵਲਪੁਰ ਨੂੰ ਜਾਂਦੇ ਹੋਣ, ਤੇ ਪੂਰਾ ਲਾਹੌਰ ਨਹੀਂ ਨੱਸ ਕਰੇ ਅੱਗੇ ਬੱਸ ਦੇ ਲੰਮੇ ਪੈਂਦਾ, ਭਾਈ ਬਾਜੋ 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 ਨਾ। ਇਹ ਤੁਹਾਡੀ ਹਸੀਅਤ ਹੈ। ਇੱਕ ਹੋਰ ਤੁਹਾਡੀ ਬੜੀ ਖੁਸ਼ ਨਸੀਬੀ ਹੈ ਕਿ ਮਿਰਜ਼ਿਆਂ ਨੂੰ ਦੁਨੀਆ ਦੇ ਕਿਸੇ ਕੋਨੇ 'ਚ ਇੱਕ ਚੱਪਾ ਜ਼ਮੀਨ ਨਹੀਂ ਮਿਲੀ। ਕਦੀ ਚੱਪਾ ਜ਼ਮੀਨ ਮਿਲ ਜਾਂਦੀ ਤੇ ਮਿਰਜ਼ਿਆਂ ਤੁਹਾਡਾ ਉਹ ਹਸ਼ਰ ਕਰਨਾ ਸੀ ਕਿ ਦੁਨੀਆ ਯਾਦ ਰੱਖਣਾ ਸੀ। ਜੋ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੋ ਅਸੀਂ ਗੱਲ ਕਰੀਏ, ਹਵਾਲਾ ਦਈਏ, ਉਹ ਸਾਨੂੰ ਬਾਅਦ 'ਚ ਪੁੱਛ ਲਓ, ਅਸੀਂ ਤੁਹਾਨੂੰ ਦੇ ਦਿਆਂਗੇ।
ਅਸੀਂ ਜ਼ਿੰਮੇਦਾਰ ਹਾਂ ਇਸ ਗੱਲ ਤੇ, ਜ਼ਮਾਨਤ ਲੈਂਦੇ ਹਾਂ। ਖਲੀਫਾ ਜ਼ਾਨੀ ਜਿਹੜਾ ਸੀ ਤੁਹਾਡਾ ਦੂਜਾ 2 ਨੰਬਰ ਖਲੀਫਾ, ਉਹ ਲਿਖਦਾ ਹੈ, ਉਹ ਆਂਦਾ ਹੈ ਕਿ ਐਸਾ ਨਿਜ਼ਾਮੇ ਵਸੀਅਤ, ਐਸਾ ਨਿਜ਼ਾਮ ਦਿੱਤਾ ਹੈ ਕਿ ਸੋਚੋ ਹੋ ਕਿ ਅਗਰ ਸਾਰੀ ਦੁਨੀਆ ਦੇ ਉੱਤੇ ਆਮਦੀਆਂ ਦੀ ਹਕੂਮਤ ਹੋ ਜੇ, ਫਿਰ ਉਸ ਤੋਂ ਬਾਅਦ ਸਾਰੀ ਦੁਨੀਆ ਦੇ ਜਿਹੜੇ ਆਮਦੀ ਹੋਣ ਉਹ ਵਸੀਅਤ ਵੀ ਕਰ ਲੈਣ, ਖਾਬਾਂ ਵੇਖੋ ਇਹਨਾਂ ਦੀਆਂ, ਔਰ ਉਸ ਤੋਂ ਬਾਅਦ ਉਹ ਵਸੀਅਤ ਕਰਨ ਵੀ 1/3। ਉਹਨੇ ਕਿਹਾ ਲਿਖਿਆ ਆਪਣੀ ਕਿਤਾਬ 'ਚ ਕਿ ਤੀਸਰੀ ਨਸਲ ਜਿਹੜੀ ਆਮਦੀਆਂ ਦੀ ਹੋਏਗੀ, ਉਹ ਤੀਸਰੀ ਨਸਲ ਦੇ ਆਉਣ ਤੱਕ ਦੁਨੀਆ ਦੀ ਸਾਰੀ ਦੌਲਤ ਜਮਾਤ ਦੇ ਕਬਜ਼ੇ 'ਚ ਆ ਜਾਏਗੀ। ਸ਼ੁਕਰ ਕਰੋ ਕਾਦੀਆਨੀ ਮਲੰਗ ਮਲੰਗਣੀਓ, ਤੁਹਾਡੇ ਨਾ ਬਦਕਾਰ ਖਲੀਫਿਆਂ ਨੂੰ ਕੋਈ ਇਲਾਕਾ ਨਹੀਂ ਮਿਲਿਆ, ਤੁਹਾਨੂੰ ਜ਼ਬਰਦਸਤੀ ਇਹਨਾਂ ਤੁਹਾਡੇ ਕੋਲ ਵਸੀਅਤ ਕਰਾਣੀ ਸੀ, ਤੇ ਤੁਹਾਡੇ ਕੋਲ ਕਰਾਣੀ ਵੀ 1/3 ਸੀ, ਬਾਕੀ ਚੰਦਿਆਂ ਦੇ ਨਾਲ ਤੁਸੀਂ 1/3 ਵਸੀਅਤ ਕਰਨੀ ਸੀ, ਤੇ ਤੁਹਾਡੀ ਤੀਸਰੀ ਨਸਲ ਨੇ ਸਭ ਕੁਝ ਗਵਾ ਬੈਣਾ ਸੀ, ਇਹਨਾਂ ਧੱਕੇ ਨਾਲ ਖੋਲਣਾ ਸੀ। ਇਹ ਤੁਹਾਡਾ ਖਲੀਫਾ ਜ਼ਾਨੀ ਅੱਜ ਤੋਂ ਆਪਣੀ ਜ਼ਿੰਦਗੀ 'ਚ ਲਿਖ ਗਿਆ 50-100 ਸਾਲ ਪਹਿਲੋਂ। ਅੰਦਾਜ਼ਾ ਕਰ ਲਓ ਇਹਨਾਂ ਮਿਰਜ਼ਿਆਂ ਦੀ ਸੋਚ ਦਾ। ਇਹ ਤੁਹਾਡਾ ਨਿਜ਼ਾਮੇ ਵਸੀਅਤ ਹੈ। ਨਿਜ਼ਾਮੇ ਵਸੀਅਤ ਜਿਹੜਾ ਹੈ, ਜਿਹੜੇ ਆਮ ਦੀ ਭੈਣ ਭਰਾ ਜਿਹੜੇ ਇਸ ਗੱਲ ਤੇ ਗੌਰ ਕਰਨਾ ਚਾਹੁੰਦੇ ਨੇ, ਨਿਜ਼ਾਮੇ ਵਸੀਅਤ ਦਾ ਜਿਹੜਾ ਰਸਾਲਾ ਹੈ, ਪਹਿਲੀ ਤਾਂ ਗੱਲ ਇਹ, ਜਿਹੜੇ ਵਸੀਅਤ ਦੇ ਪੈਸੇ ਹੁੰਦੇ ਨੇ, ਕੋਈ ਬੰਦਾ ਵਸੀਅਤ ਕਰੇ ਉਹਦੇ ਮਰਨ ਤੋਂ ਬਾਅਦ ਹੁੰਦੇ ਨੇ, ਤੁਹਾਡੇ ਤੇ ਜਿਉਂਦੇ ਲਈ ਜਾਂਦੇ ਨੇ। ਲੇਕਿਨ ਇੱਕ ਚੀਜ਼ ਨੂੰ ਬਾਰ-ਬਾਰ ਆਪਣੇ ਦਿਮਾਗ 'ਚ ਬਿਠਾ ਲਓ ਕਿ ਇਸ ਤਰ੍ਹਾਂ ਕਬਰਾਂ ਲੈਣੀਆਂ ਜਾਂ ਵੇਚਣੀਆਂ ਇਸਲਾਮ ਦੀ ਤਾਲੀਮ ਨਹੀਂ, ਇਹ ਬਿਦਅਤ ਹੈ, ਤੇ ਹਰ ਬਿਦਅਤ ਜਿਹੜੀ ਹੈ ਉਹ ਗੁੰਮਰਾਹੀ ਹੈ, ਤੇ ਜਿਹੜਾ ਬੰਦਾ ਬਿਦਅਤ ਤੇ ਕਾਇਮ ਹੈ ਉਹਦੀ ਖੁਦਾ ਦੁਆ ਵੀ ਨਹੀਂ ਸੁਣਦਾ। ਇਸੇ ਵਾਸਤੇ ਤੁਸੀਂ ਬਹੁਤੇ ਫਾਲਜ ਨਾ ਮਰਦੇ ਹੋ, ਤੇ ਤਲਾਕਾਂ ਤੇ ਭੈੜਾ ਹਾਲ ਤੁਹਾਡੇ ਘਰਾਂ ਦਾ ਹੋਇਆ। ਜੇ ਨਹੀਂ ਤੁਹਾਨੂੰ ਤਬਾਤ, ਮਿਰਜ਼ਿਆਂ ਦੇ ਘਰ ਦਾ ਹਾਲ ਵੇਖ ਲਓ, ਉਹ ਹਜ਼ੂਰ ਤੁਹਾਡਾ ਰੋਜ਼ ਹੀ ਪਗੜੀ ਬੰਨ ਕੇ ਤੁਹਾਨੂੰ ਆਂਦਾ ਪਿਆ ਉਹ ਬਾਈ ਪੂਜਾ ਪਾਠ ਕਰੀਏ, ਤੇ ਜੇ ਤੁਹਾਡੀ ਖੁਦਾ ਸੁਣਦਾ ਜਾਂ ਮਿਰਜ਼ੇ ਤਾਹਰ ਦੀ ਸੁਣਦਾ ਜਾਂ ਉਹਦੇ ਘਰ ਦੀ ਸੁਣਦਾ, ਇਹ ਹਾਲ ਨਾ ਹੁੰਦਾ ਜੋ ਤੁਹਾਡਾ ਹੋਇਆ। ਇਹਨਾਂ ਲਾਹਨਤਾਂ ਦੀ ਵਜ੍ਹਾ ਤੋਂ ਤੁਹਾਡੀ ਦੁਆ ਕੋਈ ਨਹੀਂ ਸੁਣੀ ਜਾਂਦੀ, ਤਾਂ ਦੁਨੀਆ ਦੇ ਉੱਤੇ ਦਰਬਦਰ 4-4 ਮਲੰਗ ਧੱਕੇ ਖਾਂਦੇ ਫਿਰਦੇ ਹੋ। ਐਨੀਵੇ, ਇਸ ਗੱਲ ਨੂੰ ਜ਼ਿਹਨ 'ਚ ਬਿਠਾ ਲਓ, ਇਹਨਾਂ ਕਬਰਾਂ ਦੇ ਧੰਦੇ ਦਾ ਤਲਕ ਇਸਲਾਮ ਦੇ ਨਾਲ ਕੋਈ ਨਹੀਂ। ਇਹ ਕਬਰਾਂ ਦਾ ਧੰਦਾ ਜਿਹੜਾ ਹੈ ਅਖਲਾਕੀ ਤੌਰ ਤੇ, ਕਾਨੂੰਨੀ ਤੌਰ ਤੇ ਵੀ ਜਾਇਜ਼ ਨਹੀਂ, ਇਹ ਸਾਰਾ ਫਰਾਡ ਹੈ। ਲੇਕਿਨ ਚੂੰਕਿ ਤੁਹਾਡੇ ਅੰਦਰ ਇਹ ਲਾਹਨਤ ਪਾਈ ਜਾਂਦੀ ਹੈ, ਤੇ ਮਜਬੂਰਨ ਸਾਨੂੰ ਉਹ ਰਸਾਲਾ ਫੋਲ ਕੇ ਵੇਖਣਾ ਪਿਆ ਉਹਦੇ ਵਿੱਚ ਕੀ ਲਿਖਿਆ ਹੈ। 20 ਸਫ਼ਿਆਂ ਦਾ 21 ਸਫ਼ਿਆਂ ਦਾ ਰਸਾਲਾ ਹੈ, ਉਹ ਰਸਾਲਾ ਵਸੀਅਤ। ਤੇ ਜਦੋਂ ਮਿਰਜ਼ੇ ਨੇ ਲਿਖਿਆ ਸੀ ਉਦੋਂ 20 ਵੀ ਨਹੀਂ ਸਨ, ਮੇਰੇ ਇਲਮ 'ਚ ਆਏ ਨੇ। ਇਹ ਹੌਲੀ ਹੌਲੀ ਬਾਅਦ 'ਚ ਤੁਹਾਡੇ ਜਿਹੜੇ ਜ਼ਾਨੀ ਖਲੀਫੇ ਨੇ ਨਾ, ਜਿਹੜੇ ਆਪਣੀ ਕੁੜੀਆਂ ਨਾਲ ਜ਼ਨਾਹ ਕਰਦੇ ਨੇ, ਇਹਨਾਂ ਨੇ ਵਿੱਚ ਲਿਖੀਆਂ ਨੇ ਲੈਣਾ। ਤੁਸੀਂ ਕਾਦੀਆਨੀ ਮਲੰਗ ਮਲੰਗਣੀਓ, ਤੁਸੀਂ ਸਾਰੀ ਉਮਰ ਪੈਸੇ ਦਿੰਦੇ ਹੋ, ਉਹ ਤੁਸੀਂ 20 ਸਫ਼ੇ ਦਾ ਰਸਾਲਾ ਨਹੀਂ ਪੜ੍ਹ ਸਕਦੇ। ਉਹ ਪੜ੍ਹ ਕੇ ਤੇ ਵੇਖੋ ਉਹਦੇ 'ਚ ਹੈ ਕੀ ਹੈ, ਇੰਨਾ ਕੰਮ ਤੇ ਕਰ ਲਓ, ਪੜ੍ਹ ਕੇ ਵੇਖ ਲਓ ਕਿ ਉਹਦੇ ਵਿੱਚ ਹੈ ਕੀ ਹੈ। 20 ਸਫ਼ੇ ਦਾ ਰਸਾਲਾ ਪੜ੍ਹਦਿਆਂ ਜੇ ਕਿਸੇ ਨੂੰ ਉਰਦੂ ਪੜ੍ਹਨੀ ਆਉਂਦੀ ਹੈ, ਅੱਧਾ ਘੰਟਾ ਲੱਗ ਜਾਏਗਾ, ਘੰਟਾ ਲੱਗ ਜਾਏਗਾ। ਉਹ ਤੁਸੀਂ ਸਾਰੀ ਜ਼ਿੰਦਗੀ ਇਸ ਲਾਹਨਤ ਦੇ ਵਿੱਚ ਪਏ ਹੋ ਕਬਰਾਂ 'ਚ, ਉਹ ਰਸਾਲਾ ਪੜ੍ਹ ਕੇ ਵੇਖ ਲਓ ਉਹਦੇ 'ਚ ਕੀ ਲਿਖਿਆ। ਉਸ ਰਸਾਲੇ ਦੇ ਵਿੱਚ ਮਿਰਜ਼ੇ ਨੇ ਕਿਤੇ ਨਹੀਂ ਲਿਖਿਆ ਕਿ ਮੈਂ ਇਹ ਕਬਰਾਂ ਦੀ ਲਾਹਨਤ
ਕੁਰਾਨ ਦੀ ਫਲਾਂ ਆਇਤ ਤੋਂ ਸ਼ੁਰੂ ਕਰਨ ਲੱਗਾ ਉਹਦੀ ਬੁਨਿਆਦ ਤੇ ਨਾ। ਮਿਰਜ਼ੇ ਨੇ ਨਹੀਂ ਲਿਖਿਆ ਕਿ ਮੈਂ ਇਸ ਕਬਰਾਂ ਦੀ ਜਿਹੜੀ ਲਾਹਨਤ ਜਿਹੜਾ ਚੰਦਾ ਲੁੱਟਣਾ ਇਹਨਾਂ ਮਲੰਗਾਂ ਕੋਲੋਂ, ਮੈਂ ਇਹਦੀ ਬੁਨਿਆਦ ਫਲਾਂ ਹਦੀਸ ਤੇ ਰੱਖਣ ਲੱਗਾ ਨਾ। ਮਿਰਜ਼ੇ ਨੇ ਉਹਦੇ 'ਚ ਲਿਖਿਆ ਕਿ ਮੈਨੂੰ ਇੱਕ ਖ਼ਾਬ ਆਈ ਏ ਤੇ ਮਲੰਗੋ ਦਿਓ ਚੰਦਾ। ਤੁਸਾਂ ਚੰਦਾ ਦੇਣਾ ਸ਼ੁਰੂ ਕਰਤਾ। ਉਹ ਖ਼ਾਬ ਤੁਹਾਨੂੰ ਮੈਂ ਸੁਣਾ ਦੇਣਾ। ਪਹਿਲੇ ਸਫ਼ੇ ਤੇ ਉਹ ਖ਼ਾਬ ਏ, 4-5 ਉਹਦੀਆਂ ਲੈਣਾ ਨੇ, ਉੱਥੋਂ ਹਿਸਾਬ ਲਾ ਲਓ ਝੂਠ ਦਾ। ਔਰ ਤੁਹਾਡਾ ਸਾਰਾ ਹੀ ਆਮ ਦੀ ਕਲਟ ਖ਼ਾਬਾਂ 'ਚ ਤੇ ਝੂਠੇ ਤਲਾਸਿਆਂ ਦੇ ਚੱਲਦਾ ਪਿਆ। ਸਾਰੀਆਂ ਖ਼ਾਬਾਂ ਤੇ ਖ਼ਾਬ ਦੀ ਦੁਨੀਆ 'ਚ ਕੋਈ ਹਸੀਅਤ ਨਹੀਂ ਹੁੰਦੀ। ਅਗਰ ਮੈਂ ਕਹਾਂ ਨਾ ਕਿ ਫਲਾਣੇ ਬੰਦੇ ਨੇ ਮੈਨੂੰ ਖ਼ਾਬ 'ਚ $100 ਦਿੱਤਾ ਏ ਤੇ ਬੰਦੇ ਸੁਣ ਕੇ ਹੱਸ ਪੈਣਗੇ। ਉਹ ਖ਼ਾਬ ਹੀ ਹੈ। ਜੇ ਕੋਈ ਬੰਦਾ ਆਖੇ ਵੀ ਮੈਂ ਤੈਨੂੰ ਖ਼ਾਬ ਦੇ ਵਿੱਚ ਇੱਕ ਟਰੈਕਟਰ ਇਨਾਮ ਦੇ ਦਿੱਤਾ ਹੈ, ਇਹਦੀ ਕੋਈ ਹਸੀਅਤ ਹੈ? ਤੇ ਮਿਰਜ਼ਾ ਤੇ ਜਾਗਦਿਆਂ ਝੂਠ ਲਿਖਦਾ ਸੀ। ਜਿਹੜਾ ਬੰਦਾ ਜਾਗਦਿਆਂ ਝੂਠ ਬੋਲੇ ਤੇ ਝੂਠ ਲਿਖੇ, ਉਹਦੀ ਖ਼ਾਬ ਤੇ ਤੁਹਾਂ ਤਬਾਰ ਕਰ ਲਿਆ ਮਲੰਗੋ। ਮਿਰਜ਼ਾ ਜਾਗਦਿਆਂ ਲਿਖਦਾ ਆਪਣੀ ਹੱਥੀਂ, ਆਂਦਾ ਕਿ 14ਵੀਂ ਸਦੀ 'ਚ ਇਮਾਮ ਮਹਿਦੀ ਨੇ ਆਉਣਾ। ਇਹ ਹਦੀਸਾਂ 'ਚ ਲਿਖਿਆ। ਵਾਹ ਕਿੱਥੇ ਹਦੀਸ ਹੋ? ਕੋਈ ਨਹੀਂ ਨਾ। ਜਿਹੜਾ ਬੰਦਾ, ਕਈ ਹੋਰ ਗੱਲਾਂ ਨੇ, ਉਹਨੇ ਕੋਈ 100 ਦੇ ਕਰੀਬ ਤੇ ਮੁਹੰਮਦੀ ਬੇਗਮ ਦੀਆਂ ਪੇਸ਼ਗੋਈਆਂ ਕੀਤੀਆਂ ਖ਼ਾਬਾਂ ਤੇ ਉਹਨੇ ਉੱਥੇ ਵੀ ਦੱਸੀਆਂ ਹਨ ਕਿ ਮੁਹੰਮਦੀ ਬੇਗਮ ਆਈ ਏ, ਕੱਪੜੇ ਉਹਦੇ ਹੈ ਕੋਈ ਨਹੀਂ, ਬਦਨ ਤੋਂ ਨੰਗੀ ਏ, ਜਾਲੀ ਵਾਲੇ ਕੱਪੜੇ ਪਾਏ ਨੇ, ਮੈਨੂੰ ਉਹਨੇ ਆਣ ਕੇ ਜੱਫੀ ਪਾ ਲਈ। ਇਹ ਤੁਹਾਡੇ ਮਿਰਜ਼ੇ ਲਿਖਿਆ ਜੇ। ਉਹ ਮੁਹੰਮਦੀ ਬੇਗਮ ਤੇ ਆਈ ਕੋਈ ਨਹੀਂ। ਜਿੱਥੇ ਚੰਦਾ ਲੁੱਟਣਾ ਉਹ ਖ਼ਾਬ ਤੁਹਾਡੀ ਪੂਰੀ ਹੋ ਗਈ ਹੈ। ਦੇ ਤੁਸਾਂ ਚੰਦਾ ਤੇ ਖਾਹਾ ਖਰਾਜ ਦੀਆਂ ਜੁੱਤੀਆਂ ਤੁਹਾਂ ਜ਼ੋਰ ਲਾ ਹੜਿਆ। 20 ਸਫ਼ੇ ਦਾ 21 ਸਫ਼ੇ ਦਾ ਉਹ ਰਸਾਲਾ ਜੀ, रूहानी खजाइन जिल्द 20 सफ़ा 301। ये जाके ना 20-21 सफ़े का रसाला पढ़ लो, तो जे तुहानू खुदा अकल दे तो शायद तुहानू को समझ आ जाए कि की लिखा है। मिर्जा लिखदा है कि मैनू ख्वाब आई है कि तेरी मौत करीब आ गई है। 2005 की गल है, 3 साल बाद मरिया सी। वो लिखदा है कि और हम तेरे मुतल्लक ऐसी बातों का नामो निशान नहीं छोड़ेंगे जिनका जिक्र तेरी रसवाई का मूजब हो। गौर कर लो। मिर्जा लिखता है कि और हम तेरे मुतल्लक ऐसी बातों का नामो निशान नहीं छोड़ेंगे जिनका जिक्र तेरी रसवाई का मूजब हो। कोई ऐसी गल है जिन्नी को मिर्जे दी रसवाई अज भी हुंदी है, वो जिवें दी औलाद छड़ गया वही बड़ी रसवाई है। इत्ते गौर कर लो। अज दुनिया सारी दे विच तुहाडे मिर्जे ताहर दी धी फायजा ने बयान दिता है। वो आंदी है दुनिया सारी च इहो जिहा गंद, इहो जिहा जुल्म, इहो जी ज्यादती नहीं होई जिवें साडे घर होई है। ये तो मिर्जियां दी नस्ल ही है ना। क्यों है, क्यों मलंग मलंगनी हो? ते तुहाडा मिर्जा तो लिख गया है कि और हम तेरे मुतल्लक ऐसी बातों का नामो निशान नहीं छोड़ेंगे जिनका जिक्र तेरी रसवाई का मूजब हो। ते मिर्जियां दी धीआं नूं लोकी सवाल लिख लिख भेजते ने पे कि असीं फायजा कोलों पुछना चाहते हैं कि शिंडी शाह वाला वाकिया किवें होया। ये रसवाई नहीं, मिर्जे दी जिहड़ी नस्ल है वो निरी रसवाई है। बाकी दी गल्लां रह गईयां दूर दियां। मिर्जे दियां किताबां सारियां रसवाई ने। लियाओ 14वीं सदी वाली हदीस मिर्जा लिख के गया है, ते जे वो झूठ लिख गया है तो रसवाई नहीं। क्यों भाई, क्यों मलंगो? कोई मलंग है इत्थे आया सामने? मैं लिंक देन लगा,
ਨਾਲ ਗੱਲ ਸੁਣਦੇ ਜਾਓ, ਨਾਲੇ ਕੋਈ ਮਲੰਗ ਮਲੰਗਣੀ ਹੈ ਤੇ ਆ ਜਾਓ ਸਾਹਮਣੇ। ਆ ਜਾਓ ਤੁਸੀਂ ਆਂਦੇ ਹੁੰਦੇ ਹੋ ਦਲੀਲ ਨਾਲ ਹੀ ਮੂੰਹ ਬੰਦ ਕਰਨੇ ਆ। ਉਹ ਦਲੀਲ ਨਾਲ ਮੂੰਹ ਬੰਦ ਕਰੋ ਮੇਰਾ, ਮੈਂ ਵੇਖਾਂ ਕਿਹੜਾ ਕਿਹੜਾ ਮਲੰਗ ਆਉਂਦਾ ਹੈ। ਆ ਲੋ ਲਿੰਕ। ਉਹ ਮਿਰਜ਼ੇ ਦੀ ਤੇ ਔਲਾਦ ਰਸਵਾਈ ਏ, ਕਿਉਂ ਹੋਏ हैं? आगे चलो। और तेरी निस्बत खुदा की, पहली लाइन पे गौर करो। और हम तेरे मुतल्लक ऐसी बातों का नामो निशान नहीं छोड़ेंगे जिनका जिक्र तेरी रसवाई का मूजब हो। ਇਹਦਾ ਮਤਲਬ ਇਹ ਵੇ ਕਿ ਮਿਰਜ਼ੇ ਦੀਆਂ ਕਰਤੂਤਾਂ ਉਹਨੂੰ ਪਹਿਲਾਂ ਪਤਾ ਸੀ ਕਿ ਮੇਰੀਆਂ ਐਸੀਆਂ ਹੈ ਨੇ ਜਿਹਦੀ ਵਜ੍ਹਾ ਤੋਂ ਮੇਰੇ ਸਿਰ 'ਚ ਛਿੱਤਰ ਪੈਣੇ ਨੇ। ਤੇ ਲਿਖਦਾ ਹੈ ਕਿ ਖੁਦਾ ਮੈਨੂੰ ਆਂਦਾ ਹੈ ਕਿ ਐਸੇ ਸਾਰੇ ਨਿਸ਼ਾਨ ਮੈਂ ਮਿਟਾ ਦਿਆਂਗਾ, ਤੂੰ ਮਰ ਜਾ ਆਰਾਮ ਨਾਲ। ਮਿਟਿਆ ਕੋ ਨਾ ਚੋ। ਇਹ ਰਸਾਲਾ ਅਲ ਵਸੀਅਤ ਦੀ ਪਹਿਲੀ ਲਾਈਨ ਜੀ। ਔਰ ਇਹ ਹੀ ਸਭ ਕੁਝ ਰਸਾਲਾ ਅਲ ਵਸੀਅਤ ਦੀਆਂ ਆ ਹੀ 4 ਲਾਈਨਾਂ ਨੇ। ਬਾਕੀ ਤੇ ਚੰਦਾ ਲੈਣ ਦੀਆਂ ਸ਼ਰਤਾਂ ਨੇ, ਬਾਕੀ ਤੇ ਕੋਈ ਸ਼ੈਖਤ ਵਾਲੀ ਨਹੀਂ ਵਿੱਚ। ਉਹ ਮਲੰਗ ਮਲੰਗਣੀਓ ਜਿਹੜੇ ਚੰਦਾ ਦਿੰਦੇ ਹੋ, ਵਸੀਅਤ ਦਾ ਚੰਦਾ, ਇਹ 4 ਲੈਣਾ ਨੇ। ਇਹਨਾਂ ਤੋਂ ਇਲਾਵਾ ਕੋਈ ਸ਼ੈਖਤ ਵਾਲੀ ਨਹੀਂ ਉੱਥੇ। ਬਾਕੀ ਸਭ ਕੁਝ ਚੰਦਾ ਲੈਣ ਦਾ। ਆ ਸ਼ਰਤਾਂ ਲੈਣ ਦੀਆਂ ਨੇ, ਆ ਸ਼ਰਤਾਂ ਮੁਰਦਾ ਦੱਬਣ ਦੀਆਂ ਨੇ, ਆ ਸ਼ਰਤਾਂ ਮੁਰਦਾ ਪੁੱਟਣ ਦੀਆਂ ਨੇ। ਆ ਕੰਮ ਹੈ ਸਾਰਾ। ਬਾਕੀ ਆ 4 ਲੈਣਾ ਮੈਂ ਪੜ੍ਹ ਕੇ ਸੁਣਾਉਣ ਲੱਗਾ। ਇਹਨਾਂ ਤੋਂ ਇਲਾਵਾ ਕੱਖ ਕੰਡਾ ਨਹੀਂ ਉੱਥੇ ਉਹਨਾਂ 20 ਸਫ਼ਿਆਂ 'ਚ। ਤੇ ਪੜ੍ਹ ਲਿਓ, ਜੇ ਕੋਈ ਹੋਰ ਹੋਈ ਤੇ ਮੈਨੂੰ ਆਣ ਕੇ ਦੱਸਿਓ। ਮਿਰਜ਼ਾ ਲਿਖਦਾ ਕਿ ਮੈਨੂੰ ਇੱਕ ਖਾਬ ਆਈ ਏ ਕਿ ਤੇਰੀ ਇੱਕ ਮੌਤ ਆ ਗਈ ਏ ਕਰੀਬ ਹੈ, ਤੇ ਤੇਰੇ ਬਾਰੇ 'ਚ ਜਿਹੜੇ ਨਿਸ਼ਾਨ ਤੇਰੀ ਜ਼ਿਲਤ ਦਾ ਮੂਜਬ ਬਣਨਗੇ। ਆ ਮਸਰੂਰਾ ਜਾਹਲ ਨੀਰੀ ਜ਼ਿਲਤ ਤੁਹਾਡੇ ਸਾਹਮਣੇ ਆ। ਉਰਦੂ ਪੜ੍ਹਨੀ ਨਹੀਂ ਆਉਂਦੀ, ਕੁਰਾਨ ਵੀ ਨਹੀਂ ਪੜ੍ਹਨਾ ਆਉਂਦਾ, ਗੱਲ ਵੀ ਨਹੀਂ ਕਰਨੀ ਆਉਂਦਾ, ਯੂਟਰਸ ਦੀਆਂ ਗੱਲਾਂ ਕਰਦਾ। ਉਹ ਕਈ ਬੰਦੇ ਉਹਨੂੰ ਆਉਂਦੇ ਨੇ ਖਲੀਫਾ ਯੂਟਰਸ ਏ। ਉਹ ਕੁੜੀਆਂ 'ਚ ਬਹਿ ਕੇ 10-10 ਸਾਲਾਂ ਦੀਆਂ ਕੁੜੀਆਂ 'ਚ ਬਹਿ ਕੇ ਯੂਟਰਸ ਦੀਆਂ ਗੱਲਾਂ ਕਰਦੇ ਆ ਵੀ ਯੂਟਰਸ ਐਡੀ ਵੱਡੀ ਹੋਣੀ ਚਾਹੀਦੀ, ਉਹ ਸ਼ਰਿੰਕ ਹੋ ਜਾਂਦੀ, ਉਹ ਖੁੱਲ ਜਾਂਦੀ, ਉਹ ਜੁੜ ਜਾਂਦੀ ਹੈ। ਇਹ ਯੂਟਰਸ ਤਾਂ ਵਹਿੰਦਾ ਰਿਹਾ ਸਾਰੀ ਉਮਰ, ਹੋਰ ਇਹਨਾਂ ਕੰਮ ਕਿਹੜਾ ਕੀਤਾ। जिनका जिक्र तेरी रसवाई का मूजब हो और तेरी निस्बत खुदा की मियाद मुकर्रा थोड़ी रह गई है। मिर्जा तो यह भी लिखता सी कि दुनिया मुक चली, आखिरी जमाना है। मान लो मैनू छेती, उदों तो 1 अरब दुनिया की आबादी नहीं सी। दुनिया मुक गई है, हुण तो 6 अरब हो गई है। क्यों मलंगो है? छेती छेती मान लो मिर्जे आखिरी दौर आ गया। और हम ऐसे तमाम अतराज दूर और दफा कर देंगे। जुबान देखो सुल्तानुल कलम दी, दूर और दफा। और कुछ भी इनमें से बाकी नहीं रखेंगे जिनके बयान से तेरी रसवाई मतलूब हो। मिर्जे नूं पता है अपनी करतूतां दा। और हम ऐसे तमाम अतराज दूर और दफा कर देंगे और कुछ भी इनमें से बाकी नहीं रखेंगे जिनके बयान से तेरी रसवाई मतलूब हो। मिर्जा कहता कि खुदा ने मैनू क्या है कि तमाम अतराज दूर तो दफा हो जाएंगे जिन्होंने तेरी रसवाई होए। लियाओ 14वीं सदी वाली हदीस भी मलंगो, तुहानू बड़ा मिर्जे दसदे सन। फिर तुहानू हदीस दसी जाती है कि मिर्जा साहब के दौर च कसूफो खसूफ होया, चंद ते सूरज नूं ग्रहण लगा है। ये हदीसां च लिखिया सी। जदों दी दुनिया बनी है ना कदी किसी वास्ते अज तक लगा है ते ना लगेगा, सिर्फ मिर्जे वास्ते ये लगा है। लियाओ हदीस कित्थे वे, वो भी झूठ। तुहाडीआं किताबां भरीआं ने कसूफो खसूफ नाल कि जमीन ते दूर की गल है, आसमान भी मिर्जे की गवाही दे गया। लियाओ हदीस कित्थे वे, लियाओ कित्थे ने बैतां। ਜਿਹੜਾ ਤੁਹਾਡਾ ਉਹ ਬਦਕਾਰ ਉਹ ਮਿਰਜ਼ਾ ਤਾਹਰ ਬੋਲਦਾ ਸੀ, ਕਿੱਥੇ ਨੇ ਬੈਤਾਂ ਤੁਹਾਡੀਆਂ? ਲਿਆਓ ਬਾਦਸ਼ਾਹ, ਲਿਆਓ 50 ਕਿਸਮ ਦੇ ਚੰਦੇ ਵਹਾਓ, ਕਿਹੜੇ ਇਸਲਾਮ ਦੀ ਤਲੀਮ ਹੈ। ਲਿਆਓ ਇਹ ਕਬਰਾਂ ਦੀ ਲਾਨਤ ਵਹਾਓ, ਕਿਹੜੀ ਹਦੀਸ ਕੁਰਾਨ ਚ ਲਿਖਿਆ। ਤੁਹਾਡਾ ਕੰਮ ਕੋਈ ਇਸਲਾਮ ਵਾਲਾ ਹੈ? ਕੁੜੀ ਦਾ ਤੁਸੀਂ ਵਿਆਹ ਕਰਨਾ ਹੋਏ ਤੇ ਮਿਰਜ਼ਾ ਦਾ ਸਾਲ ਮੈਨੂੰ ਚੰਦਾ ਦਿਓ, ਨਹੀਂ ਤੇ ਮੈਂ ਕੁੜੀ ਦਾ ਵਿਆਹ ਨਹੀਂ ਹੋਣ ਦੇਣਾ। ਜ਼ਨਾਹ ਕਰਦੀ ਪਈ ਕਰੇ, ਉਹਨਾਂ ਦੀਆਂ ਆਪਣੀਆਂ ਕਰਦੀਆਂ ਨੇ, ਪੈਸੇ ਚਾਹੀਦੇ ਨੇ।
ਮਿਰਜ਼ਾ ਮਸਰੂਰ ਸਾਈਡੀ ਜੋ ਕੁੜੀ ਨਿਦਾ ਨੂੰ ਆਂਦਾ 36 ਸਾਲ ਤੇਰੇ ਨਾਲ ਜ਼ਨਾ ਹੋਇਆ ਜਾਂ ਨਹੀਂ ਹੋਇਆ, ਚੁੱਪ ਕਰ ਜਾ। ਮਤਲਬ ਇਹ ਹੈ ਕਿ ਮੈਨੂੰ ਚੰਦਾ ਆਉਂਦਾ ਰੇ ਤੇ ਤੁਹਾਡੀਆਂ ਵੀ ਪਈਆਂ ਕਰਨ, ਉਹਨਾਂ ਨੂੰ ਕੀ ਭਾਰੇ। ਲਿਆਓ ਕਿਹੜੇ ਇਸਲਾਮ 'ਚ ਲਿਖਿਆ ਵੀ ਕਿਸੇ ਵਿਆਹ ਕਰਨਾ ਹੋਵੇ ਤੇ ਸਾਲ ਦੀ ਪਾਬੰਦੀ ਹੈ, ਦਿਖਾਓ ਮੈਨੂੰ। ਤੇ ਤੁਹਾਨੂੰ ਦੱਸਦੇ ਨੇ ਸਿਰਫ ਐਕਸ ਕਾਦੀਆਨੀ ਤੇ ਜਾਂ ਉਹ ਮੁਸਲਮਾਨ ਭਰਾ ਜਿਨ੍ਹਾਂ ਨੂੰ ਤੁਹਾਡੇ ਬਾਰੇ ਤੁਹਾਡੀਆਂ ਕਰਤੂਤਾਂ ਦਾ ਪਤਾ ਹੈ। ਬਹੁਤੇ ਹੁਣ ਤੇ ਪਤਾ ਨਹੀਂ ਕਿ ਮਲੰਗ ਫਸੇ ਕਾਦੇ 'ਚ ਨੇ। ਆਹ ਤੁਹਾਡਾ ਮਿਰਜ਼ਾ ਲਿਖਦਾ ਰਸਾਲਾ ਵਸੀਅਤ 'ਚ। ਅੱਗੇ ਮਿਰਜ਼ੇ ਨੇ ਲਿਖਿਆ ਕਿ ਕਬਰਾਂ ਮੈਨੂੰ ਵਹਾਈਆਂ ਗਈਆਂ ਨੇ ਚਾਂਦੀ ਦੀਆਂ। ਇੱਕ ਮੈਂ ਫਰਿਸ਼ਤਾ ਵੇਖਿਆ ਜੀ, ਉਹ ਜ਼ਮੀਨ ਪਿਆ ਨਾਪਦਾ ਖਾਬ। ਉਹ ਜਿਹੜਾ ਬੰਦਾ ਜਾਗਦਿਆਂ ਝੂਠ ਬੋਲੇ ਉਹਦੀ ਖਾਬ ਤੇ ਇਤਬਾਰ ਹੈ। ਤੁਹਾਨੂੰ ਤੇ ਖਾਬਾਂ ਨੇ 'ਚ ਲੁੱਟ ਲਿਆ ਮਿਰਜ਼ਿਆਂ ਨੇ। ਮੈਂ ਕਬਰਾਂ ਵੇਖੀਆਂ ਨੇ ਚਾਂਦੀ ਦੀਆਂ ਚਮਕਦੀਆਂ। ਮਿਰਜ਼ੇ ਨੂੰ ਕਿਸੇ ਨੇ ਪੁੱਛਿਆ ਕਿ ਕਬਰ ਨੂੰ ਚੂਨਾ ਫੇਰਨਾ ਜਾਇਜ਼, ਉਹਨੇ ਆਖਿਆ ਨਾ। ਤੇ ਹੁਣ ਕਿਉਂ ਫੇਰਿਆ ਜੇ? ਹੁਣ ਕਿਉਂ ਚੂਨਾ ਫੇਰਿਆ ਜੇ? ਆ ਇੱਕ ਆ ਗਿਆ RC65। ਇਹਨੂੰ ਮੈਂ ਆਨਾ ਕਿ ਤੂੰ ਕਦੀ ਸਾਹਮਣੇ ਆਏ ਨਾ, ਇਹ ਵੀ ਕੋਈ ਆਮਦੀ ਹੈ। ਉਹ ਮਸਰੂਰੇ ਜਾਹਲ ਦਾ ਸਾਰਾ ਟੱਬਰ ਆਪਣੀ ਕੁੜੀ ਨੇ ਜ਼ਨਾ ਕਰਦਾ ਫੜ ਕੇ ਤਾਂ ਤੇਰੇ ਉਹ ਪੀਰ ਏ। ਆ ਸਾਹਮਣੇ ਦੱਸ ਸਾਨੂੰ, ਉਹਨੂੰ ਤੂੰ ਮੰਨਣਾ ਹੈ। ਉੱਥੇ ਵੀ ਤੂੰ ਗਿਆ ਹੁੰਨਾ ਜਰੀ ਮਲੰਗ ਦੇ ਪ੍ਰੋਗਰਾਮ 'ਚ। ਪੀਰ ਤੇ ਵੇਖੋ ਜੀ, ਉਹ ਤੁਸੀਂ ਪੀਰ ਹੀ ਕੋਈ ਬੰਦੇ ਦੇ ਪੁੱਤਰਾਂ ਵਾਲਾ ਮੰਨ ਲਓ। ਇੱਥੇ ਆਣ ਕੇ ਫਿਰ ਕਮੈਂਟ ਕਰਨਾ ਆ ਗਿਆ ਹੈ। ਦੱਸ ਮੈਨੂੰ ਇੱਥੇ ਲਿਖ ਜਾਂ ਸਾਹਮਣੇ ਆ, ਮੈਂ ਤੈਨੂੰ ਲਿੰਕ ਦੇਣਾ। ਦੱਸ ਮੈਨੂੰ ਵੀ ਕਬਰਾਂ ਕਿਹੜੇ ਇਸਲਾਮ ਨੇ ਦੱਸੀਆਂ ਨੇ ਤੈਨੂੰ, ਕਿਹੜੀ ਹਦੀਸ ਨੇ ਦੱਸੀਆਂ ਨੇ, ਕਿਹੜੇ ਸਹਾਬਾ ਨੇ ਕਬਰਾਂ ਵੇਚੀਆਂ ਨੇ, ਜਾਂ ਮੱਕੇ ਮਦੀਨੇ 'ਚ ਕਬਰਾਂ ਵਿਕੀਆਂ ਹੁਣ ਆਂਦੇ ਹੋ ਨਾ ਰੀਅਲ ਇਸਲਾਮ ਹੈ ਤੁਹਾਡਾ। ਆਹ ਦੱਸ ਮੈਨੂੰ, ਆਹ ਲਿੰਕ ਆ ਸਾਹਮਣੇ। ਜ਼ਾਨੀ ਬਦਕਾਰ ਤੁਹਾਡੇ ਪੀਰ ਨੇ ਸਾਰੇ, ਆਪਣੀਆਂ ਕੁੜੀਆਂ ਨਾਲ ਜ਼ਨਾ ਕਰਨ ਵਾਲੇ, ਉਹਨਾਂ ਤੁਹਾਨੂੰ ਦੱਸਿਆ। ਮਿਰਜ਼ਾ ਆਂਦਾ ਤੇਰੇ ਆ ਵੇਖ ਲੈਂਡ ਕੀ ਲਿਖੀ ਮਿਰਜ਼ੇ ਨੇ, ਆ ਸੁਣੀ ਅੱਗੇ आंदा हम तेरे मतलब ऐसी बातों का नामो निशान नहीं छोड़ेंगे जिनका जिक्र तेरी रसवाई का मूजब हो। ਤੁਹਾਡੇ ਮਿਰਜ਼ੇ ਤਾਹਰ ਦੀ ਕੁੜੀ ਆਂਦੀ ਹੈ ਜੋ ਸਾਡੇ ਨਾਲ ਕੀਤਾ ਖਲੀਫਿਆਂ ਨੇ ਦੁਨੀਆ 'ਚ ਕਿਸੇ ਨਾਲ ਨਹੀਂ ਕੀਤਾ ਇੰਜ। ਤੂੰ ਫਿਰ ਇੱਥੇ ਆਣ ਕੇ ਬਦਕਾਰਾ ਕਮੈਂਟ ਕਰਨ ਡਿਆ ਜਾਂਦੇ ਸਾਹਮਣੇ ਆ। ਦੱਸ ਆਣ ਕੇ ਸਾਨੂੰ ਕਿ ਕਬਰਾਂ ਕਿੱਥੋਂ ਲਾਂਤ ਲਈਏ ਤੁਹਾਂ। ਅੱਗੇ ਚਲੋ, ਅੱਗੇ ਤੁਹਾਨੂੰ ਮੈਂ ਸੁਣਾਉਣਾ। ਆ ਜਾਓ ਤੁਹਾਨੂੰ ਮੈਂ ਲਿੰਕ ਦੇਣਾ ਪਿਆ ਬਾਰ-ਬਾਰ। ਆ ਜਾਓ ਆਣ ਕੇ ਦੱਸੋ ਮਿਰਜ਼ਾ ਸਾਹਿਬ ਦੀ ਸੱਚਾਈ ਸਾਨੂੰ ਕੋਈ। ਫਿਰ ਮਿਰਜ਼ੇ ਨੇ ਇਹ ਲਿਖਿਆ ਕਿ ਇਹਨਾਂ ਕਬਰਾਂ ਦੇ ਵਿੱਚ ਅਸਾਂ ਪੈਸੇ ਕੋਈ ਨਹੀਂ ਦੇਣੇ। ਮੈਂ ਤੇ ਮੇਰਾ ਖਾਨਦਾਨ ਇਸ ਕਬਰਸਤਾਨ 'ਚ ਫ੍ਰੀ ਦਾਖਲ ਹੋਏਗਾ। ਚੰਦਾ ਮਲੰਗ ਮਲੰਗਣੀਓ ਤੁਹਾਂ ਦੇਣਾ ਹੈ। ਮਿਰਜ਼ਾ ਕਹਿੰਦਾ ਅਸਾਂ ਨਹੀਂ ਪੈਸੇ ਦੇਣੇ। ਇਹ ਵੀ ਉਸ ਰਸਾਲੇ 'ਚ ਲਿਖਿਆ ਹੈ। ਕਿਉਂ ਭਾਈ? ਮਲੰਗ ਮਲੰਗਣੀਓ ਆ ਜਾਓ ਸਾਹਮਣੇ, ਕੋਈ ਆ ਕੇ ਸਾਨੂੰ ਦੱਸੋ ਕਿ ਤੁਸਾਂ ਇਹ ਕਬਰਾਂ ਜਿਹੜੀਆਂ ਲੈ ਲੈ ਕੇ ਜੰਨਤ ਲੈਂਦੇ ਹੋ, ਫਿਰ ਇੱਕ ਤੁਹਾਂ ਅਹਾਤਾ ਖਾਸ ਬਣਾਇਆ ਉੱਥੇ। ਅਹਾਤਾ ਖਾਸ ਦੇ ਅੰਦਰ ਮਿਰਜ਼ਿਆਂ ਦਾ ਟੱਬਰ ਦਫਨ ਹੈ ਤੇ ਚਫੇਰੇ ਮਲੰਗ ਮਲੰਗਣੀਆਂ। ਤੇ ਮਿਰਜ਼ਿਆਂ ਦਾ ਟੱਬਰ ਕੌਣ ਹੈ? ਅੱਜ ਦੇ ਦੌਰ ਦੀ ਮਿਸਾਲ ਲੈ ਲਓ, ਮਸ਼ਹੂਰੋ ਮਰੂਫ ਹੈ ਮਿਰਜ਼ਾ ਲਕਮਾਨ, ਜਿਹੜਾ ਮਿਰਜ਼ੇ ਤਾਹਰ ਦੇ ਨਾਲ ਦੇ ਕਮਰੇ 'ਚ ਸੌਂਦਾ ਸੀ। ਮਿਰਜ਼ਾ ਮਸਰੂਰ, ਡਾਕਟਰ ਮੁਬਸ਼ਰ, ਤੁਹਾਡੇ ਨਾਜ਼ਰ ਸਾਹਿਬ, ਇਹ ਸਾਰੇ ਨੇ ਜਨਾਬ ਤੁਹਾਡਾ ਇੰਜਣ। ਜਿੰਨਾ ਹਾਤਾ ਖਾਸ 'ਚ ਜਾਣਾ ਆਮਰ ਭਾਈ, ਉਹ ਵੀ ਤੁਹਾਂ ਕੱਲ ਨੂੰ ਹਜ਼ਰਤ ਕਰਕੇ ਚੁੱਕ ਲੈਣਾ ਮੋਢਿਆਂ ਤੇ ਹੈ। ਉਹ ਫੂਰੀ ਲੁੱਚਾ USA ਵਾਲਾ, ਉਹ ਤੁਹਾਡਾ ਭਰਾ ਆਂਦਾ, ਉਹਦਾ ਭਰਾ ਆਂਦਾ ਮਸਰੂਰਾ ਜਾਹਲ ਆਂਦਾ, ਉਹ ਲੁੱਚਾ ਹੈ। ਇਹਨਾਂ ਸ਼ਿੰਡੀ ਸ਼ਾਹ
ਇਹ ਜ਼ਾਨੀ ਬਦਕਾਰ ਹਾਤਾ ਖਾਸ ਦੇ ਵਿੱਚ ਤੇ ਜਾਂ ਨੇੜੇ ਨੇੜੇ ਦਫਨ ਹੋਣੇ ਨੇ। ਚਲੋ ਜੰਨਤ ਤੇ ਆਪਣੀ ਵੇਖੋ ਏ, ਤੇ ਫਿਰ ਉਹਦੇ ਚਫੇਰੇ ਚਫੇਰੇ ਦੂਜੇ ਮਲੰਗ ਮਲੰਗਣੀਆਂ ਦਫਨ ਹੋਣਾ। ਕਦੀ ਸੋਚੋ ਤੇ ਸਹੀ ਬਹਿ ਕੇ ਕਿ ਇਸਲਾਮ ਤੇ ਹੈ ਹੀ ਨਹੀਂ, ਤੇ ਤੁਹਾਂ ਦਫਨ ਕਿਹਦੇ ਨਾਲ ਜਾ ਕੇ ਹੋਣਾ? ਅੰਦਰ ਛਿੰਡੀ ਸ਼ਾਹ ਲੇਟਿਆ ਤੇ ਬਾਹਰ ਤੁਸੀਂ ਅੰਮਾ ਨੂੰ ਪਾ ਆਉਣਾ ਪੈਸੇ ਦੇ ਕੇ। ਅੰਦਰ ਮਿਰਜ਼ਾ ਲਕਮਾਨ ਲੇਟਿਆ, ਉਹਦੀ ਕੁੜੀ ਆਂਦੀ ਮੇਰਾ ਛੱਡੇ ਹੀ ਕੱਖ ਨਹੀਂ ਇਹਨੇ, ਨਹੀਂ ਆਂਦੀ। ਤੁਹਾਡੇ ਮਸਰੂਰੇ ਜਾਹਲ ਦੇ ਸਾਹਮਣੇ ਉਹਨੇ ਕਿਹਾ, ਉਹਨੇ ਮਸਰੂਰੇ ਜਾਹਲ ਦੇ ਸਾਹਮਣੇ ਬਹਿ ਕੇ ਕਿਹਾ, ਉਹਨੇ ਕਿਹਾ ਜਦੋਂ ਮੈਂ ਕਹਿੰਦੀ ਸਾਂ ਮੇਰਾ ਪਿਓ ਭਰਾ ਚਾਚੇ ਬਾਬੇ ਮੇਰੇ ਨਾਲ ਜ਼ਨਾਹ ਕਰਦੇ ਨੇ, ਤੂੰ ਮੰਨਦਾ ਸੈਂ? ਤੇ ਮਸਰੂਰਾ ਜਾਹਲ ਉੱਥੇ ਨਹੀਂ ਸੀ ਬੋਲਿਆ, ਬਲਕਿ ਉਹ ਇੱਥੋਂ ਤੱਕ ਕਹਿੰਦਾ ਸੀ ਕਿ ਪਿਛਲੀ ਵਾਰੀ ਤੂੰ ਆਪ ਜ਼ਨਾਹ ਕਰਵਾਉਣ ਗਈ ਸੀ, ਇਹ ਤੁਹਾਡਾ ਹੀ ਹਜ਼ੂਰ ਕਹਿੰਦਾ ਪਿਆ। ਉਰਾ R65 ਆ ਸਾਹਮਣੇ ਆੜਾ ਕਮੈਂਟ ਕਰਦਾ ਬਦਕਾਰ, ਆ ਬਈ ਅੱਗੇ ਦੱਸਾਂ ਨੂੰ ਆਣ ਕੇ, ਤੁਹਾਡਾ ਹਜ਼ੂਰ ਨਹੀਂ ਸੀ ਆਂਦਾ ਤੁਹਾਡੀ ਆਪਣੀ ਧੀ ਨੂੰ? ਆ ਲੋ, तुम्हें तो सिर्फ चंदे की तकलीफ है, हमारा चंदा हमारी जमात हमारी मर्जी। अच्छा भाई, तुम्हें क्या तकलीफ है? अच्छा जी, वो गल इस तरह चंदा तुहाडा ही है, ते तकलीफ ये आ कि तुसीं जिन्हां नूं चंदा दिंदे हो ना, वो तुहाडे कोल चंदा लैंदे ने इस्लाम दा नाम लैके। उत्थे उन्हां ज़िनाह दा अड्डा खोलिया, ਤੇ ਜ਼ਨਾਹ ਦੇ ਅੱਡੇ ਦੀ ਐਵੇਂ ਦੀ ਇਜਾਜ਼ਤ ਹੈ ਦੁਨੀਆ ਦਾ ਕੋਈ ਕਾਨੂੰਨ ਨਹੀਂ ਦਿੰਦਾ। ਕਿਉਂ ਹੈ? ਉਹ ਪੀਰ ਮੰਨਣਾ ਤੁਹਾਡਾ ਹੱਕ ਹੈ, ਜਿਹਨੂੰ ਮਰਜ਼ੀ ਪੀਰ ਮੰਨ ਲਓ, ਪਰ ਪੀਰ ਆਣ ਕੇ ਮਲੰਗ ਦੀ ਕੁੜੀ ਢਾਈ ਹੋਏ, ਇਹ ਤੇ ਦੁਨੀਆ ਦਾ ਕੋਈ ਮੁਲਕ ਨਹੀਂ ਇਜਾਜ਼ਤ ਦਿੰਦਾ। ਤੇ ਤੁਹਾਡੇ ਪੀਰ ਨੇ ਤੇ ਆਪਣੀ ਢਾਈ ਹੈ। ਕਿਉਂ ਹੈ? ਆਓ ਆਣ ਕੇ ਜਵਾਬ ਦਿਓ ਇਹਦਾ। ਪੀਰ ਤੇ ਵੇਖੋ ਮੰਨਿਆ ਹੋਇਆ ਮਸਰੂਰਾ ਜਾਹਲ। ਅੱਗੇ ਚਲੋ ਜੀ, ਕਬਰਾਂ ਤੁਹਾਡੀਆਂ ਫੋਲ ਫੜ ਕੇ ਵਹਿੰਦੇ ਆ, ਜੇ ਕੋਈ ਸ਼ੈ ਲੱਭ ਗਈ ਤੇ ਸਵਾਏ ਜ਼ਨਾਹ ਟੱਟੀ ਮੂਤਰ ਤੋਂ ਕੋਈ ਸ਼ੈ ਕੋ ਨਹੀਂ ਉੱਥੇ। ਮਿਰਜ਼ਾ ਆਂਦਾ ਪੈਸੇ ਅਸਾਂ ਨਹੀਂ ਦੇਣੇ, ਪੈਸੇ ਸਜਣੋਂ ਤੁਹਾਂ ਦੇਣੇ ਨੇ, ਮੇਰੇ ਖਾਨਦਾਨ ਨੇ ਵਿੱਚ ਫ੍ਰੀ ਦਫਨ ਹੋਣਾ ਹੈ। ਠੀਕ ਹੈ, ਇੱਥੋਂ ਤੁਸੀਂ ਹਿਸਾਬ ਲਾ ਲਓ ਮਿਰਜ਼ੇ ਦੀ ਚਲਾਕੀ ਦਾ। ਉਸ ਤੋਂ ਬਾਅਦ ਉਸ ਰਸਾਲੇ 'ਚ ਮਿਰਜ਼ੇ ਨੇ ਲਿਖਿਆ ਕਾਦੀਆਨੀ ਮਲੰਗ ਮਲੰਗਣੀਆਂ ਨੂੰ ਡਰਾਉਣ ਵਾਸਤੇ ਕਿ ਜਨਾਬ ਗੱਲ ਇਸ ਤਰ੍ਹਾਂ ਹੈ ਕਿ ਇੱਕ ਬਹੁਤ ਵੱਡਾ ਜ਼ਲਜ਼ਲਾ ਆਏਗਾ ਤੇ ਫਿਰ ਤੇਰੀ ਮੌਤ ਹੋਏਗੀ। ਕਾਦੀਆਨੀ ਮਲੰਗ ਮਲੰਗਣੀਆਂ ਆਣ ਕੇ ਦੱਸੋ ਉਹ ਕਿਹੜਾ ਜ਼ਲਜ਼ਲਾ ਆਇਆ, ਉਹ ਵੀ ਦੱਸ ਛੱਡੋ ਕਿਹੜਾ ਜ਼ਲਜ਼ਲਾ ਹੈ ਜਿਹੜਾ ਆਇਆ ਹੈ, ਉਹ ਸਾਨੂੰ ਆਣ ਕੇ ਦੱਸੋ। ਇੱਕ ਉਹਦੀ ਸ਼ਿਕ ਨੰਬਰ 14 ਹੈ, ਮੈਂ ਦੁਬਾਰਾ ਡਬਲ ਚੈੱਕ ਕਰਨਾ, ਰਸਾਲਾ ਅਲ ਵਸੀਅਤ ਦੀ। ਉਹਦੇ 'ਚ ਲਿਖਿਆ ਹੈ ਕਿ ਕੋਈ ਬੰਦਾ ਜਿਹਨੇ ਵਸੀਅਤ ਕੀਤੀ ਹੈ, ਚਾਹੇ ਉਹ ਆਪਣੀ ਮਰਜ਼ੀ ਨਾਲ ਛੱਡ ਜੇ ਜਮਾਤ, ਚਾਹੇ ਉਹਨੂੰ ਜਮਾਤ ਕੱਢ ਦੇ, ਉਹਦਾ ਚੰਦਾ ਅਸੀਂ ਵਾਪਸ ਕਰਾਂਗੇ। ਇਹ ਮਿਰਜ਼ੇ ਨੇ ਲਿਖਿਆ। ਇਹ ਵੀ ਇਹਨਾਂ ਬਦਕਾਰਾਂ ਨੇ ਮੈਨੂੰ ਲੱਗਦਾ ਲੈਣ ਕੱਢ ਲੈਣੀ ਹੈ, ਅਜੇ ਤੱਕ ਇਹ ਸ਼ਿਕ ਵਿੱਚ ਲਿਖੀ ਹੈ, ਕਿਉਂਕਿ ਮਿਰਜ਼ੇ ਨੇ ਉਹਦੇ 'ਚ ਇਹ ਵੀ ਲਿਖਿਆ ਸੀ ਕਿ ਮੇਰੇ ਤੋਂ ਬਾਅਦ ਤੁਸੀਂ ਇੰਜ ਕਰਿਓ ਕਿ 40 ਬੰਦਿਆਂ ਦਾ ਗਰੁੱਪ ਬਣ ਜਿਓ, ਜਿਹਨੂੰ ਤੁਹਾਡੇ ਚੋਂ 40 ਬੰਦੇ ਆਪਣਾ ਇਮਾਮ ਮੰਨ ਲੈਣ, ਇੰਜ ਦੇ ਗਰੁੱਪ ਬਣ ਜਿਓ। ਉਹਨੇ ਖਿਲਾਫਤ ਦਾ ਨਾਂ ਨਹੀਂ ਲਿਆ, ਤੇ ਤੁਸੀਂ ਇੰਜ ਅੱਗੇ ਮੇਰਾ ਕੰਮ ਜਿਹੜਾ ਨਾ ਮਰੀਦੋ ਜਾਰੀ ਰੱਖਿਓ। ਤੁਸੀਂ ਬਾਅਦ 'ਚ ਖਿਲਾਫਤ ਕੋਲੋਂ ਪਾ ਲਈਏ। ਔਰ ਜਿਹੜੀ ਤੁਹਾਡੀ ਪੁਰਾਣੀ ਰਸਾਲਾ ਅਲ ਵਸੀਅਤ ਪੁਰਾਣਾ ਹੈ, ਉਹਦੇ 'ਚ ਲਿਖਿਆ ਕਿ 40 ਬੰਦੇ ਮਿਲ ਕੇ ਤੇ ਜਿਹਨੂੰ ਆਪਣਾ ਇਮਾਮ ਚੁਣ ਲੋਗੇ ਉਹ ਗਰੁੱਪ ਬਣ ਜਿਓ। ਮਿਰਜ਼ੇ ਮਸਰੂਰ ਇਹਨਾਂ ਜਾਹਲਾਂ ਨੇ ਸੋਚਿਆ, ਬਦਕਾਰਾਂ ਨੇ, ਕਿ ਮਲੰਗ ਹੋ ਸਕਦਾ ਕੱਲ ਨੂੰ ਇਤਰਾਜ਼ ਕਰਨ, ਇਹਨਾਂ ਉਹ ਨਵੀਂ ਜਿਹੜੀ ਤੁਹਾਡਾ ਨਵਾਂ ਜਿਹੜਾ ਰਸਾਲਾ ਵਸੀਅਤ ਉਹਦੇ 'ਚੋਂ ਕੱਢ ਛੜਿਆ। ਠੀਕ ਹੈ ਜੀ। ਅੱਛਾ, ਮੈਂ ਲਿੰਕ ਦੇਣਾ, ਇਹਨਾਂ ਮਲੰਗ ਮਲੰਗਣੀਆਂ 'ਚ ਕਿਸੇ ਨੇ ਆਉਣਾ ਨਹੀਂ, ਕਿਸੇ ਹੋਰ ਦੋਸਤ ਨੇ ਆਉਣਾ ਤੇ ਉਹ ਆਣ ਕੇ ਅਗਰ
ਇਸ ਕਬਰਾਂ ਦੇ ਧੰਦੇ ਦੇ ਬਾਰੇ 'ਚ ਕੋਈ ਗੱਲ ਕਰਨਾ ਚਾਹੇ ਤੇ ਮੋਸਟ ਵੈਲਕਮ। ਤੇ ਜੇ ਕੋਈ ਆਮ ਦੀ ਵੀ ਸੁਣਦਾ ਸਾਡਾ ਪ੍ਰੋਗਰਾਮ ਪਿਆ, ਤੇ ਅਗਰ ਉਹ ਚਾਹੁੰਦਾ ਹੈ ਕਿ ਇਸ ਕਬਰਾਂ ਦੇ ਧੰਦੇ ਦਾ ਦਫਾ ਕਰਨਾ ਚਾਹੁੰਦਾ ਹੈ, ਉਹ ਵੀ ਆ ਜਾਏ ਸਾਹਮਣੇ। ਫਿਰ ਤੁਹਾਡੀ ਲਾਸ਼ਾਂ ਦੀ ਜਿਹੜੀ ਤਜ਼ਲੀਲ ਹੁੰਦੀ ਹੈ, ਉਹ ਤੇ ਮੈਂ ਕਈ ਦਫਾ ਤੁਹਾਨੂੰ ਦੱਸਿਆ, ਤੁਹਾਡੀਆਂ ਲਾਸ਼ਾਂ ਜਿਹੜੀਆਂ ਨੇ ਉਹ ਰੁਲਦੀਆਂ ਰਹਿੰਦੀਆਂ ਨੇ, ਉੱਥੇ ਜਾ ਕੇ 2-2 4-4 ਦਿਨ ਉਹ ਰੱਖ ਛੱਡਦੇ ਨੇ, ਬਾਅਦ ਤੁਹਾਡੇ ਕੋਲ ਪੈਸੇ ਲੈਂਦੇ ਨੇ, ਨਾਲੇ ਤੁਹਾਡੇ ਸਿਰ 'ਚ ਜੁੱਤੀਆਂ ਮਾਰਦੇ ਨੇ, ਤੇ ਫਿਰ ਉਹ ਕਬਰਾਂ ਦੇ ਵਿੱਚ ਤੁਹਾਨੂੰ ਦਫਨ ਕਰਦੇ ਨੇ, ਜਦੋਂ ਇਹਦਾ ਇਸਲਾਮ ਨਾਲ ਤਲਕ ਹੀ ਕੋਈ ਨਹੀਂ, ਜਦੋਂ ਇਸ ਧੰਦੇ ਦਾ ਕਿਸੇ ਹਦੀਸ ਨਾਲ ਤਲਕ ਕੋਈ ਨਹੀਂ, ਕੁਰਾਨ ਨਾਲ ਦਾ ਕੋਈ ਤਲਕ ਨਹੀਂ, ਤੇ ਤੁਸੀਂ ਇਹ ਕੁਫਰ ਕਿਉਂ ਪੈਸੇ ਦਿੰਦੇ ਹੋ, ਕਿਉਂ ਅਜ਼ਾਬ ਇਸ ਨੂੰ ਵਾਜ਼ਾ ਮਾਰਦੇ ਹੋ, ਇਸ ਬਿਦਅਤ ਦੇ ਵਿੱਚ ਤੁਸੀਂ ਕਿਉਂ ਪਏ ਹੋ, ਇਹ ਤੇ ਤੁਸੀਂ ਗੌਰ ਕਰੋ। और जो दोस्त हैं जो शामिल होना चाहते हैं, लो जी, एक जनाब एक दोस्त आए ने, अच्छा मुझे लग रहा है कि कोई टेक्निकल इशू है, मैंने इनको ऐड करने की कोशिश की है, तो ये दोस्त जो है इनकी आईडी गायब हो गई। अगर ये दोबारा दोस्त ट्राई करें, मुझे लगता है आज कुछ टेक्निकल इशू आ रहा है कंटिन्यूसली। एक दोस्त ने ज्वाइन करने की कोशिश की है, लेकिन मैंने उनको ऐड करने की कोशिश की है, तो वो उनकी वो रिमूव हो गए यहाँ से। कोई और दोस्त अगर आना चाहें तो वो ट्राई करें, क्योंकि मैंने और 10 मिनट के बाद इसको ख़त्म कर देना प्रोग्राम को। मैं चाहता हूँ कि कोई आमदी आके अगर इस रसाला जो ये कब्रों का इनका तमाशा, इस पर कोई बात करना चाहे तो हम उसकी ज़बानी सुनेंगे, इसमें ये मिर्ज़ा साहब ने क्या फरमाया। जी अस्सलाम वालेकुम। वालेकुम सलाम। जी सुनाए, क्या हाल है? अल्लाह का शुक्र है भाई, आप सुनाएं कैसे हैं? जी बिल्कुल ठीक है, आप फरमाएं। प्रोग्राम के हवाले अ, करनी है आपने। आपका नाम क्या है? मेरा नाम मोहम्मद सफ्तर है, कोरिया से बात कर रहा हूँ। तो ये आपने कोरियन ज़बान में लिखा हुआ है? जी जी, आज वो दूसरी साइड से प्रॉब्लम आ रहा था गूगल से, तो फेसबुक से इंटर हुआ हूँ, फेसबुक की अच्छा आईडी अच्छा, से। ये ना एक ये जो कब्रें लो और खरीदो और जन्नत लो, इसके बारे में आप कोई बात करना चाहते हैं? नहीं, मैं आपसे इस बारे में मैं आपका सारा प्रोग्राम सुना है, मैं सिर्फ ये पूछने आया हूँ आपके कि ये खुद आते नहीं है, जब हम जाते हैं इनके चैनल पे तो ये सवाल करने नहीं देते, और हम इनको देते हैं तो ये खुद आते नहीं है, ये क्या मसला है? नहीं, तो उनका उनका एक हाथ होता है उधर, वो जहाँ से रिमूव करते हैं वहां पे, जी जी। तो वो फौरन रिमूव कर देते हैं जनाब। वो अब देखें कोई चोर बंदा कोई चोर बंदा है तो वो थोड़ी आपकी बात सुनेगा। वही बात चोर है हैं ना, ये सारे हम इकट्ठे। इस प्रोग्राम कोई भी प्रोग्राम है ये उस पे आते नहीं है खुद सवाल करने के, बात करने के लिए, और जब हम्म। जब हम जाते हैं बात करने के लिए तो ये हमारी सुनते ही रिमूव कर देते हैं, ये इस बारे में प्रोग्राम नहीं है, ये बात नहीं हो सकती, आधी बात होती है रिमूव कर देते हैं। ना कोई हम बदतमीजी करते हैं, बहुत अच्छे से बात करते हैं, लेकिन ये तो जी वही बता सकते हैं। मैं तो ये समझता हूँ कि जब देखें इनके पास, इनका अकीदा देख लें, इनका चंदा देख लें, इनका बैतें देख लें, इनके इन्होंने जो बादशाह पेश किए थे वो देख लें, इन्होंने बाज़ अहादीस पे झूठ बोला वो देख लें, इन्होंने ईसा अलैहिस्सलाम की कब्र के बारे में जो इन्होंने जुल्म किया वो देख लें, इनके अंबिया के मतलब इन्होंने जो जुल्म लिखा है वो देख लें, तो ये जी ऐसा जुल्म है। इन्होंने जो निदा के साथ किया है वो देख लें। जी जी। तो ये बात किस पे करेंगे? ये एक R65 आया है,
तो मैंने उसको कहा है कि मैंने कहा सामने आके तो बताओ आके भाई बाबा ये जो, वो कहता है जी चंदा हमारा है, कुड़ियां भी ਤੁਹਾਡੀਆਂ ही ने, पुनिता भी ਤੁਹਾਡੀ है, लेकिन ये तो नहीं ना गल कि तुसी पीर चौधरी तो साहब मन्ने आपका लेकिन पीर जो मर्जी तमाशा करे तो ज्यादती है ना। चौधरी साहब आपका प्रोग्राम बहुत अच्छा है। मैं अभी थोड़ा बिजी हूँ, काम पे हूँ, तो मैं सुन रहा था, मैंने कहा दुआ सलाम कर लें, इंशाल्लाह फिर हमने आपसे ना बात हो। जो साल ये जो वसीयत है इस पे मैंने काफ़ी प्रोग्राम किए हैं, रिसेंटली हमारे दूसरे दोस्तों ने किए हैं। मैं तो वैसे आज इसलिए कि ये एक फ्रॉड है, अगर इस पे कोई कादियानी आके कोई बात करे तो ये तो आते ही नहीं है, तो मैंने सोचा चलें तो 10 मिनट और इंतज़ार करते हैं, नहीं तो फिर इजाज़त चाहेंगे। ठीक है, जज़ाकल्लाह, आप शामिल हुए। ठीक है जी। हेलो जी चौधरी साहब, अस्सलाम वालेकुम जी। जी वालेकुम सलाम। ये आपकी तरफ से अंधेरा है कि मेरे चौधरी मेरे साहब मेरे कंप्यूटर? वालों ने वैसे मैं लाइट बंद की हुई है, मैं ब्रैम्पटन तो बोल रहा हूँ। जी जी, क्या हाल है? चौधरी साहब अल्लाह का बड़ा शुक्र है, मैं सिर्फ तुहानू शाबाश देन आया वा, खुदा तुहानू खुश जज़ाकल्लाह रखे। जी। बड़ी देखें जी, मेहनत बात बड़ा ये है कि सोहना मैंने करते हो। प्रोग्राम तो जो किया है अभी वो यही था कि ये खबरें कहाँ से आई हैं यार, चौधरी नाम साहब हकीकी इस्लाम है। तुहानू तो सारा पता है, कादियान चो शुरू होईयां सी खबरां, ते अजकल फ्रेंचाइज इन्हां दी हर जगह खुली हुई है। नहीं, वो तो हम अगर इसको सारा कवर करें ना तो 20 से भी ज्यादा प्रोग्राम बने, ठीक है। वो जो बाकी चीजें हैं कि वो हर जगह जहां से भी है, मेरे पास तो वो भी इंफॉर्मेशन है कि ये जो पहला जो इनका विषय बना हुआ है ना, वो जो कादियान की जो टाप थी जिसका आप जिक्र सुनते हैं, जिसमें मिर्जा नहाता रहता था, छप्पड़ जड़ा सी, छप्पड़ ਜਿਹੜਾ ਸੀ, ਕਾਦੀਆਨ ਦਾ ਜਿਹੜਾ ਛੱਪੜ ਸੀ, ਇਹਨਾਂ ਦੇ ਜਿਹੜਾ ਕਿਤਾਬ ਹੈ, ਜਿਹੜਾ ਮਿਰਜ਼ਾ ਦਾ ਸਹੁਰਾ ਮੀਰ ਨਾਸਰ ਨਵਾਬ, ਨਾਮ ਸਾਰੇ ਨਵਾਬਾਂ ਨੇ ਰੱਖੇ ਹਨ, ਮੈਂ ਪਹਿਲਾਂ ਦੱਸਿਆ ਨਵਾਬ ਨੂੰ ਕੋਈ ਨਹੀਂ ਸੀ, ਉਹ ਕਾਦੀਆਨੀਆਂ ਦੀ ਜਿਹੜੀ ਅੰਮਾ ਹੈ, ਜਿਹਦਾ ਨਾਂ ਹੈ, ਜਿਹਨੂੰ ਇਹ ਅੰਮਾ ਜਾਨ ਆਂਦੇ ਨੇ, नुसरत ਉਹ जहां। 100 ਰੁਪਇਆ ਉਸ ਦੌਰ ਜਿਹਨਾਂ ਦੀ ਕਿਤਾਬ 'ਚ ਲਿਖਿਆ ਹੈ, ਕਿਰਾਇਆ ਆਪਣੇ ਜਵਾਈ ਮਿਰਜ਼ੇ ਕੋ ਖੜਦਾ ਸੀ, ਤੇ ਫਿਰ ਉਹ ਨਵਾਬ ਕੁੜੀ ਛੱਡ ਕੇ ਜਾਂਦਾ ਸੀ ਤੇ ਲੈ ਕੇ ਜਾਂਦਾ ਸੀ। ਪਰ ਐਨੀਵੇ ਇਹਨਾਂ ਲਿਖਿਆ, ਨਵਾਬ ਮੀਰ ਨਾਸਰ ਨਵਾਬ ਦੀ ਕਿਤਾਬ 'ਚ ਲਿਖਿਆ ਹੈ ਕਿ ਇਹ ਜਿਹੜਾ ਛੱਪੜ ਸੀ ਕਾਦੀਆਂ ਵਾਲਾ, ਸ਼ਾਮਲਾਟ, ਉਹ ਮੀਰ ਨਾਸਰ ਨਵਾਬ ਦੀ ਬਹਾਦਰੀ ਲਿਖੀ ਹੈ ਕਿ ਮੀਰ ਨਾਸਰ ਨਵਾਬ ਨੇ ਉਸ ਦੌਰ ਦੇ ਜਿਹੜੇ ਉੱਥੇ ਮਲੰਗ ਸਨ ਨਾ ਜੀ, ਉਹਨਾਂ ਨੂੰ ਨਾਲ ਲੈ ਕੇ ਤੇ ਉਹ ਉੱਥੇ ਖਲੋ ਕੇ ਤੇ ਉਹ ਸ਼ਾਮਲਾਟ, ਉਹ ਛੱਪੜ ਪੂਰਿਆ ਸੀ। ਉਹ ਛੱਪੜ ਦਾ ਕੁਝ ਹਿੱਸਾ, ਉਹ ਢਾਬ ਸੀ, ਬੜੀ ਵੱਡੀ ਛੱਪੜ ਸੀ, ਬੜਾ ਵੱਡਾ, ਉਹ ਢਾਬ ਦਾ ਕੁਝ ਹਿੱਸਾ ਲੰਗਰਖਾਨੇ 'ਚ, ਕਾਦੀਆਂ ਵਾਲੇ 'ਚ, ਤੇ ਕੁਝ ਹਿੱਸਾ ਇਹਨਾਂ ਦੀ ਜੰਨਤ ਦੇ ਵਿੱਚ ਹੈ। ਉਹ ਢਾਬ ਹੋਵੇ ਜਿੱਦੇ, ਕਿਉਂਕਿ ਕਾਦੀਆਂ ਦੇ ਵਿੱਚ ਅੱਜ ਵੀ ਲੋਕਾਂ ਨੇ ਸੂਅਰ ਰੱਖੇ ਨੇ। ਹਾਂਜੀ, ਉਸ ਢਾਬ ਦੇ ਵਿੱਚ ਕਾਦੀਆਂ ਦਾ ਸਾਰਾ ਗੰਦ ਤੇ ਸੂਰ ਨਹਾਉਂਦੇ ਸਨ, ਤੇ ਸੂਰਾਂ ਦਾ ਸਾਰਾ ਉਹ ਜਿਹੜਾ ਪਿਸ਼ਾਬ ਸੀ, ਜੋ ਸੀ, ਉਹ ਢਾਬ ਜਿਵੇਂ ਛੱਪੜ ਹੁੰਦਾ ਹੈ, ਜਿੱਦਾਂ ਹੁਣ ਛੱਪੜ ਹੈ ਤੇ ਉੱਥੇ ਮੱਝਾਂ ਗਾਈਆਂ ਦਾ ਜਿਹੜਾ ਉਹ ਗੋਬਰ ਉਹ ਤੇ ਜਾਏਗਾ, ਜਿੱਥੇ ਮੱਝਾਂ ਗਾਈਆਂ ਪਿੰਡ 'ਚ ਰੱਖੀਆਂ ਨੇ। ਜੀ ਬਿਲਕੁਲ। ਉਹ ਜਿਹੜੀ ਢਾਬ ਸੀ, ਇੱਕ ਸ਼ਾਮਲਾਟ ਤੇ ਇੱਕ ਇਹ ਮਿਰਜ਼ਾ ਜਿਹੜਾ ਸੂਰ ਮਾਰਨ ਆਇਆ ਸੀ ਆਪਣੇ ਵੱਲੋਂ, ਇਹਨੇ ਉਹ ਸੂਰਾਂ ਵਾਲਾ ਥਾਂ ਛੱਪੜ ਪੂਰ ਕੇ ਇਹਨਾਂ ਦੇ ਵਿੱਚ ਆ ਸੂਰ ਨੱਪਣੇ ਸ਼ੁਰੂ ਕਰਤੇ ਨੇ, ਸਿਆਲਕੋਟੀ। ਇਹ ਵੀ ਤਾਂ ਸੂਰ ਹੀ ਨੇ। ਜਦੋਂ ਇਹਨਾਂ ਨੂੰ ਪਤਾ ਹੈ ਕਿ ਇਸ ਕਬਰਾਂ ਦੇ ਧੰਦੇ ਦਾ ਨਾ ਕੁਰਾਨ, ਨਾ ਹਦੀਸ, ਨਾ ਖੁਦਾ ਦੇ ਰਸੂਲ ਨੇ, ਔਰ ਨਾ ਮਿਰਜ਼ੇ ਨੇ ਦੱਸਿਆ, ਮਿਰਜ਼ੇ ਨੇ ਵੀ ਨਹੀਂ ਲਿਖਿਆ ਆਪਣੇ ਰਸਾਲੇ 'ਚ ਕਿ ਇਹ ਕਬਰਾਂ ਦਾ ਮੈਂ ਧੰਦਾ ਫਲਾਂ ਆਇਤ ਤੋਂ ਸ਼ੁਰੂ ਕਰਨ ਲੱਗਾ ਨਾ, ਜਾਂ ਕੁਰਾਨ ਦੇ ਫਲਾਣੇ ਹਵਾਲੇ ਤੋਂ, ਜਾਂ ਫਲਾਣਾ ਕੋਈ ਸਹਾਬਾ ਦਾ ਹੁੰਦਾ ਹੀ ਨਾ, ਕੋਈ ਬੰਦਾ ਮਿਸਾਲ ਦੇ ਲੈਂਦਾ। ਇਹਨਾਂ ਨੂੰ ਅਲੰਤ ਵਿੱਚ ਛੜੀ ਉਹਨੇ, ਸਹੁਰੇ ਉਹਦੇ ਨੇ ਸ਼ਾਮਲਟ ਪੂਰ ਕੇ ਤੇ ਇਹਨਾਂ ਨੂੰ ਜੰਨਤ ਬਣਾਤੀ ਹੈ, ਇੱਥੇ ਦਫਨ ਹੋ ਜਾਓ। ਫਿਰ ਮਿਰਜ਼ੇ ਦੀ ਉਸੇ ਕਿਤਾਬ 'ਚ ਲਿਖਿਆ ਹੈ ਕਿ ਮਿਰਜ਼ੇ ਦੀ ਜਿਹੜੀ ਇਹ ਪੈਲੀ ਸੀ ਨਾ,
ਇਹਦੇ 'ਚ ਪਾਣੀ ਖਲੋਤਾ ਸੀ। ਇਹ ਉਹ ਪੈਲੀ ਸੀ ਬੇਆਬਾਦ ਜੀ। ਮਿਰਜ਼ੇ ਨੇ ਉਸ ਦੌਰ 'ਚ ਪੈਲੀ 1000 ਦੇ ਨੂੰ ਵੇਚੀ। ਬਿਲਕੁਲ ਵੇਚੀ ਹੈ ਜੀ। ਜਦੋਂ 5-10 ਰੁਪਈਆਂ ਦਾ ਕਿੱਲਾ ਲੋਕੀ ਉਂਝ ਹੀ ਦੇ ਛੱਡਦੇ ਸਨ ਉਸ ਦੌਰ 'ਚ, ਕਿਉਂਕਿ ਉਦੋਂ ਫਸਲਾਂ ਨਹੀਂ ਇੰਨੀਆਂ ਹੁੰਦੀਆਂ। ਹੁਣ ਆਣ ਕੇ ਲੋਕਾਂ ਦੀ ਆਬਾਦੀ ਵਧੀ ਏ ਤੇ ਪੈਲੀ ਦੀ ਕੀਮਤ ਵਧੀ ਏ। ਮਿਰਜ਼ੇ ਨੇ ਉਸ ਦੌਰ 'ਚ 1000 ਰੁਪਈਏ ਦਾ ਇਹਨਾਂ ਨੂੰ ਉਹ ਵੇਚਿਆ ਤੇ 1000 ਦੀ ਬਜਾਏ 3000 ਹੋਰ ਲਿਆ। ਆਖਿਆ 2000 ਦਿਓ, ਪਾਣੀ ਖਲੋਤਾ ਪੈਲੀ 'ਚ, ਉੱਤੋਂ ਦੀ ਪੁਲੀ ਬਣਾਣੀ ਹੈ। ਫਿਰ ਮਿਰਜ਼ੇ ਨੇ ਲਿਖਿਆ ਕਿ ਜੇ ਮੈਨੂੰ ਖੁਦਾ ਨੇ ਦੱਸਿਆ, ਇਲਹਾਮੀ ਕਿਤਾਬ, ਉਹ ਇਲਹਾਮੀ ਕਿਤਾਬ 'ਚ ਮਿਰਜ਼ੇ ਦੇ ਦੌਰ 'ਚ 3-4 ਸ਼ਰਤਾਂ ਹਨ, ਹੁਣ 20 ਸ਼ਰਤਾਂ ਹੋ ਗਈਆਂ ਨੇ। ਇਲਹਾਮ ਹੀ ਕੋਲੋਂ ਘੜ ਪਾਈ ਹੁੰਦੇ ਨੇ ਬਾਅਦ 'ਚ। ਨਹੀਂ, ਇੱਕ ਸ਼ਰਤ ਇਹ ਵੀ ਸੀ ਨਾ ਚੌਧਰੀ ਸਾਹਿਬ ਕਿ ਅੰਗਰੇਜ਼ਾਂ ਦੇ ਤੁਸੀਂ ਤਾਬਿਆਦਾਰੀ ਕਰੋਗੇ। ਕੀ ਕਰੋਗੇ? ਅੰਗਰੇਜ਼ਾਂ ਦੀ ਤਾਬਿਆਦਾਰੀ ਕਰੋਗੇ, ਵਰਨਾ 4 ਨੰਬਰ ਦੀ ਸ਼ਰਤ ਸੀ ਜੀ, ਵਰਨਾ ਕਬਰ 'ਚ ਜਗ੍ਹਾ ਨਹੀਂ ਮਿਲਣੀ। ਫਿਰ ਨਾ ਇੱਕ ਹੋਰ ਚੀਜ਼ਾਂ ਨੇ ਕਈ, ਤੁਸੀਂ ਆਏ ਸ਼ਾਮਲ ਹੋਏ। ਇੱਕ ਹੋਰ ਮੈਂ ਤੁਹਾਨੂੰ ਦੱਸਾਂ ਗੱਲ, ਮਿਰਜ਼ਿਆਂ ਦੀਆਂ ਕਬਰਾਂ 'ਚ ਲਿਖਿਆ ਹੈ, ਜਿਹੜਾ ਰਬੂਏ ਨਾ ਕਬਰਸਤਾਨ ਚਨਾਬ ਨਗਰ 'ਚ ਬਣਾਇਆ, ਉੱਥੇ ਮਿਰਜ਼ਿਆਂ ਦੀਆਂ ਕਬਰਾਂ 'ਚ ਲਿਖਿਆ ਕਿ ਅਸੀਂ ਅਮਾਨਤਨ ਦਫਨ। ਬਿਲਕੁਲ ਸੱਚੀ ਗੱਲ ਹੈ। ਠੀਕ ਹੈ ਜੀ। ਉੱਥੇ ਇੱਕ ਕਤਬਾ ਵੀ ਲਿਖਿਆ ਸੀ, ਉੱਥੇ ਲਿਖਿਆ ਸੀ ਕਿ ਕਾਦੀਆਨੀ ਮਲੰਗ ਮਲੰਗਣੀਓ, ਜਿੱਦਣ ਤੁਹਾਨੂੰ ਮੌਕਾ ਮਿਲੇ ਸਾਨੂੰ ਮੋਢਿਆਂ ਤੇ ਚੁੱਕ ਲਿਓ ਤੇ ਸਾਨੂੰ ਕਾਦੀਆਂ ਪਹੁੰਚਾਇਓ, ਵਾਪਸ ਪਹੁੰਚਾਓ। ਠੀਕ ਹੈ ਜੀ। ਸਵਾਲ ਉੱਥੇ ਕਈ ਸਵਾਲ ਨੇ, ਕਿਉਂਕਿ ਅੱਜ ਦਾ ਪ੍ਰੋਗਰਾਮ ਤੇ ਚਲੋ ਹਲਕਾ ਫੁਲਕਾ ਸੀ। ਪਹਿਲਾਂ ਗੱਲ ਤੇ ਇਹ ਵੀ ਕਿ ਜੇ ਰਬੇ ਵਾਲੀ ਵੀ ਜੰਨਤ ਹੈ ਕਾਦੀਆਨੀਆਂ ਦੇ ਨਜ਼ਦੀਕ, ਤੇ ਚੋ ਸਭ ਕੈਨੇਡਾ 'ਚ ਵੀ ਹੈ ਵੇ। ਨਹੀਂ, ਉਹ ਤਾਂ ਕਹਿੰਦੇ ਖਲਾਰਾ ਵੱਧਦਾ ਜਾਂਦਾ ਨਾ। ਆਹੋ, ਤਾਂ ਫਰੈਂਚਾਈਜ਼ ਜੇ ਕਾਦੀਆਂ ਵਾਲੀ, ਜੇ ਰਬਵਾ ਵਾਲੀ ਜੰਨਤ ਹੈ ਜੀ ਚੋ ਇਹਨਾਂ ਸਾਡੇ ਨਜ਼ਦੀਕ ਤੋਂ ਲਾਨਤ ਹੈ। ਸਾਡੇ ਨਜ਼ਦੀਕ ਤੇ ਕਿਤੇ ਦੁਨੀਆ ਦੇ ਮੁਸਲਮਾਨ ਮੁਲਕ 'ਚ ਵੀ ਇਹੋ ਜਿਹਾ ਤਮਾਸ਼ਾ ਲਾਨਤ ਕੋ ਨਹੀਂ। ਇਹ ਸਿਰਫ ਲਾਨਤ ਹੈ 3 ਜ਼ਿਲ੍ਹਿਆਂ 'ਚ, ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ ਲੋਕਾਂ 'ਚ। ਜਿਹੜੇ ਕੈਨੇਡਾ ਦੇ ਵਿੱਚ ਜੰਨਤ ਨਿਕਲੀ ਏ, ਉਹ ਵੀ ਇਹਨਾਂ ਮਲੰਗਾਂ ਵਾਸਤੇ ਨਿਕਲੀ ਏ। ਉੱਥੇ ਕੋਈ ਗੋਰਾ ਤਾਂ ਨਹੀਂ ਜਾਂਦਾ। ਚੌਧਰੀ ਸਾਹਿਬ, ਸਾਡੇ ਮਜ਼ਹਬ ਦੇ ਵਿੱਚ ਨਾ ਜੀ ਇਹ ਵੇ ਕਿ ਕਿਧਰੇ ਕੋਈ ਇਹੋ ਜਿਹਾ ਨਜਸ ਬੰਦਾ ਕਬਰਸਤਾਨ 'ਚ ਨਹੀਂ ਅਸੀਂ ਦਫਨ ਕਰਨ ਦਿੰਦੇ ਹੁੰਦੇ ਕਿ ਫਰਿਸ਼ਤੇ ਨਹੀਂ ਆਉਣਗੇ, ਉੱਥੇ ਰਹਿਮਤ ਨਹੀਂ ਹੋਏਗੀ। ਤੇ ਇਹ ਚੰਗਾ ਇਹਨਾਂ ਨੇ ਆਪਣਾ ਵੱਖਰਾ ਕਰਕੇ ਲੈਦਾ। ਅੱਜ ਸਾਡੇ ਕੋਲੋਂ ਜਾਨ ਛੁੱਟੀ ਹੋਈ ਹੈ, ਸਾਡੀ ਉੱਥੇ ਵੀ ਜਾਨ ਛੁੱਟੀ ਹੋਈ ਹੈ। ਨਹੀਂ, ਇਹ ਬੜੀ ਮਿਹਰਬਾਨੀ ਇਹਨਾਂ ਦੀ ਕਿ ਇਹਨਾਂ ਨੇ ਨਾ ਆਪਣਾ ਵੱਖਰਾ ਘਰ ਛੱਡਿਆ ਹੋਇਆ। ਮੈਂ ਤੇ ਕਹਿੰਦਾ ਕਿ ਆਪਣਾ ਇਹਦਾ ਵੀ ਵੱਖਰਾ ਕਰਨ ਕਿ ਜੀ ਸਾਡਾ ਮਜ਼ਹਬ ਤੁਹਾਡੇ ਤੋਂ ਲੈਦਾ, ਆਪਣੇ ਆਪ ਨੂੰ ਰੀਅਲ ਇਸਲਾਮ ਤੇ ਸਾਨੂੰ ਝੂਠਾ 2 ਨੰਬਰ ਇਸਲਾਮ। ਕਬਰਸਤਾਨ ਇਹਨਾਂ ਨੇ ਵੱਖਰਾ ਕਰ ਲਿਆ, ਮੈਂ ਬੜਾ ਖੁਸ਼ ਹਾਂ। ਸਾਡੀ ਕਬਰ ਵੱਲ ਕਿਧਰੇ ਆਉਣ ਵੀ ਨਾ। ਹਾਂਜੀ, ਰੀਅਲ ਇਸਲਾਮ ਜਿਹੜਾ ਨਾ ਜੀ, ਜਦੋਂ ਇਹ ਰੀਅਲ ਇਸਲਾਮ ਕਹਿੰਦੇ ਨੇ ਤੇ ਯਾਰ ਰੀਅਲ ਇਸਲਾਮ ਤੇ ਮੱਕਾ ਮਦੀਨਾ 'ਚ ਟੁਰਿਆ ਹੈ ਕਿ ਕਾਦੀਆਂ 'ਚ ਟੁਰਿਆ ਹੈ? ਨਹੀਂ ਚੋ ਸਭ, ਇਹ ਅਸਲ ਦੇ ਵਿੱਚ ਟੁਰਿਆ ਜਿਹੜਾ ਹੈ ਨਾ, ਇਹਦੀ ਅਗਰ ਤੁਸੀਂ ਟੁਰਨ ਦੀ ਗੱਲ ਕਰੋ ਨਾ ਤੇ ਇਹ ਟੁਰਿਆ ਗੱਦਾਰੀ ਦੇ ਸਿਰ ਤੇ। ਇਹ ਬਣਿਆ ਨਹੀਂ, ਬਣਾ ਕੇ ਦਿੱਤਾ ਗਿਆ ਇਹਨਾਂ ਨੂੰ। ਅਗਰ ਸੋਰਸ਼ ਕਸ਼ਮੀਰੀ ਨੂੰ ਪੜ੍ਹੋ ਨਾ ਤੇ ਉਹ ਕਹਿੰਦਾ ਹੈ ਕਿ ਅੰਗਰੇਜ਼ 1857 ਦੀ ਜੰਗੇ ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਨੇ ਵੇਖਿਆ ਕਿ ਮੁਸਲਮਾਨਾਂ ਦਾ ਮਸਲਾ ਬੜਾ ਹੈ, ਜਹਾਦ ਦੇ ਨਾਂ ਤੇ ਟਿਕਦੇ ਨਹੀਂ। ਫਿਰ ਉਹਨਾਂ ਨੇ ਦੇਖਿਆ ਕਿ ਇਹਨਾਂ ਮੁਸਲਮਾਨਾਂ ਨੂੰ ਇੱਕ ਕਿਸੇ ਨਬੀ ਦਾ ਇੰਤਜ਼ਾਰ ਹੈ ਜਿਹੜਾ ਆਏ ਤੇ ਇਹਨਾਂ ਦਾ ਕੰਮ ਸੌਖਾ ਕਰੇ। ਉਹ ਜਹਾਜ਼ ਉਹਨੇ ਖਤਮ ਕਰਨਾ। ਇਹਨਾਂ ਨੇ ਕਿਹਾ ਜੀ ਠੀਕ ਹੈ। ਇਹਦਾ ਕਰਕੇ ਮਿਰਜ਼ਾ ਸਾਹਿਬ ਉੱਥੋਂ ਟੁਰੇ ਨੇ ਤੇ ਉਹ 400 ਚੱਲ ਵਾਲੀ ਗੱਲ ਹੈ। ਉਹ ਜਿਸ ਤਰ੍ਹਾਂ ਪੈਸੇ ਮਿਲਦੇ ਗਏ ਉਸੇ ਤਰ੍ਹਾਂ ਮੁਜੱਦਦ ਤੋਂ ਮਹਿਦੀ ਹੋ ਗਿਆ, ਮਹਿਦੀ ਤੋਂ ਈਸਾ ਹੋ ਗਿਆ, ਈਸਾ ਤੋਂ ਬਾਅਦ ਮੁਹੰਮਦ ਹੋ ਗਿਆ, ਮੁਹੰਮਦ ਤੋਂ ਬਾਅਦ ਇਬਰਾਹਿਮ ਤੇ ਆਦਮ ਵੀ ਹੋ ਗਿਆ। ਫਿਰ ਅਖੀਰ ਨੇ ਕਿਹਾ ਚਲੋ ਮੈਨੂੰ ਲੱਗਾ ਕਿ ਮੈਂ ਰੱਬ ਆ ਤੇ ਮੈਂ ਹੀ ਅੱਲਾ ਵਾਂ, ਮੈਨੂੰ ਲੱਗਾ ਵੀ ਆਹੀ ਕਿ ਮੈਂ ਹੀ ਅੱਲਾ ਹੋ ਗਿਆ। ਇਸ ਤੋਂ ਵੱਡੀਆਂ ਕਿਹੜੀਆਂ ਗੱਲਾਂ ਜੇ? ਇਸ ਤੋਂ ਜ਼ਿਆਦਾ ਕਾਨਫੀਡੈਂਸ ਨਾਲ ਕਿਹੜਾ ਬੰਦਾ ਝੂਠ ਬੋਲਦਾ, ਕਹਿੰਦਾ ਕਿ ਮੇਰੀ ਹਰ ਗੱਲ ਦੇ ਪਿੱਛੇ ਮੇਰਾ ਅੱਲਾ ਵੇ, ਮੈਨੂੰ ਇੱਕ ਲਮਹਾ ਗਲਤੀ ਤੇ ਨਹੀਂ ਰਹਿਣ ਦਿੰਦਾ। ਇਸ ਤੋਂ ਵੱਡਾ ਕਿਹੜਾ ਝੂਠ ਹੋਣਾ ਹੈ? ਉਹਨੇ ਆਪਣੇ ਪੈਸੇ ਕਮਾਉਣ ਲਈ ਆਪਣੀਆਂ ਜੋ ਵੀ ਗੈਰਤ ਵੀ ਵੇਚੀ, ਇੱਜ਼ਤ ਵੀ ਵੇਚੀ,
ਉਹਨੇ ਕਬਰਾਂ ਵੀ ਵੇਚੀਆਂ, ਉਹਨੇ ਆਪਣਾ ਈਮਾਨ ਵੀ ਵੇਚਿਆ। ਵੇਖੋ ਉਹਨੇ ਤੇ ਜੋ ਤਮਾਸ਼ਾ ਕੀਤਾ, ਜਾਂ ਤੇ ਆਮ ਦੀ ਭੈਣ ਭਰਾ ਸਾਨੂੰ ਆਣ ਕੇ ਦਲੀਲ ਦੇਣ ਹੁਣ, ਤੇ ਜੇ ਨਾ ਕੋਈ ਦਲੀਲ ਕੋਈ ਨਹੀਂ ਤੇ ਫਿਰ ਆ ਜਿਵੇਂ ਇੱਥੇ ਆਇਆ ਸੀ ਇੱਕ ਬਦਕਾਰ ਅੱਗੇ ਗਾਲਾਂ ਕੱਢ ਕੇ ਗਿਆ, ਫਿਰ ਸੋਚਣ ਯਾਰ ਜੇ ਦਲੀਲ ਕੋ ਨਹੀਂ ਕਿ ਅਸੀਂ ਕੀ ਕਰਨੇ ਆ। ਜੋ ਸਭ ਹਕੀਕਤ ਜਿਹੜੀ ਆ ਨਾ, ਜਿਹੜਾ ਮੈਨੂੰ ਸਮਝ ਆਈ ਹੈ, ਮੈਨੂੰ ਜਿਹੜੀ ਸਮਝ ਆਈ ਜਾਣਾ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਜੁਰਮ ਉਹ ਗੱਦਾਰੀ ਹੈ। ਬੰਦੇ ਤੇ ਗੁੱਸਾ ਚੜਿਆ, ਬੰਦੇ ਨੇ ਮਾਰਤਾ, ਕਤਲ ਹੋ ਗਿਆ, ਅੱਲਾ ਸ਼ਾਇਦ ਮਾਫ ਕਰ ਦੇਵੇ, ਇਹਦੇ ਵਿੱਚ ਬੜੇ ਮੈਟੀਗੇਟਿੰਗ ਸਰਕਮਸਟੈਂਸਿਸ ਨੇ ਜੀ। ਲੇਕਿਨ ਜਿਹੜੀ ਗੱਦਾਰੀ ਹੈ ਨਾ, ਜਦੋਂ ਇਨਸਾਨ ਕਰਦਾ ਹੈ, ਗੱਦਾਰੀਆਂ ਕਰਦਾ ਦੋ ਕਿਸਮਾਂ ਦੀਆਂ। ਇੱਕ ਗੱਦਾਰੀ ਕਰਦਾ ਬੰਦਾ ਆਪਣੀ ਕੌਮ ਤੇ ਆਪਣੇ ਵਤਨ ਨਾਲ, ਦੂਸਰੀ ਗੱਦਾਰੀ ਕਰਦਾ ਆਪਣੇ ਮਜ਼ਹਬ, ਅੱਲਾ ਤੇ ਅੱਲਾ ਦੇ ਰਸੂਲ ਨਾਲ। ਇਹਨਾਂ ਨੇ ਕੀਤੀ ਇਹ ਦੋਵੇਂ ਗੱਦਾਰੀਆਂ। ਇਹਨਾਂ ਨੇ ਆਪਣੀ ਕੌਮ, ਆਪਣੇ ਵਤਨ, ਆਪਣੇ ਲੋਕਾਂ ਨਾਲ ਗੱਦਾਰੀ ਕੀਤੀ, ਇਹਨਾਂ ਨੇ ਆਪਣੇ ਮਜ਼ਹਬ ਨਾਲ ਵੀ ਗੱਦਾਰੀ ਕੀਤੀ ਹੈ। ਜਦੋਂ ਤੁਸੀਂ ਉਹ ਗੱਦਾਰੀ ਕਰਦੇ ਹੋ ਨਾ, ਉਹ ਫਿਰ ਤੁਹਾਡੀ ਜੀਨ 'ਚ ਬਹਿ ਜਾਂਦੀ ਹੈ। ਉਹ ਚੋ ਸਭ ਤੁਹਾਨੂੰ ਅੱਲਾਹ ਤਾਲਾ ਐਸੇ ਅਜ਼ਾਬ ਦੇਗਾ ਕਿ ਤੁਸੀਂ ਸੋਚ ਨਹੀਂ ਸਕਦੇ ਹੋ। ਇਹ ਸਭ ਤੋਂ ਜ਼ਿਆਦਾ ਸਿਆਣੀ ਕੌਮ ਜੇ ਮਰਜ਼ੀਆਂ ਦੀ। ਲੇਕਿਨ ਹਕੀਕਤ ਇਹ ਵੇ ਕਿ ਇਹਨਾਂ ਤੋਂ ਜ਼ਿਆਦਾ ਕਿਸੇ ਦੀਆਂ ਅੱਖਾਂ ਤੇ ਪੱਟੀ ਬੰਨੀ ਨਹੀਂ ਹੋਈ। ਇਹ ਆਪਣੇ 5 ਰੁਪਏ ਲਈ ਤੁਹਾਡਾ 500 ਦਾ ਨੁਕਸਾਨ ਕਰ ਲੈਣਗੇ, ਲੇਕਿਨ ਜੋ ਚੋਰੀ ਦਾ ਇਕੱਠਾ ਕਰਕੇ ਉਹਨਾਂ ਨੂੰ ਫੜਾ ਦਿੰਦੇ ਨੇ, ਉਹ ਕੀ ਕਰਦੇ ਨੇ। ਚੋ ਸਭ ਅਗਰ ਤੁਸੀਂ ਪਿੱਛੋਂ ਸ਼ੁਰੂ ਹੋਵੋ ਮਿਰਜ਼ੇ ਦੀ ਜ਼ਿੰਦਗੀ 'ਚ, ਉਹਦੇ ਬੱਚਾ ਜ਼ਨਾ ਕਰਦਾ ਫੜਿਆ ਗਿਆ, ਕੋਈ ਫਰਕ ਹੀ ਨਹੀਂ ਪਿਆ। ਉਹਦੀ ਬੀਵੀ ਦੇ ਉੱਤੇ ਬੜੀਆਂ ਕਿਤਾਬਾਂ ਨੇ, ਬੜੇ ਐਵੀਡੈਂਸ ਨੇ ਕਿ ਉਹ ਖੁਦ ਜ਼ਨਾ ਕਰਦੀ ਸੀ, ਉੱਥੇ ਹੀ ਉਹਨੇ ਚਲਾਇਆ। ਉਸ ਤੋਂ ਬਾਅਦ ਅੱਗਿਓਂ ਤੁਸੀਂ ਇਹਨਾਂ ਦੀ ਔਲਾਦ, ਤੁਸੀਂ ਜਿਹੜੀਆਂ ਉਹਦੀਆਂ ਕਿਤਾਬਾਂ, ਮੈਂ ਇੱਕੋ ਹੀ ਕਿਤਾਬ ਪੜ੍ਹ ਲਓ, ਰਾਸਪੁਟੀਨ, ਰੱਬਾ ਕਾ ਰਾਸਪੁਟੀਨ, ਜੋ ਸਭ ਕੰਨਾਂ ਨੂੰ ਹੱਥ ਲਾਓਗੇ, ਤੁਸੀਂ ਮਾਫੀਆਂ ਮੰਗੋਗੇ ਕਿ ਯਾ ਅੱਲਾ ਬੜਾ ਤੇਰਾ ਅਹਿਸਾਨ ਹੈ, ਸਾਡੀ ਜਾਨ ਛੱਡੀ ਹੋਈ ਹੈ। ਉਸ ਤੋਂ ਬਾਅਦ ਉਹ ਤੇ ਪਤਾ ਨਹੀਂ ਹੁਣ ਇੰਨੇ ਸਾਲ ਹੋ ਗਏ ਨੇ, ਲਿਖਣ ਵਾਲੇ ਇਹਨਾਂ ਦੇ ਸੀ। ਉਹ ਸ਼ਫੀਕ ਮਿਰਜ਼ਾ ਕੋ ਬਾਹਰੋਂ ਨਹੀਂ ਸੀ ਬੰਦਾ ਆਇਆ, ਉਹ ਜਿਹੜਾ ਮੁਹੰਮਦ ਅਲੀ 35 ਚੱਕ ਵਾਲਾ, ਉਹ ਵੀ ਬਾਹਰੋਂ ਨਹੀਂ ਸੀ, ਉਹ ਵੀ ਇਹਨਾਂ ਵਿੱਚੋਂ ਹੀ ਸੀ, ਗੁਲਾਮ ਰਸੂਲ। ਤੇ ਉਹ ਤੁਸੀਂ ਪੜ੍ਹੋ ਤੇ ਤੁਸੀਂ ਕਹੋਗੇ ਯਾ ਅੱਲਾ ਇੰਨਾ ਇਨਸਾਨ ਗਿਰ ਸਕਦਾ ਹੈ। ਲੇਕਿਨ ਜੋ ਸਭ ਇਹ ਗੱਦਾਰੀ ਜਿਹੜੀ ਕੀਤੀ ਹੈ ਨਾ ਉਹਨਾਂ ਨੇ ਅੱਲਾ ਤੇ ਅੱਲਾ ਦੇ ਨਬੀ ਨਾਲ, ਇਹ ਉਹਦੇ ਅਸਰਾਤ ਜੇ। ਤੁਸੀਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਹੀ ਕਿਧਰੇ ਕੁਝ ਸੁਣਿਆ ਹੋਵੇ ਐਸਾ ਕੇਸ ਜਿਹੜਾ ਨਿਦਾ ਬੋਲੀ, ਲੇਕਿਨ ਨਿਦਾ ਬੋਲੀ ਹੈ ਤੇ ਤੁਹਾਨੂੰ ਨਾਲ ਹੀ ਉਹਦੀ ਮਾਂ ਦੀ ਗੱਲ ਸੁਣਨ ਆ ਗਈ ਹੈ, ਨਾਲ ਹੀ ਤੁਹਾਨੂੰ ਸ਼ੈਂਡੀ ਸ਼ਾਹ ਦੀ ਗੱਲ ਸੁਣਨ ਆ ਗਈ ਹੈ। ਇਹ ਕੌਣ ਲੋਕ ਨੇ ਇਹ ਜੋ ਸਭ? ਉਹ ਜਿਹੜੀ ਬਗੈਰਤੀ ਇਹਨਾਂ ਨੇ ਭਰੀ ਹੈ ਨਾ ਦੀਨ ਤੇ ਅੱਲਾ ਦੇ ਨਬੀ ਨੂੰ ਵੇਚ ਕੇ, ਇਹ ਉਹਦੇ ਅਸਰਾਤ ਨੇ, ਇਹ ਹੋਰ ਕੋਈ ਚੀਜ਼ ਨਹੀਂ ਜੇ। ਤੇ ਉਹ ਫਿਰ ਵਧੀ ਜਾਂਦੀ ਹੈ, ਫੁੱਲੀ ਜਾਂਦੀ ਹੈ, ਬੰਦੇ ਨੂੰ ਬੁਰਾਈ ਦਾ ਅਹਿਸਾਸ ਨਹੀਂ ਰਹਿੰਦਾ, ਬੰਦੇ ਦੇ ਵਿੱਚ ਗੈਰਤ ਮਰ ਜਾਂਦੀ ਹੈ। ਹੁਣ ਮੇਰੇ ਬੱਚੇ ਨੇ, ਉਹਨਾਂ ਵੱਲ ਕੋਈ ਵੇਖੇ, ਮੇਰੀਆਂ ਕੁੜੀਆਂ ਨੇ ਕੋਈ ਵੇਖੇ, ਮੈਂ ਮਰ ਨਾ ਜਾਵਾਂ ਤੇ ਨਾ ਕਿ ਆਪੇ ਹੀ ਮੂੰਹ ਕਾਲਾ ਕਰੋ, ਤੇ ਫਿਰ ਇਹਨਾਂ ਵਿੱਚੋਂ ਕਿਸੇ ਨੂੰ ਸ਼ਰਮ ਨਹੀਂ ਆਏਗੀ। ਇਹ ਸੱਪਾਂ ਦਾ ਇਹੋ ਜਿਹਾ ਟੋਲਾ, ਇਹਨਾਂ ਵਿੱਚ ਮਿੱਟੀ ਖਾਣ ਵਾਲਾ ਸੱਪ, ਉਹ ਜਿਹੜਾ ਵੇ ਅਬਦੁਲ ਗਫਾਰ ਜੰਬਾ, ਉਹ ਤੂਬਾ ਦੇ ਪਿੱਛੇ ਪਿਆ ਹੋਇਆ। ਹਾਂਜੀ, ਉਹ ਜੰਬੂ ਜੱਟ ਉਹਦੇ ਪਿੱਛੇ ਜੰਬੂ ਮਰਬੀ, ਸਾਰਿਆਂ ਤੋਂ ਨਾ ਚੱਪਲ ਮਾਸ ਜੇ ਸੱਪ, ਉਹ ਸੱਪਾਂ ਦੇ ਵਿੱਚੋਂ ਸਭ ਤੋਂ ਸ਼ਰੀਫ ਮਿੱਟੀ ਖਾਣ ਵਾਲਾ ਸੱਪ ਹੈ। ਤੇ ਉਹ ਕਹਿੰਦਾ ਮੈਂ ਉਹਦੇ ਪਿੱਛੇ ਪੈ ਜਾਣਾ। ਉਹ ਗੈਰਤ ਹੀ ਕੋਈ ਨਹੀਂ ਕਿਸੇ 'ਚ, ਨਾ ਉਹਦੀ ਤੂਬਾ ਦੇ ਕਿਸੇ ਭੈਣ ਭਰਾ, ਕਿਸੇ ਮਾਮੇ ਚਾਚੇ ਨੂੰ ਕੋਈ ਸ਼ਰਮ ਆਈ, ਨਾ ਉਸ ਬੁੱਢੇ ਬੰਦੇ ਨੂੰ ਸ਼ਰਮ ਆਈ, ਤੇ ਐਲਾਨ ਨਾ ਬਹਿ ਕੇ ਟੀਵੀ ਦੇ ਉੱਤੇ ਐਲਾਨ ਪੇ ਕਰਦੇ ਨੇ। ਉਹ ਤੁਸੀਂ ਸ਼ੈਂਡੀ ਸ਼ਾਹ ਦੀ ਗੱਲ ਸੁਣੋ ਤੇ ਤੁਸੀਂ ਕਹੋ ਯਾ ਅੱਲਾ ਇਹ ਕਿਹੜੇ ਕੰਜਰ ਨੇ। ਜੋ ਮੈਂ ਇੱਕ ਕਿਤਾਬ ਪੜ੍ਹੀ ਸੀ ਸਕੂਲ ਤੇ ਢਾਕਾ ਦੀ, ਜਿਹੜੀ ਰਿਪੋਰਟ ਸੀ ਹਮੂਦ ਰਹਿਮਾਨ ਕਮਿਸ਼ਨ, ਉਹਦੇ ਵਿੱਚ ਕੁਝ 6-7 ਸਫ਼ੇ ਨੇ ਜਨਰਲ ਯਾਹਿਆ ਦੀ ਆਪਣੀ ਕਿਤਾਬ, ਆਪਣੀ ਜ਼ਿੰਦਗੀ ਦੇ ਬਾਰੇ। ਮੈਂ ਜਦੋਂ ਪੜ੍ਹਨ ਲੱਗਾ ਤਾਂ ਮੈਨੂੰ ਲੱਗਿਆ ਕਿ ਮੈਂ
ਇਹ ਸਕੂਲ ਤੇ ਡਾਕਾ ਜਾਂ ਡਾਊਨਫਾਲ ਆਫ ਢਾਕਾ ਜਾਂ ਉਹ ਚੀਜ਼ ਨਹੀਂ ਪੜ੍ਹਿਆ, ਮੈਂ ਤੇ ਕੰਜਰਾਂ ਦੀ ਜ਼ਿੰਦਗੀ ਪੜ੍ਹਿਆ ਹਾਂ। ਇਸੇ ਤਰ੍ਹਾਂ ਇਹਨਾਂ ਦੀ ਤੁਸੀਂ ਪੜ੍ਹੋ, ਤੁਸੀਂ ਕਿਸੇ ਨਾਲ ਗੱਲ ਕਰੋ, ਜੋ ਸਭ ਗੈਰਤ ਨਾਂ ਦੀ ਸ਼ੈ ਹੀ ਹੈ ਨਹੀਂ। ਕਿੱਥੇ ਤੁਸੀਂ ਮਰ ਗਏ ਹੋ ਯਾਰ, ਆਖਰ ਇਨਸਾਨ ਹੋ, ਕੋਈ ਥੋੜਾ ਜਿਹਾ ਕਿਸੇ ਨੇ ਕਿੰਨੇ ਪ੍ਰੋਟੈਕਟ ਕਰਨਾ, ਆਪਣੀਆਂ ਧੀਆਂ ਭੈਣਾਂ ਬੇਟੀਆਂ ਨੂੰ ਕਿੰਨੇ ਬੋਲ ਦਾ ਧਿਆਨ ਰੱਖਣਾ ਜੇ। ਕੋਈ ਤਾਂ ਬੰਦਾ ਹੋਵੇਗਾ ਨਾ, ਤੁਹਾਡੇ ਭੈਣ ਭਰਾ ਮਾਂ ਪਿਓ, ਕਿਸੇ ਨੂੰ ਤੇ ਸ਼ਰਮ ਹੋਣੀ। ਉਹ ਮਤਲਬ ਪਿਓ ਲੁਕਮਾਨ, ਉਹ ਏਡਾ ਵੱਡਾ ਉਹਦੇ ਕੋਲ ਉਹਦੇ ਏਡੇ ਵੱਡੇ ਉਹ ਦਰਜੇ ਤੇ ਬੈਠਾ ਹੋਇਆ, ਤੇ ਕਰਤੂਤ ਹੈ ਵੇ ਕਿ ਆਪਣੀ ਕੁੜੀ ਨੂੰ ਭੇਜਦਾ ਪਿਆ ਕਿ ਜਾ ਥੋੜੇ ਜਿਹੇ ਪੈਸੇ ਮਿਲ ਜਾਣਗੇ। ਉਹ ਕਾਹਦੇ ਯਾਰ ਤੁਸੀਂ ਬੰਦੇ ਹੋ। ਉਹ ਡਾਕਟਰ ਮੁਬਸ਼ਰ, ਉਹ ਕਰਤੂਤ ਦੇਖੋ ਤੇ ਉਮਰ ਵੇਖੋ ਤੇ ਡਾਕਟਰੀ ਦੀ ਡਿਗਰੀ ਵੇਖੋ। ਤੁਹਾਡੇ ਨਾ ਸ਼ੋਆਂ ਦੇ ਵਿੱਚ ਆਉਂਦੇ ਨੇ YouTube ਤੇ, ਬੜੀਆਂ ਸੋਹਣੀਆਂ ਗੱਲਾਂ ਕਰਨਗੇ, ਲੇਕਿਨ ਜਦੋਂ ਇਹਦੀ ਗੱਲ ਹੋਏਗੀ ਨਾਲ ਹੀ ਮਰ ਜਾਣਗੇ। ਉਹ ਕੋਈ ਸੱਚ ਸੁਣ ਕੇ ਸੱਚ ਕਹਿ ਕੇ ਰਾਜ਼ੀ ਨਹੀਂ ਹੈ ਇਹਨਾਂ ਵਿੱਚੋਂ। ਉਹ ਕੋਈ ਤਾਂ ਬੰਦਾ ਹੁੰਦਾ ਨਾ ਕਹਿੰਦਾ ਕਿ ਯਾਰ ਠੀਕ ਹੈ ਭਾਈ, ਮੇਰੀ ਗੱਲ ਗਲਤ ਹੈ ਕਿਧਰੇ ਨਾ। ਮਿਰਜ਼ੇ ਦੇ ਸਾਰੇ ਝੂਠ ਕਹਿੰਦੇ ਨੇ, ਬੜੀਆਂ ਸੋਹਣੀਆਂ ਗੱਲਾਂ ਨੇ, ਗੈਰਤ ਹੀ ਕਿਧਰੇ ਆਨੇ। ਮੈਂ ਯਕੀਨ ਕਰੋ, ਮੈਂ ਤੁਹਾਨੂੰ ਦੱਸਿਆ ਸੀ ਪਿੱਛੇ, ਮੈਂ ਬੜਾ ਡਿਸਟਰਬ ਹੋਇਆ ਸੀ ਜਦੋਂ ਸੁਣੀ ਇਹ ਗੱਲ। ਮੈਂ ਪਹਿਲੇ ਪੜ੍ਹੀ ਸੀ ਉਦੋਂ ਮੈਂ ਮੰਨਿਆ ਹੀ ਨਹੀਂ ਸੀ ਯਾਰ ਇਸ ਤਰ੍ਹਾਂ ਹੋ ਸਕਦਾ। ਮੈਂ ਕਿਹਾ ਐਵੇਂ ਕਿਸੇ ਨੇ ਇਲਜ਼ਾਮ ਲਾ ਦਿੱਤਾ, ਉਹ ਜਮਾਤ ਚੋਂ ਨਿਕਲ ਗਏ ਨੇ, ਕੋਈ ਉਹਨਾਂ ਦਾ ਮਸਲਾ ਹੋਣਾ ਸ਼ਫੀਕ ਮਿਰਜ਼ਾ ਦਾ ਜਾਂ ਗੁਲਾਮ ਰਸੂਲ ਦਾ ਜਾਂ ਕਿਸੇ ਹੋਰ ਦਾ। ਚਲੋ ਉਹ ਸਾਡੀ ਜ਼ਿੰਦਗੀ 'ਚ ਵੀ ਨਹੀਂ। ਇਹ ਤੇ ਕੁੜੀ ਜਿਸ ਤਰ੍ਹਾਂ ਚੀਖੀ ਹੈ, ਜਿਸ ਤਰ੍ਹਾਂ ਨਿਦਾ ਦੀ ਮਾਂ ਚੀਖਦੀ ਹੈ ਬੇਫਾਇਦਾ, ਤੁਸੀਂ ਹੈਰਾਨ ਹੋ ਜਾਂਦੇ ਯਾਰ। ਤੇ ਉਹ ਜਿਸ ਤਰ੍ਹਾਂ ਸ਼ੈਂਡੀ ਸ਼ਾਹ ਪਿਆ ਬੋਲਦਾ ਹੈ, ਉਹਨੂੰ ਤਾਂ ਲੱਗਦਾ ਕਿ ਜਿਸ ਤਰ੍ਹਾਂ ਜਿਹੜਾ ਤੁਸੀਂ ਸੂਰਾਂ ਦੀ ਗੱਲ ਪੇ ਕਰਦੇ ਸੀ ਨਾ, ਉਹ ਨਸਲੀ ਸੂਰ। ਕਿਧਰੇ ਇਸ ਵੇਲੇ ਤੁਹਾਡੇ ਵਾਲੇ ਪਾਸੇ ਉਧਰ ਸੂਰਾਂ ਦੇ ਮਾਰਨ ਦੀ $70-75 ਦੇ ਰਹੇ ਨੇ, ਤੇ ਇਹਨਾਂ ਵਿੱਚ ਵੀ ਕਿਧਰੇ ਉਹਨਾਂ $70-75 ਦੇ ਕੇ ਤੇ ਮਰਵਾ ਦਫਾ ਕਰੋ ਇਹਨਾਂ ਕੰਜਰਾਂ ਨੂੰ। ਅੱਲਾ ਜੀ ਇਹਨਾਂ ਨੂੰ ਹਦਾਇਤ ਦੇ। ਮੈਂ ਤੁਹਾਨੂੰ ਨਾ 2-4 ਹੋਰ ਗੱਲਾਂ ਪੜ੍ਹ ਕੇ ਸੁਣਾਣਾ, ਤਾਂ ਕਿ ਫਿਰ ਅਸੀਂ ਹੋਰ ਕੋਈ 2-4 ਮਿੰਟ ਗੱਲ ਕਰੀਏ, ਫਿਰ ਇਜਾਜ਼ਤ ਲਈਏ ਦੋਸਤਾਂ ਅੱਛਾ, ਇੱਕ ਛੋਟੀ ਜਿਹੀ ਮੈਂ ਰਿਕੁਐਸਟ ਕਰਨਾ ਤੁਹਾਨੂੰ ਜੀ, ਪਰਸਨਲ ਮੇਰੀ ਰਿਕੁਐਸਟ ਹੈ, ਇਹਨਾਂ ਦੇ ਅੱਗੇ ਹੱਥ ਨਾ ਜੋੜੀ ਹੋ ਜਾ, ਇਹਨਾਂ ਨੂੰ ਤੁਸੀਂ ਤਰਲਾ ਨਹੀਂ ਪਾਉਣਾ। ਅੱਛਾ ਸਭ ਏਡੇ ਸੋਹਣੇ ਮਾਸ਼ਾਅੱਲਾ ਜਵਾਨ ਮੇਰੇ ਬੱਚੇ ਹੋ, ਮੇਰੇ ਕਲੇਜੇ ਹੱਥ ਪੈਂਦਾ, ਕਿਹੜੀ ਗੱਲੋਂ ਬਗੈਰਤਾਂ ਦੇ ਹੱਥ ਜੋੜੀਏ। ਇਹਨਾਂ ਨੂੰ ਇਹੀ ਕਹਿੰਦੇ ਆ ਕੰਜਰਪੁਣਾ ਛੱਡ ਦਿਓ। ਉਹ ਠੀਕ ਹੈ, ਤੁਸੀਂ ਆਪਣਾ ਵੱਖਰਾ, ਮੈਂ ਤੇ ਹਿੰਦੂਆਂ ਸਿੱਖਾਂ ਨਾਲ ਕੰਮ ਕਰਨਾ ਵਾ, ਮੈਂ ਯਹੂਦੀ ਮੇਰੇ ਸਾਰੇ ਸਪਲਾਇਰ ਨੇ, ਸਾਡਾ ਬੜਾ ਇੱਜ਼ਤ ਦਾ ਮਾਮਲਾ ਹੈ। ਇਹਨਾਂ ਦੇ ਅੱਗੇ ਬਗੈਰਤਾਂ ਦੇ ਅੱਗੇ ਹੱਥ ਕਿਉਂ ਜੋੜੀਏ। ਇਹਨਾਂ ਨੂੰ ਆਪਣਾ ਜੋ ਕੰਜਰਪੁਣਾ ਕਰਨਾ ਕਰੋ, ਸਾਨੂੰ ਕਾਹਦਾ ਮਸਲਾ ਹੈ। ਇਹ ਮੇਰੀ ਰਿਕੁਐਸਟ ਹੈ, ਮੈਨੂੰ ਬੜੀ ਤਕਲੀਫ ਹੁੰਦੀ ਜਦੋਂ ਤੁਸੀਂ ਇਹਨਾਂ ਦੇ ਅੱਗੇ ਹੱਥ ਜੋੜਦੇ ਹੋ। ਕੁਰੈਸ਼ੀ ਸਾਹਿਬ ਤੁਸੀਂ ਨਾ ਰਹੋ 2 ਮਿੰਟ, ਮੈਂ 2-4 ਲੈਣਾ ਤੁਹਾਨੂੰ ਸੁਣਾਉਣਾ। ਤੁਸੀਂ 2 ਮਿੰਟ ਨਾ ਰਹੋ ਤੇ ਮੈਂ ਨਾ ਤੁਹਾਨੂੰ 2-4 ਲੈਣਾ ਹੋਰ ਇਹਦੇ ਰਸਾਲੇ ਦੀਆਂ ਸੁਣਾਉਣਾ, ਠੀਕ ਹੈ ਜੀ। ਮੈਂ ਸੁਣਨਾ ਜੀ ਚਾਹ ਸਾਹਿਬ। ਲਓ ਜੀ, ਮਿਰਜ਼ਾ ਸਾਹਿਬ ਦੀਆਂ ਮੇਰੇ ਕੋਲ ਤੇ ਇੱਥੇ ਪੰਡਾਂ ਨਾ ਲਿਖੀਆਂ ਨੇ, ਮੈਨੂੰ ਤੇ ਇਹ ਕੋਈ ਮਲੰਗ ਆਏਗਾ ਤੇ ਆਣ ਕੇ ਦੱਸੇਗਾ ਇਸ ਕਬਰਸਤਾਨ ਦਾ ਜਿਹੜੀ ਲਾਨਤ ਇਹਨਾਂ ਦੀ। ਇਹਨੂੰ ਤੇ ਕਬਰਸਤਾਨ ਕਹਿਣਾ ਮੇਰੇ ਹੱਥ ਤਹੀਨ ਹੈ। ਐਨੀਵੇ ਲਓ ਜੀ, ਮਿਰਜ਼ਾ ਲਿਖਦਾ ਹੈ ਉਸੇ ਰਸਾਲੇ ਅਲ ਵਸੀਅਤ 'ਚ, ਸੁਣੀ ਜਾਓ ਮਿਰਜ਼ੇ ਦੀਆਂ ਚਲਾਕੀਆਂ। ਆਪਣਾ ਕੁਰੈਸ਼ੀ ਸਾਹਿਬ, ਬਗੈਰਤੀਆਂ, ਹਾਂਜੀ ਬਗੈਰਤੀਆਂ ਇਹਨਾਂ ਦੀਆਂ ਸੁਣੋ ਜੀ। ਆਂਦਾ ਸਫਾ ਨੰਬਰ 321 ਤੇ, ਕਿਉਂਕਿ ਇਹ 301 ਜਿਹੜੀ ਰੂਹਾਨੀ ਖਜ਼ਾਇਨ ਜਿਹੜੀ ਜਿਲਦ ਹੈ ਨਾ, ਉਹ 20 ਉਹਦੇ 301 ਤੋਂ ਸ਼ੁਰੂ ਹੁੰਦੀ ਹੈ ਰਸਾਲਾ। 20 ਸਫੇ ਦਾ ਰਸਾਲਾ, 20-21 ਸਫੇ ਦਾ। ਉਹਦੇ ਸਫਾ ਨੰਬਰ 321 ਤੇ ਲਿਖਿਆ ਹੈ ਕਿ ਕੋਈ ਨਦਾਨ, ਇਹ ਮਿਰਜ਼ਾ ਪਿਆ ਆਂਦਾ ਮਲੰਗ ਮਲੰਗਣੀਆਂ ਨੂੰ, ਆਂਦਾ ਕੋਈ नदान इस कब्रिस्तान और इस इंतजाम को बिद्दत ना समझे। पहलों पता सी बिद्दत है। ये इंतजाम हसबे वही इलाही है, वो हकीकी सलाम जित नहीं ते सलाम ते मुकम्मल हो गया दीन। अल्लाह पाक ने कुरान च फरमाया दीन मुकम्मल हो गया, ਤੇ ਤੈਨੂੰ ਆ ਕਬਰਾਂ ਧੰਦਾ ਕਿੱਥੋਂ ਮਿਲਿਆ? ਤੂੰ ਖਾਬ ਬਿਆਨ ਕੀਤੀ ਹੈ।
ਆਂਦਾ ਕੋਈ ਇਸ ਕਬਰਸਤਾਨ ਨੂੰ ਬਿਦਤ ਨਾ ਸਮਝੇ। ਠੀਕ ਹੈ ਜੀ। ਅੱਗੇ ਕੀ ਲਿਖਦਾ ਹੈ? ਅੱਗੇ ਲਿਖਦਾ ਹੈ ਨਾਬਾਲਗ ਬੱਚੇ ਇਸमें ਦਫਨ ਨਹੀਂ ਹੋਣਗੇ। ਕ੍ਰਿਸ਼ੀ ਸਾਹਿਬ ਸੁਣਿਓ ਜਰਾ ਧਿਆਨ ਨਾਲ, ਇੱਕ ਦੋ ਅੱਗੇ ਚੀਜ਼ਾਂ ਹੋਣੀਆਂ ਨੇ। ਕ੍ਰਿਸ਼ੀ ਸਾਹਿਬ ਆਵਾਜ਼ ਆ ਰਹੀ? ਜੀ ਜੀ। ਹਾਂਜੀ, ਨਾਬਾਲਗ ਬੱਚੇ ਇਸमें ਦਫਨ ਨਹੀਂ ਹੋਣਗੇ। ਤੇ ਹੁਣ ਤੇ ਤੁਸੀਂ ਨਾਬਾਲਗ ਬੱਚਿਆਂ ਦੀ ਵੀ ਕਰੀ ਹੁੰਦੀ ਵਸੀਅਤ, ਪੈਸੇ ਚਾਹੀਦੇ ਨੇ। ਪੈਸੇ ਚਾਹੀਦੇ। ਮਿਰਜ਼ੇ ਨੇ ਲਿਖਿਆ ਨਾਬਾਲਗ ਨਹੀਂ ਹੋਣਗੇ ਤੇ ਮਸਰੂਰਾ ਜਾਹਲ ਤੇ ਉਹ ਮਿਰਜ਼ਾ ਤਾਹਰ ਉਹਦੇ ਬਦਕਾਰ ਦੇ ਹੁੰਦਿਆਂ ਇਹ ਬਾਕੀ ਜਿੰਨੇ ਸਨ ਇਹਨਾਂ ਯਾਨਿਆਂ ਦੀਆਂ ਵਸੀਅਤਾਂ ਕੀਤੀਆਂ ਨੇ। ਬਿਲਕੁਲ ਕੀਤੀਆਂ ਹੋਈਆਂ ਨੇ ਜੀ। ਨੰਬਰ 1। ठीक है, आगे चलो। नाबालिग इसमें दफन नहीं होंगे क्योंकि वो बिश्ती हैं। ते हुण दोज़की हो गए ने, हुण क्यों करदे उन्हां दियां है पैसे। अच्छा जी। ਅੱਗੇ ਲਿਖਦਾ ਹੈ, ਅੱਗੇ ਇੱਕ ਵੇਖੋ, ਇਹ ਤੇ ਗੌਰ ਕਰੋ ਮਿਰਜ਼ੇ ਦੀ ਚਲਾਕੀ। ਉਹਨੂੰ ਪਤਾ ਸੀ ਮੈਂ ਬੇਈਮਾਨ ਆ ਤੇ ਮੇਰੇ ਮੰਨਣ ਵਾਲੇ ਮੇਰੇ ਤੋਂ ਵੱਧ ਬੇਈਮਾਨ ਨੇ। ਇੱਥੋਂ ਤੁਸੀਂ ਅੰਦਾਜ਼ਾ ਕਰ ਲਿਓ। ਮਿਰਜ਼ਾ ਲਿਖਦਾ ਸ਼ਿਕ ਨੰਬਰ 4 ਰਸਾਲਾ ਵਸੀਅਤ ਦੀ। जी आंदा है और ना इस कब्रिस्तान में उस मैयत का कोई दूसरा अजीज दफन होगा। जे पैसे प्यो दिते ने ते जे प्यो आखे कि मैं नहीं हुंदा या वो किते आ ना सके या कोई मसला बन जे ते मुंडा नहीं दफन हो सकता। तुहानू समझ आई गल दी? बिल्कुल सब जिहदा नाम कबर देखो हो आएगा। ये एडी कोई कौन बंदा है? कबर ट्रांसफर नहीं हो सकती। नहीं, कोई बंदा ऐसा है, अल्लाह माफी दो, मैनू याद आया वो एक ना लैन गए, वो मौलवी लैन गए बंदे कोई किसी पिंड दे। वो आख मौलवी आखन लगा मैं नहीं जाना, मेरी फीस बड़ी है। उन्हें आख्या तेरी फीस क्यों बड़ी है? उन्हें आख्या मैं रुपया 1000 लैना मुर्दा नवाई। उन्हें कहा यार पिंड दे गरीब बंदे ने, मौलवी साहब फीस घटाओ। उन्हें कहा मैं फीस नहीं घटानी, ये मैं कर सकना भई वड्डे मुर्दे दे नाल एक मैं तुहाडा फ्री नवा दिया करांगा। ठीक है गल। 1000 लांगा ते जे Buy किसी one ने get फायदा one लेना free। ते एक निक्का मार के ते नाल नवा लो फ्री। बिल्कुल सही है। मिर्जा आंदा है कि जिहदी वसीयत है वही आ सकदा है, दूजे दा नां ना लिखा के मसलन मैनू दान ला जियो। नॉन ट्रांसफरेबल। अंदाजा कर लो कैसा कैसा बिजनेस ज़हन है। सियाना है। अगे अगे वेखो, एक अगे होर ਇਹਦੇ ਤੇ ਕੋਈ 100 प्रोग्राम हो सकता है। अगे मिर्जा लिखता है शिक नंबर 6, अगर कोई ताउन से फौत हो जाए, ਉਹ ਕਾਦੀਆਨੀ ਹੋ ਤੁਸਾਂ ਦੇ ਹੁਣ ਤੱਕ ਭੰਗੜੇ ਪਾਉਂਦੇ ਹੋ ਕਿ ਸਾਡਾ ਕੋਈ ਤਾਉਨ ਨਾ ਮਰਿਆ ਹੀ ਨਹੀਂ ਸੀ। ਬਕਵਾਸ। ਤੇ ਮਿਰਜ਼ਾ ਤੇ ਆਂਦਾ ਹੈ ਮੂਸੀ ਜਿਹੜੇ ਨੇ ਉਹ ਖਾਸ ਜਨਤੀ ਨੇ ਤੇ ਤੁਹਾਡੇ ਦੇ ਜਨਤੀਆਂ ਦੇ ਬਾਰੇ ਚ ਜੇ ਤੁਹਾਂ ਤਾਉਨ ਨਾ ਮਰਨਾ ਹੀ ਨਹੀਂ ਸੀ, ਇਹ ਲਿਖਣ ਦੀ ਲੋੜ ਕੀ ਹੈ? ਕਿਉਂ ਜੀ ਕ੍ਰਿਸ਼ੀ ਸਾਹਿਬ? ਉਦੋਂ ਮਰਦੇ ਹਨ ਤਾਉਨ ਨਾ ਇਹ ਆਪੇ ਆਪਣਾ ਟੱਬਰ ਸਾਰਾ ਲੈ ਕੇ ਘਰੋਂ ਬਾਹਰ ਟਾਈਮ ਨਿਕਲ ਗਿਆ ਸੀ ਜੀ। ਇਹਨੇ ਕੁਰਾਨ ਹਦੀਸ ਬਦਲ ਦਿੱਤੀ ਸੀ ਉਹ ਤਾਉਨ ਦਾ ਕਰਕੇ। ਤਾਉਨ ਦੇ ਬਾਰੇ ਹਦੀਸ ਹੈ ਕਿ ਤੁਸੀਂ ਜੇ ਉੱਥੇ ਹੋ ਤਾਂ ਨਿਕਲੋ ਨਾ, ਜੇ ਤੁਸੀਂ ਉੱਥੇ ਗਏ ਨਹੀਂ ਹੋ ਤੇ ਜਾਓ ਨਾ ਉਸ ਜਗ੍ਹਾ 'ਚ ਜਿੱਥੇ ਤਾਉਨ ਆ ਗਈ। ਇਹ ਉੱਥੋਂ ਆਪਣਾ ਟੱਬਰ ਲੈ ਕੇ ਨਿਕਲ ਗਿਆ ਸੀ। ਆਪਣੀ ਜਗ੍ਹਾ ਦੇ ਵਿੱਚ ਲਿਖਦਾ ਕਿ ਲਾਹੌਰੋਂ ਮੈਨੂੰ ਫਨਾਇਲ ਦੀਆਂ ਗੋਲੀਆਂ ਲਿਆਈਓ। ਇਹ ਮੇਰੇ ਘਰ ਵੀ ਹੋਣਾ ਸ਼ੁਰੂ ਹੋ ਗਿਆ, ਗਿਲਟੀਆਂ ਨਿਕਲਣ ਲੱਗ ਪਈਆਂ ਨੇ। ਇਹ ਤੇ ਝੂਠ ਹੈ, ਬੋਲੀ ਜਾਓ ਜਿੰਨਾ ਮਰਜ਼ੀ। ਅੱਗੇ ਚਲੋ ਵੇਖੋ ਨਾ, ਜੇ ਤਾਉਨ ਦੇ ਨਾਲ ਕਿਸੇ ਨੇ ਮਰਨਾ ਨਹੀਂ ਸੀ ਤੇ ਮੂਸੀ ਦੇ ਬਾਰੇ ਚ ਲਿਖਣ ਦੀ ਕੀ ਲੋੜ ਸੀ? ਮਿਰਜ਼ੇ ਨੇ ਲਿਖਿਆ ਹੈ ਕਿ ਮੇਰੇ ਘਰ ਦੇ ਅੰਦਰ ਜਿਹੜਾ ਹੋਏਗਾ ਤਾਉਨ ਤੋਂ ਬਚਿਆ ਜਾਏਗਾ। ਤੇ ਮਿਰਜ਼ੇ ਲਿਖਿਆ ਘਰ ਤੋਂ ਮੁਰਾਦ ਹਰ ਉਹ ਬੰਦਾ ਜਿਹੜਾ ਮੈਨੂੰ ਮੰਨਦਾ ਹੈ। ਬਿਲਕੁਲ ਉਥੋਂ ਤੱਕ ਮੇਰਾ ਘਰ ਫੈਲਿਆ। ਝੂਠੋ ਝੂਠ 44 ਤਾਉਨ ਨਾਲ ਜਿਹੜਾ ਮਰ ਜੇ ਉਹਨੂੰ ਮਿਰਜ਼ਾ ਅੱਗੇ ਲਿਖਦਾ 2 ਸਾਲ ਤੱਕ ਉੱਥੇ ਡੱਬੇ 'ਚ ਪਾ ਕੇ ਤੇ ਆਪਣੇ ਇਲਾਕੇ 'ਚ ਦੱਬਣਾ ਹੈ। ਤੇ ਉਦੋਂ ਮਈਅਤ ਲੈ ਕੇ ਆਉਣੀ ਹੈ ਜਦੋਂ ਨਾ ਉੱਥੇ ਤਾਉਨ ਹੋਏ ਤੇ ਨਾ ਕਾਦੀਆਂ 'ਚ ਹੋਏ। ਉਹ ਜਦੋਂ ਤਾਉਨ ਨਾਲ ਤੁਸਾਂ ਮਰਨਾ ਹੀ ਨਹੀਂ, ਤੁਸਾਂ ਤੁਹਾਡਾ ਕਲੇਮ ਹੈ ਕਿ ਤਾਉਨ ਤੇ ਮਿਰਜ਼ਾ ਸਾਹਿਬ ਦੀ ਸੱਚਾਈ ਸਾਬਤ ਕਰਨ ਆਈ ਸੀ ਤੇ ਸਾਡਾ ਕੋਈ ਨਹੀਂ ਸੀ ਮਰਿਆ।
ਤੇ ਤੁਹਾਡੇ ਰਸਾਲਾ ਅਲ ਵਸੀਅਤ ਚ ਕਿਉਂ ਮਿਰਜ਼ੇ ਨੇ ਲਿਖਿਆ ਹੋਇਆ? ਉਹ ਮਲੰਗੋ ਆਓ ਦੱਸੋ ਆਣ ਕੇ। ਅੱਗੇ ਚਲੋ ਜੀ, ਅੱਗੇ ਵੇਖੋ ਸ਼ਿਕ ਨੰਬਰ ਇਹਦੀ 12, ਇਹਦੇ ਚ ਲਿਖਿਆ है कि अगर कोई शख्स वसीयत करके फिर किसी अपने ज़ोफ ईमान की वजह से अपनी वसीयत से मुनकर हो जाए या इस सिलसिला से रूगर्दान हो जाए तो गो अंजमन ने कानूनी तौर पर उसके माल पर कब्जा कर लिया हो, फिर भी जायज ना होगा वो माल अपने पास रखे बल्कि वापस लौटा दे। देखें, मिर्जा इसमें लिख के गया हुआ है कि वो लोग जिन्होंने वसीयत की है, किसी वजह से वसीयत मनसूख होती है, वो अपने पैसे वापस ले सकते हैं। कादियानियों, मैं तुहानू ग्रंटेड कहना ये भी इन्हें शिक कढ़ छड़नी है, क्योंकि रद्दो बदल करते रहते हैं। अपने अपने पैसे ना बदकारां जानियां को ले लो, ये तुहाडे बच्चों के पैसे ने, तुसां जे देने ने तो किसी जरूरतमंद नूं दिओ। ज़नाह दे अड्डे चलाने वास्ते ना पैसे दिओ, कोई गैरत करो, ले लो। और कई लैंड है ने, ताह डार साहब ने इन्हां दे मगर चढ़े सन, इन्हां चुप करके उन्हां दे ते उन्हां दी वाइफ दे पैसे उहदे अकाउंट च पाते सन, चुप करके। मतलब की सी कि जे अदालत गया ਤੇ ਦੁਨੀਆ 'ਚ ਭੰਡੀ ਸਾਡੀ ਹੋਏਗੀ ਤੇ ਹੋ ਸਕਦਾ 10 20 50 ਮਲੰਗ ਹੋਰ ਵੀ ਮੰਗਣ ਡੈ ਪਣ, ਇੱਕ ਨੂੰ ਦੇ ਕੇ ਨਾ ਜਾਨ ਛਡਾਓ ਤੇ ਜਾਨ ਛਡਾਓ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਬਕਾਇਦਾ ਇਹਨਾਂ ਕੋਲੋਂ ਲੈ ਕੇ ਇੱਥੇ ਕਾਨੂੰਨ ਬਣਵਾ ਹੜਨਾ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਗਰ ਕੋਈ ਫੈਸਲਾ ਹੋ ਜਾਂਦਾ ਉਹ ਐਜ਼ ਏ ਹਵਾਲਾ ਦੂਸਰੀ ਕੋਰਟ 'ਚ ਇਸਤੇਮਾਲ ਹੁੰਦਾ ਹੈ। ਬਿਲਕੁਲ ਬਿਲकुल ਅਸੀਂ ਕੋਸ਼ਿਸ਼ ਕਰਨੇ ਪਏ, ਇਨਸ਼ਾਅੱਲਾ ਅਸੀਂ ਇਹਨਾਂ ਦੇ ਕੋਲੋਂ ਐਸਾ ਇੱਕ ਬੁਨਿਆਦ ਬਣਾ ਦਿਆਂਗੇ ਕਿ ਕੋਈ ਕਾਦੀਆਨੀ ਇਹਨਾਂ ਨੂੰ ਆਵਾਜ਼ ਮਾਰੇ ਤੇ ਨੱਸ ਕੇ ਪੈਸੇ ਦੇਣ। ਇਹਨਾਂ ਪਹਿਲਾਂ ਨੱਸ ਜਾਣਾ ਬਦਕਾਰਾਂ ਨੇ, ਇਹਨਾਂ ਨੇ ਨਾ ਤੰਬੂ ਇਕੱਠੇ ਕਰਨ ਡਏ ਨੇ। ਕੁਝ ਖਬਰਾਂ ਮੈਨੂੰ ਮਿਲ ਰਹੀਆਂ ਨੇ ਕਿ ਮਿਰਜ਼ਿਆਂ ਦੀਆਂ ਕਈ ਕੁੜੀਆਂ ਉਹ ਨਿਦਾ ਵਾਂਗੂ ਛੱਡ ਕੇ ਬਾਹਰ ਆਉਣਾ ਚਾਹੁੰਦੀਆਂ ਨੇ। ਇਹ ਮੈਨੂੰ ਕੱਲ ਖਬਰ ਮਿਲੀ। ਮਿਰਜ਼ੇ ਮਸਰੂਰ ਦੀ ਬੜੀ ਕਲੋਜ਼ ਇੱਕ ਕੁੜੀ ਉਹ ਛੱਡ ਕੇ ਮੁਸਲਮਾਨ ਹੋਣਾ ਚਾਹੁੰਦੀ ਹੈ। ਚਲ ਸਭ 17 ਅਹਿਮਦ ਜਿਹੜੀ ਹੈ ਇਹਨਾਂ ਦੀ ਲਜਨਾ ਦੀ ਸੈਕਟਰੀ ਸੀ, ਉਹ ਮੁਸਲਮਾਨ ਹੋ ਗਈ ਹੈ। ਹਾਂ, ਤੇ ਬੜੀ ਸੋਹਣਾ ਬੋਲਦੀ ਹੈ ਕੁੜੀ ਪਈ। ਬਿਲਕੁਲ, ਜਿਹੜਾ ਬੰਦਾ ਸੱਚ ਬੋਲਦਾ ਸੋਹਣਾ ਹੀ ਬੋਲਦਾ। ਉਹਦੀ ਤੁਸੀਂ ਦਲੀਲ ਦੇਖੋ, ਉਹਦੀ ਅਕਲ ਦੇਖੋ, ਉਹਦਾ ਬੋਲਣਾ ਦੇਖੋ, ਉਹਦੀ ਅਦਾਇਗੀ ਦੇਖੋ, ਉਹਦਾ ਮਜ਼ਹਬ ਦੇ ਉੱਤੇ ਨੌਲੇਜ ਦੇਖੋ। ਉਹ ਮਾਸ਼ਾਅੱਲਾ ਬਹੁਤ ਸੋਹਣਾ ਬੋਲਦੀ ਹੈ। ਮੈਂ ਤੇ ਕਹਿੰਦਾ ਕਿ ਕੋਈ ਕੁੜੀਆਂ ਦਾ ਚੈਨਲ ਹੋ ਜਾਵੇ ਜਿਹਦੇ ਵਿੱਚ ਇਹ 3-4 ਹੈ ਨੇ ਸਾਡੇ ਕੋਲ। ਅਤੀਆ ਗਫਾਰ ਬਹੁਤ ਸੋਹਣਾ ਬੋਲਦੀ ਹੈ, ਖੜਕਾ ਕੇ ਬੋਲਦੀ ਹੈ। ਉਹ ਸਤਾਰਾ ਅਹਿਮਦ ਬਹੁਤ ਸੋਹਣਾ ਬੋਲਦੀ ਹੈ। ਉਹ ਕੁਛ ਕੁੜੀਆਂ ਨੇ ਜਿਹੜੀਆਂ ਜ਼ੌਕੇ ਆਗਾਹੀ ਦੇ ਚੈਨਲ 'ਚ ਲੱਗੀਆਂ ਹੋਈਆਂ ਨੇ। ਉਹ ਕਿ ਜ਼ਾਇਦਾ ਨਸਾਰ ਹੈ ਜਰਮਨੀ ਤੋਂ। ਇਹ ਸਾਰਾ ਬਹੁਤ ਸੋਹਣਾ ਕੰਮ ਕਰ ਸਕਦੀਆਂ ਨੇ। ਤੇ ਇਹਨਾਂ ਦੀ ਗੱਲ ਜਿਹੜੀ ਕੁੜੀਆਂ ਦੀ ਗੱਲ ਇਹ ਆਪਸ 'ਚ ਕਰ ਲੈਣ ਤੇ ਸਾਡੇ ਨਾਲੋਂ ਬਹੁਤ ਹੀ ਚੰਗੀ ਕਰ ਲੈਣਗੀਆਂ। ਬਾਕੀ ਇਹਨਾਂ ਦੇ ਪੱਲੇ ਹੁਣ ਕੁਛ ਨਹੀਂ, ਜਿਹਨਾਂ ਦੀਆਂ ਜਿਹੜੀਆਂ ਨਾ ਚੂਲਾਂ ਇਹ ਲਗਾਈਆਂ ਹੋਈਆਂ ਜੇ ਸਾਰਿਆਂ ਦੀਆਂ। ਕਿਸੇ ਨਾਲ ਵੀ ਗੱਲ ਕਰੋ। ਲਓ ਜੀ, ਤੁਹਾਨੂੰ ਮੈਂ ਇੱਕ ਹੋਰ ਸੁਣਾਉਣਾ। ਕ੍ਰਿਸ਼ੀ ਸਾਹਿਬ ਇੱਥੇ ਗੌਰ ਕਰੋ ਜੀ। ਚੋ ਸਾਹਿਬ ਅੱਗੇ ਲਿਖਿਆ ਜੀ ਸਫਾ ਨੰਬਰ 327, ਉਹਦੇ ਚ ਮਿਰਜ਼ਾ ਲਿਖਦਾ ਹੈ ਰੂਹਾਨੀ ਖਜ਼ਾਨ ਦਾ ਜਿਹੜਾ ਇਹਦਾ ਸਫਾ 327 ਹੈ, ਕਿਉਂਕਿ ਰਸਾਲਾ 301 ਤੋਂ ਸ਼ੁਰੂ ਹੁੰਦਾ ਹੈ ਤੇ ਇਹਦੇ ਚ ਸ਼ਰਤਾਂ ਪਾ ਕੇ 20 ਕੁ ਸਫੇ ਬਣਦੇ ਨੇ। ਅੱਗੇ ਨਾ ਲੰਮਾ ਚੌੜਾ ਕੀਤਾ ਇਹਨੂੰ। ਉਹਦੇ ਚ ਮਿਰਜ਼ਾ ਲਿਖਦਾ ਹੈ 327 ਸਫੇ ਤੇ कि मेरी निस्बत और मेरे अहलो याल की निस्बत माफी है, खुदा ने इस्तिस्ना रखा है। असा चंदा नहीं देना वसीयत दा। कबरां तुसां खरीदनियां ने ते जानियां ने फ्री दफन होना है। ए बामन ने मोढियां ते भी तुहां चुकना है। ए बामन ने बामन चौधरी साहब बामना दे उत्ते कोई कानून पूरा सुनो जी, पूरा सुनो। मेरी निस्बत और मेरे अहलो याल की निस्बत खुदा ने इस्तिस्ना रखा है। बाकी हर एक मर्द हो या औरत हो
उनको इन शराइत की पाबंदी लाजम है और सवाल करने वाला मुनाफिक है। बहुत आसान गल है। ਜਦੋਂ ਹਰ ਚੀਜ਼ ਜੋ ਅੱਲਾ ਨੇ ਪਹਿਲੇ ਦੱਸ ਛੱਡੀ ਇਹਨੂੰ ਫਿਰ ਇਹਦੇ ਪਿੱਛੇ ਕੱਲਾ ਖੜਾ ਹੋ ਗਿਆ ਕਿ ਵੀ ਤੂੰ ਜੋ ਬੋਲੇਗਾ ਨਾ ਤੇਰੀ ਗੱਲ ਦੇ ਮੈਂ ਪਿੱਛੇ ਹਾਂ ਤੇ ਇੱਕ ਗੱਲ ਨਹੀਂ ਇਹਦੀ ਆਪਸ ਚ ਰਲੀ। ਅੱਲਾਹੁ ਅਕਬਰ। ਮੈਨੂੰ ਮਾਫੀ ਹੈ ਕਿਉਂਕਿ ਮੈਂ ਹਰ ਭੈੜਾ ਕੰਮ ਕਰਨਾ, ਮੇਰੇ ਟੱਬਰ ਨੂੰ ਵੀ ਮਾਫੀ, ਉਹਨਾਂ ਨੇ ਉਹ ਕੰਮ ਕਰਨਾ ਕਿ ਕੰਨਾਂ ਨੂੰ ਹੱਥ ਲਾਉਂਦੇ ਫਿਰੋਗੇ। ਅੱਗੇ ਵੇਖੋ, ਅੱਗੇ ਵੇਖੋ, ਇੱਕ ਹੋਰ ਸ਼ਰਤ ਵੇਖੋ ਅੱਗੇ। ਮਿਰਜ਼ਾ ਲਿਖਦਾ ਸਫਾ ਨੰਬਰ 327 ਤੇ 28 ਤੇ, खुदा ताला हर एक जमाना में चाहता रहा है कि खबीस और तैयब में फर्क करके दिखलावे। जिन्हें वसीयत नहीं की वो खबीस है। बिल्कुल सच्ची गल है। जिन्हें वसीयत नहीं की ते जिन्ना मर्जी चंदा देने मलंग मलंगणियों ये फिर भी खबीस ने। ਜਿਹਦਾ ਜਿਹੜਾ ਇਹਦੀਆਂ ਕਿਤਾਬਾਂ 3 ਵਾਰੀ ਨਾ ਪੜੇ ਉਹ ਮੁਨਾਫਿਕ, ਜਿਹੜਾ ਚੰਦਾ ਨਾ ਦਵੇ ਉਹਦਾ ਈਮਾਨ ਪੂਰਾ ਨਹੀਂ, ਉਹ ਖਬੀਸ ਹੋ ਗਿਆ। ਤੁਸੀਂ ਇਹਨਾਂ ਦੀ ਕਿਹੜੀ ਗੱਲ ਕਰਨੀ ਹੈ? ਹਾਂਜੀ, ਇਹ ਤੇ ਸਾਰਿਆਂ ਨੂੰ ਉੱਤੇ ਜੋ ਸਭ। ਮੇਰੇ ਘਰ ਇੱਕ ਕਿਤਾਬ ਸੀ ਬੜੀ ਪੁਰਾਣੀ, ਉਹਦੇ ਵਿੱਚ ਬੰਦਾ ਨਾਈ ਕੋਲ ਸ਼ੇਵ ਕਰਾਉਣ ਜਾਂਦਾ ਹੈ ਤੇ ਨਾਈ ਕਹਾਣੀ ਸ਼ੁਰੂ ਕਰ ਦਿੰਦਾ ਹੈ ਕਿ ਜੀ ਸਾਡੇ ਗੁਆਂਢ ਦੇ ਵਿੱਚ ਡਾਕੂ ਆਏ ਨੇ, ਉਹਨਾਂ ਨੇ ਆ ਕੇ ਬੰਦਿਆਂ ਨੂੰ ਬੰਨ ਲਿਆ ਸਾਰਿਆਂ ਨੂੰ। ਇੱਕ ਬੱਚਾ ਰੋਂਦਾ ਸੀ, ਉਹਨਾਂ ਨੇ ਚੁੱਕ ਕੇ ਉਹਨੂੰ ਪਗਾ ਕੇ ਦੀਵਾਰ ਨਾਲ ਮਾਰਿਆ, ਉਹਦਾ ਸਾਰਾ ਭੇਜਾ ਦੀਵਾਰ 'ਚ ਖੂਨੋਂ ਖੂਨ, ਬੱਚਾ ਮਰ ਗਿਆ। ਉਹ ਜਿਹੜਾ ਸ਼ੇਵ ਕਰਾਉਂਦਾ ਸੀ ਉਹ ਕਹਿੰਦਾ ਯਾਰ ਮੇਰੀ ਤੂੰ ਸ਼ੇਵ ਕਰ, ਮੈਂ ਦਿਲ ਦਾ ਮਰੀਜ਼ ਆ, ਮੈਨੂੰ ਡਰਾ ਨਹੀਂ। ਉਹ ਕਹਿੰਦਾ ਨਹੀਂ ਜੀ ਡਰਾਣਾ ਕੀ, ਹੁਣ ਪਰ ਜ਼ਮਾਨਾ ਹੀ ਇਹੋ ਜਿਹਾ ਆ ਗਿਆ। ਫਿਰ ਭੈੜੀ ਗੱਲ ਸ਼ੁਰੂ ਕਰਤੀ, ਉਹ ਡਰ ਗਿਆ ਹੋਰ। ਉਹ ਕਹਿੰਦਾ ਯਾਰ ਮੈਂ ਦਿਲ ਦਾ ਮਰੀਜ਼ ਆ, ਮੈਨੂੰ ਨਾ ਡਰਾ। ਇਹਨੇ ਨੂੰ ਉਹਨੇ ਸ਼ੇਵ ਕਰ ਲਈ। ਉਹ ਕਹਿੰਦਾ ਮੈਨੂੰ ਡਰਾਇਆ ਕਿਉਂ ਸੀ? ਕਹਿੰਦਾ ਮੈਂ ਵਾਂ ਨਾਈ, ਤੇ ਜਦੋਂ ਮੈਂ ਬੰਦੇ ਨੂੰ ਡਰਾਨਾ ਵਾ ਨਾ ਉਹਦੇ ਹੋ ਜਾਂਦੇ ਨੇ ਰੋਂਗਟੇ ਖੜੇ, ਤੇ ਉਹਦੀ ਸ਼ੇਪ ਬਹੁਤ ਸੋਹਣੀ ਹੋ ਜਾਂਦੀ ਹੈ। ਇਹ ਕੁੱਤੇ ਦੇ ਪੁੱਤਰ ਪ੍ਰੋਫੈਸ਼ਨਲ ਨਾਈ ਨੇ, ਹਰ ਕੰਮ ਇਹਨਾਂ ਨੇ ਨਾਈਆਂ ਵਾਲਾ ਕੀਤਾ ਹੈ। ਤੁਸੀਂ ਵੇਖੋ ਡਰਾਉਣਾ, ਤੂਫਾਨ ਆ ਗਈ ਮੈਨੂੰ ਪੈਸੇ ਦਵੋ, ਅਜ਼ਾਬ ਆ ਜਾਏਗਾ ਮੈਨੂੰ ਪੈਸੇ ਦਵੋ, ਜ਼ਲਜ਼ਲੇ ਆ ਜਾਣਗੇ ਮੈਨੂੰ ਪੈਸੇ ਦਵੋ, ਇੱਥੇ ਕਬਰ ਹੈ ਮੈਨੂੰ ਪੈਸੇ ਦਵੋ। ਫਿਰ ਨਾਲ ਡਰਾਵਾ ਰੱਖਿਆ ਹੋਇਆ, ਮੰਗ ਕੇ ਰੋਟੀ ਖਾਣੀ ਹੈ ਤੇ ਡਰਾਵਾ ਨਾਲ ਰੱਖਿਆ ਹੋਇਆ, ਸੋਟੀ ਫੜੀ ਹੋਈ ਹੈ। ਉਹ ਬੰਦਾ ਹੀ ਖਬੀਸ ਹੋ ਗਿਆ ਜਿਹਨਾਂ ਨੂੰ ਪੈਸੇ ਦਿੱਤੇ ਨੇ। ਜੇ ਕਿਸੇ ਵਜ੍ਹਾ ਨਾਲ ਨਹੀਂ ਦਿੱਤੇ ਤੇ ਉਹਦਾ ਖਬੀਸਾਂ ਦਾ ਪਿਓ ਹੋ ਗਿਆ। ਹੋਰ ਵੀ ਬੜੀਆਂ ਚੀਜ਼ਾਂ ਨੇ ਜੀ। ਮੇਰਾ ਖਿਆਲ ਹੈ ਕਿ ਅਸੀਂ ਫਿਰ ਕੁਰੈਸ਼ੀ ਸਾਹਿਬ ਇਜਾਜ਼ਤ ਚਾਹੀਏ। ਅੱਲਾ ਖੁਸ਼ ਰੱਖੇ ਜੀ। ਮੈਂ ਤੁਹਾਡੇ ਤੇ ਬੜਾ ਰਾਜ਼ੀ ਜੇ, ਮੈਂ ਟੁਰਦਿਆਂ ਫਿਰਦਿਆਂ ਤੁਹਾਡੇ ਲਈ ਦੁਆਵਾਂ ਕਰਦਾ ਜੇ। ਰੱਬ ਕਾਮਯਾਬੀਆਂ ਦੇਵੇ ਤੁਹਾਡੇ ਨਾਲ ਦਾ ਇੱਕ ਵੀ ਨਹੀਂ ਜੇ। ਅਸੀਂ ਕੁਰੈਸ਼ੀ ਸਾਹਿਬ ਖਾਸ ਤੌਰ ਤੇ ਯਕੀਨ ਕਰੋ, ਮੈਂ ਇਹ ਚਾਹਨਾ, ਮੇਰੇ ਦਿਲ 'ਚ ਤੜਪ ਹੈ ਕਿ ਸਾਨੂੰ, ਚੂੰਕਿ ਮੈਂ ਤਾਂ ਤਰਕੜੀ 'ਚ ਪਾ ਕੇ ਤੋੜ ਛੱਡੀ ਇਹ ਜਮਾਤ ਔਰ ਇਹਨਾਂ ਦਾ ਅਕੀਦਾ ਔਰ ਇਹਨਾਂ ਦਾ ਕਿਰਦਾਰ। ਮੈਂ ਚਾਹੁੰਦਾ ਕਿ ਸਾਡੇ ਆਮ ਦੀ ਭੈਣ ਭਰਾਵਾਂ ਨੂੰ ਖੁਦਾ ਦਾ ਵਾਸਤਾ ਸਮਝ ਆ ਜੇ, ਉਹਨਾਂ ਦਾ ਈਮਾਨ ਤੇ ਅੱਗੇ ਬਰਬਾਦ ਹੋ ਗਿਆ, ਅੱਗੋਂ ਹੀ ਨਾ ਹੋਏ, ਉਹਨਾਂ ਦੇ ਬੱਚੇ ਨਾ ਬਰਬਾਦ ਹੋਣ। ਇੱਕ ਹੋਰ ਇਹਨਾਂ ਨੇ ਨਾਰਾ ਲਾਇਆ ਹੁੰਦਾ ਹੈ ਹਰ ਰੋਜ਼ ਕਿ ਖਲੀਫੇ ਨੂੰ ਫੜ ਲਓ, ਖਲੀਫੇ ਨਾਲ ਜੁੜ ਜਾਓ, ਖਲੀਫੇ ਨੂੰ ਅੱਗੋਂ ਫੜ ਲਓ, ਪਿੱਛੋਂ ਫੜ ਲਓ, ਉੱਤੇ ਚੜ ਜਾਓ, ਥੱਲੇ ਹੋ ਜਾਓ। ਮੈਂ ਉਹਦੇ ਤੇ ਗੌਰ ਕਰ ਰਿਹਾ ਸੀ। ਉਹਦੇ 'ਚ ਕਾਦੀਆਨੀ ਭੈਣ ਭਰਾਓ ਜੋ ਮੈਨੂੰ ਸਮਝ ਆਉਂਦੀ ਉਹ ਇਹ ਆ ਕਿ ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ ਕਿ ਮੈਂ ਇੱਕ ਦਿਨ ਕੁਰੈਸ਼ੀ ਸਾਹਿਬ ਬਾਹਰ ਟਰੈਵਲ ਕਰਦਾ ਪਿਆ ਕੈਨੇਡਾ 'ਚ, ਤੇ ਮੈਂ ਇੱਕ ਜੰਗਲ ਬਿਆਬਾਨ ਚੱਪੜਿਆ ਨਾ ਜਿੱਥੇ ਦੂਰ ਆਬਾਦੀ ਤੋਂ। ਉੱਥੇ ਮੈਂ ਵੇਖੀਆਂ ਗਾਈਆਂ, ਢੱਗੇ ਬੜੇ ਸੋਹਣੇ ਜੰਗਲ 'ਚ ਖੁੱਲੇ ਥਾਂ ਬੈਠੇ। ਠੀਕ ਹੈ ਜੀ। ਅਸੀਂ ਪਿੰਡਾਂ ਦੇ ਵਿੱਚ ਨੱਥ ਪਾਈ ਹੁੰਦੀ ਹੈ, ਉਹਨੂੰ ਤਰੁੰਦੇ ਫਿਰਨੇ ਆ ਗਾਈ ਨੂੰ, ਪੱਠੇ ਵੀ ਆਪਣੀ ਮਰਜ਼ੀ ਦੇ ਪਾਉਂਦੇ ਆ ਮਾੜੇ ਚੰਗੇ। ਉਹ ਜਿਹੜੇ ਢੱਗੇ ਉੱਥੇ ਬੈਠੇ ਸਨ ਨਾ, ਸੋਹਣੇ ਫਿੱਟੇ, ਆਜ਼ਾਦੀ ਨਾਲ ਖਾਂਦੇ, ਸਾਫ਼ ਪਾਣੀ ਪੀਂਦੇ, ਸਾਫ਼ ਜੰਗਲ, ਕੋਈ ਪੋਲੂਸ਼ਨ ਨਹੀਂ। ਉਹ ਪਲੇ ਪਲਾਏ ਸੋਹਣੇ ਆਜ਼ਾਦ ਜਾਨਵਰ ਸਨ। ਠੀਕ ਹੈ। ਮਿਰਜ਼ਿਆਂ ਨੇ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ ਜਿਹੜੇ ਮਲੰਗ ਮਲੰਗਣੀਆਂ ਨੇ, ਇਹਨਾਂ ਨੂੰ ਬਰਬਾਦ ਕਰਕੇ ਨਾ ਡਰਾ ਡਰਾ ਕੇ ਨੱਥਾਂ ਪਾਈਆਂ ਨੇ।
ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਮੁਲਕਾਂ 'ਚ ਬੱਚੇ ਬੱਚੀਆਂ ਪੜ੍ਹੇ ਨੇ, ਉਹ ਸਾਫ਼ ਸਕੂਲ ਨੇ, ਉਹ ਸੋਚਦੇ ਨੇ, ਉਹ ਇਹਨਾਂ ਮਿਰਜ਼ਿਆਂ ਦੇ ਕਾਬੂ ਨਹੀਂ ਆਉਂਦੇ ਨਾ ਬਦਕਾਰਾਂ ਦੇ। ਨਹੀਂ ਜੋ ਉਹਨਾਂ ਨੇ ਨਹੀਂ ਜਾਣਾ ਗਰੰਟਿਡ ਹੈ। ਇਹਨਾਂ ਨੇ ਤਾਂ ਇਹ ਰੌਲੀ ਪਾਈ ਏ ਕਿ ਜਿਵੇਂ ਉਹ ਮੱਝਾਂ ਗਾਈਆਂ ਬੰਨੀਆਂ ਹੁੰਦੀਆਂ ਰੱਸੀਆਂ ਪਾ ਕੇ, ਤੇ ਇੱਥੇ ਤੋਂ ਦੇਖਿਆ ਖੁੱਲੀਆਂ ਮੌਜਾਂ ਕਰਦੀਆਂ। ਮਿਰਜ਼ਿਆਂ ਤਾਂ ਰੌਲੀ ਪਾਈ ਏ ਕਿ ਮਲੰਗ ਮਲੰਗਣੀਓ, ਇਹ ਅਗਲੀ ਨਸਲ ਤੁਹਾਡਾ ਤੇ ਬੇੜਾ ਕੱਢਿਆ ਗਰਕ। ਅਗਲੀ ਤੁਹਾਡੀ ਨਸਲ ਦਾ ਬੇੜਾ ਸਾਡੇ ਕੋਲ ਗਰਕ ਨਹੀਂ ਹੁੰਦਾ। ਤੁਸੀਂ ਉਹਨਾਂ ਬੱਚਿਆਂ ਨੂੰ ਘਰ 'ਚ ਐਸੀ ਮਕਾਨ ਪਾਓ ਕਿ ਸਾਨੂੰ ਮਲੰਗ ਬਣਾ ਕੇ ਦਿਓ। ਮਸਲਨ ਮਾਂ ਪਿੱਟਣ ਡੈ ਪਏਗੀ, ਹਜ਼ੂਰ ਨੂੰ ਖਤ ਨਹੀਂ ਲਿਖਿਆ, ਤੇਰਾ ਰਹਿਣਾ ਕੱਖ ਨਹੀਂ। ਉਹੀ ਚੱਕਰ, ਉਹ ਪੁਰਾਣੇ ਜਾਲੀ ਪੀਰਾਂ ਵਾਲਾ, ਤੂੰ ਹਜ਼ੂਰ ਨੂੰ ਨਹੀਂ ਖਤ ਲਿਖਿਆ, ਤੂੰ ਮੇਰਾ ਮਤਲਬ ਮਰੱਬੀ ਦੀ ਗੱਲ ਨਹੀਂ ਮੰਨੀ, ਤੇਰੇ ਤੇ ਅਜ਼ਾਬ ਆ ਜਾਣਾ, ਤੇਰੀ ਨੌਕਰੀ ਜਾਂਦੀ ਰਹਿਣੀ ਹੈ, ਪਹਿਲੀ ਤਨਖਾਹ ਮਿਰਜ਼ੇ ਨੂੰ ਭੇਜ, ਠੀਕ ਹੈ, ਚੰਦਾ ਜਿਹੜਾ ਨਾ ਉਹ ਜਨਾਬ ਆਪਣਾ ਕ੍ਰੈਡਿਟ ਕਾਰਡ ਤੋਂ ਵੀ ਭੇਜ, ਨਾ ਭੇਜੇਗਾ ਬਰਕਤ ਨਹੀਂ ਹੋਣੀ, ਘਰ ਲਿਆ ਤੇ ਘਰ ਨਹੀਂ, ਉਹ ਲੀਕ ਹੋ ਜਾਣਾ। ਡਰਾ ਡਰਾ ਕੇ ਪਿੱਟ ਕੇ ਨਿਆਣੇ ਬਰਬਾਦ ਕਰਕੇ ਮਲੰਗ ਬਣਾ ਕੇ ਤੇ ਸਾਡੇ ਪਿੱਛੇ ਲਾਓ। ਇਹ ਸਾਡੇ ਕੋਲੋਂ ਨਹੀਂ ਲੱਗਦੇ। ਬਾਰ-ਬਾਰ ਇਹ ਤਾਂ ਟੀਵੀ ਤੇ ਉਹਨਾਂ ਨੂੰ ਦੱਸਦੇ ਨੇ ਕਿ ਵਾਲਦੈਨ ਜ਼ਿੰਮੇਦਾਰ ਹੈ ਆਪਣੇ ਬੱਚਿਆਂ ਦੇ, ਕਿ ਵਾਲਦੈਨ ਸਾਨੂੰ ਆਹ ਮਲੰਗ ਬਣਾ ਕੇ ਦਿਓ। ਉਹ ਲੱਗੇ ਨੇ ਕਈ ਮਲੰਗ ਮਲੰਗਣੀਆਂ ਘਰਾਂ 'ਚ ਰੋਣਾ ਪਿੱਟਣਾ ਪਾਇਆ। ਨਾ ਉਹਨਾਂ ਨਿਆਣੇ ਦੀ ਸ਼ਾਦੀ ਹੋਣ ਦਿੰਦੇ ਨੇ, ਨਾ ਉਹਨਾਂ ਨਿਆਣਿਆਂ ਦੇ ਕੋਈ ਪੈਸਾ ਬਚਣ ਦਿੰਦੇ ਨੇ। ਉਹ ਮਾਂ ਪਿਓ ਖਿੱਚ ਕੇ ਉਹ ਇਹਨਾਂ ਬਦਕਾਰਾਂ ਜ਼ਾਨੀਆਂ ਨੂੰ ਦੇਈ ਜਾਂਦੇ ਨੇ। ਉਹ ਬੱਚੇ ਨਾ ਮਾਵਾਂ ਨੂੰ ਛੱਡਣ ਜੋਗੇ ਤੇ ਨਾ ਉਹ ਕੂਣ ਜੋਗੇ, ਤੇ ਨਾ ਉਹਨਾਂ ਦੇ ਕੋਲ ਕੋਈ ਬਚਦਾ। ਉਹ ਦਿਹਾੜੀਆਂ ਕਰਕੇ ਆਉਂਦੇ ਨੇ। ਉਹ ਮਾਵਾਂ ਅੱਗੋਂ ਮਲੰਗਣੀਆਂ ਇੰਜਦੀਆਂ ਨੇ, ਉਹ ਪੈਸੇ ਆ ਜਿਹੜੇ ਆਪਣੀਆਂ ਕੁੜੀਆਂ ਨੂੰ ਜ਼ਨਾਹ ਕਰਦੇ ਨੇ, ਮਿਰਜ਼ੇ ਇਹਨਾਂ ਨੂੰ ਕਲਾ ਹਟਦੀਆਂ ਨੇ, ਆਪਣੇ ਵੀ ਕਲਾ ਹਟਦੀਆਂ ਨੇ। ਮੈਂ ਕਈ ਉਹਨਾਂ ਮਲੰਗਣੀਆਂ ਨੂੰ ਜਾਣਨਾ ਜਿਨ੍ਹਾਂ ਦੇ ਬੱਚਿਆਂ ਨੇ ਰੋ ਪਿੱਟ ਕੇ ਕਮਾ ਕੇ ਤੇ ਮਾਂ ਨੂੰ ਆਪਣੀ ਤਨਖਾਹ ਤੋਂ ਕੋਈ ਜ਼ੇਵਰ ਕੋਈ ਚੂੜੀ ਬਣਾ ਕੇ ਦਿੱਤੀ, ਉਹ ਮਲੰਗਣੀ ਉੱਤੇ ਦੇ ਆਈ ਕਿ ਲਓ ਮਿਰਜ਼ੇ ਤੁਸੀਂ ਜ਼ਨਾਹ ਕਰ ਲਓ, ਇਹ ਤੇ ਜ਼ਨਾਹ ਤੇ ਲਾ ਲਓ। ਕੈਸੇ ਬਦਕਾਰ ਨੇ ਹੈ। ਲੇਕਿਨ ਜੋ ਸਭ ਹੁਣ ਨਾ ਅੱਗੇ ਸੀ ਗੱਲਾਂ ਕੁਛ ਮੁਖਤਲਿਫ। ਹੁਣ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ, ਹਰ ਬੱਚੇ ਨੂੰ ਤੁਸੀਂ ਪੁੱਛੋ ਨਾ ਕਿ ਜੀ ਸਵੇਰੇ ਵੈਦਰ ਕੀ ਹੋਣਾ ਹੈ, ਤੇ ਇਹ ਦੱਸ ਦਿੰਦਾ ਕੀ ਹੋਣਾ ਹੈ। ਤੁਸੀਂ ਅਗਰ ਪੁੱਛੋ ਨਾ ਕਿ ਕਰੇਲੇ ਕਿਵੇਂ ਪਕਾਉਣੇ ਨੇ, ਤੇ ਇਹਨਾਂ ਕੋਲ 5000 ਤਰੀਕੇ ਨੇ ਕਰੇਲੇ ਪਕਾਉਣ ਦੇ। ਹੁਣ ਉਹ ਵੇਲਾ ਮੁੱਕ ਗਿਆ ਹੋਇਆ ਜਿਹੜਾ ਪਹਿਲੇ ਸੀ, ਜਿਹਦੇ ਵਿੱਚ ਅਸੀਂ ਗੁਜ਼ਰੇ ਹਾਂ। ਹੁਣ ਇਹਨਾਂ ਦੇ ਕੋਲ ਇੰਟਰਨੈਟ ਹੈ, ਤੇ ਹੁਣ ਤੁਹਾਡੇ ਕੋਲ ਤੁਸੀਂ ਵੇਖਿਆ ਹੋਣਾ ਜਦੋਂ ਦੇ ਤੁਸੀਂ ਰੌਲਾ ਪਾਉਂਦੇ ਕਿ ਕੋਈ ਮਰਜ਼ਈ ਆਵੇ, ਪੂਰੇ ਇਹਨਾਂ ਨੇ ਜਾਮਿਆ ਬਣਾਈ ਆਪਣੀ, ਪੂਰੇ ਇਹਨਾਂ ਨੇ ਸਕੂਲ ਬਣਾਏ, ਪੂਰੇ ਮੁਰੱਬੀ ਟ੍ਰੇਨਡ ਕੀਤੇ, ਪੂਰਾ ਕੁਛ ਪੜ੍ਹਾਇਆ। ਇੱਕ ਬੰਦਾ ਵੀ ਹੈ ਨਹੀਂ ਜਿਹੜਾ ਤੁਹਾਡੇ 4-5 ਚੈਨਲ ਨੇ ਕੋਈ ਸਾਹਮਣੇ ਆ ਕੇ ਖਲੋ ਕੇ ਗੱਲ ਕਰੇ। ਉਹ ਇੱਕ ਵੀ ਨਹੀਂ ਹੈ। ਤੇ ਜੇ ਇੱਕ ਵੀ ਨਹੀਂ ਹੈ ਤੇ ਉਹ ਬੱਚਿਆਂ ਨੇ ਪੁੱਛਣਾ ਹੈ ਕਿ ਭਾਈ ਜੀ ਜਾ ਕੇ ਉੱਥੇ ਡਿਫੈਂਸ ਕਰੋ ਆਪਣਾ। ਉਹ ਬੰਦਾ ਪਿਆ ਕਹਿੰਦਾ ਕਿ ਜੀ ਤੁਸੀਂ ਇੰਜ ਕੀਤਾ ਹੈ। ਉਹ 17 ਜਿਹੜੀ ਹੈ ਨਾ, 17 ਐਮ ਲੜਕੀ ਜਿਹੜੀ ਹੈ, ਉਹ ਤੇ ਇਹੀ ਪੇ ਕਹਿੰਦੀ ਹੈ, ਕਹਿੰਦੇ ਪੁੱਛਿਆ ਉਹਨਾਂ ਨੂੰ ਪਤਾ, ਉਹਨਾਂ ਨੂੰ ਆਪੇ ਨਹੀਂ ਪਤਾ। ਜਿਸ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਨਾ ਕਿ ਉਹ ਕਹਿੰਦੇ ਨੇ ਤੇਰੀ ਤਬੀਅਤ ਠੀਕ ਹੈ, ਰੋਟੀ ਹਜ਼ਮ ਹੋ ਗਈ ਸੀ, ਬਜਾਏ ਦੇ ਕਿ ਟੂ ਦੇ ਪੁਆਇੰਟ ਗੱਲ ਕਰਨ, ਇਹਨਾਂ ਦੇ ਪੱਲੇ ਹੀ ਕੁਛ ਨਹੀਂ। ਕਿਸੇ ਕੋ ਤੁਸੀਂ ਸਭ ਤੁਸੀਂ ਇਹਨਾਂ ਨੂੰ ਪੜ੍ਹਿਆ ਨਹੀਂ, ਤੁਸੀਂ ਕਿਧਰੇ ਗਏ ਨਹੀਂ ਹੋ, ਤੁਸੀਂ ਥੋੜੀ ਜਿਹੀ ਰਿਸਰਚ ਕੀਤੀ ਤੇ ਤੁਸੀਂ ਇਹਨਾਂ ਨੂੰ ਉਧੇੜ ਕੇ ਰੱਖ ਛੱਡੇ। ਮੈਂ ਦੇਖਣਾ ਵਾ ਸ਼ਮਸ ਨੂੰ, ਐਸਾ ਸੋਹਣਾ ਮਾਸ਼ਾਅੱਲਾ ਬੱਚਾ ਹੈ, ਉਹਨੇ ਇਹਨਾਂ ਦੇ ਵੱਖੇ ਬਣ ਛੱਡਿਆ ਨੇ, ਇੱਕ ਵੀ ਨਹੀਂ ਬੋਲਣ ਜੋਗਾ ਹੈ ਹੀ ਨਹੀਂ ਤੁਹਾਡੇ। ਇਹ ਹੁਣ ਮੈਂ ਆਮਰ ਸਾਹਿਬ ਤੇ ਜ਼ਿਆ ਰਸੂਲ ਅਮੀਨੀ ਸਾਹਿਬ ਤੇ ਅੱਲਾ ਭਲਾ ਕਰੇ ਸਾਡੇ ਮੁਫਤੀ ਸਾਹਿਬ ਜੀ, ਇਹ ਸਾਰੇ ਬੰਦਿਆਂ ਨੂੰ ਮੈਂ ਦੇਖਣਾ ਵਾ। ਇਹ ਤੇ ਬਹੁਤ ਪਾਏ ਦੇ ਬੰਦੇ ਨੇ, ਬਹੁਤ ਪਾਏ ਦੇ। ਇਹਨਾਂ ਦੇ ਵਿੱਚ ਤੇ ਜਿਹੜਾ ਅਨਪੜ੍ਹ ਬੰਦਾ ਮੇਰੇ ਵਰਗਾ ਹੈ, ਉਹ ਨਹੀਂ ਇਹਨਾਂ ਨੂੰ ਬੋਲਣ ਦਿੰਦਾ। ਕੁਛ ਗੱਲ ਹੀ ਨਹੀਂ ਕੀਤੀ ਇਹਨਾਂ ਨੇ, ਸਵਾਏ ਇਹ ਤਾਂ ਕੇਸ ਤੋਂ ਚ ਆ ਜਾਂਦਾ ਜੀ, ਅਮਰੀਕਾ 'ਚ ਇਹਨਾਂ ਨੇ ਜ਼ਨਾਹ ਕੀਤਾ, ਕੈਨੇਡਾ ਦੇ ਵਿੱਚ ਜ਼ਨਾਹ ਕੀਤਾ, ਤੇ ਉਹ ਸਾਰੇ ਹੀ ਝੂਠ ਦੇ ਕੇਸ ਨੇ।
ਤੇ ਹਰ ਜਗ੍ਹਾ ਇਹਨਾਂ ਨੇ ਕੋਈ ਮੌਕਾ ਨਹੀਂ ਛੱਡਿਆ ਪੈਸੇ ਕਮਾਉਣ ਦਾ। ਤੇ ਅੱਗਿਓਂ ਇਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੀ ਕੋਈ ਨਹੀਂ। ਇਹਨਾਂ ਦੀਆਂ ਕੁੜੀਆਂ ਤੇ ਫਿਰ ਕੋਈ FA BA ਕਰ ਗਈਆਂ ਨੇ, ਮੁੰਡਾ ਕੋਈ 10ਵੀਂ ਵੀ ਨਹੀਂ ਕੀਤੀ। ਰੱਬੇ ਦਾ ਇੱਥੇ ਮੁੰਡਾ ਇੱਕ ਆਇਆ, ਮਕੈਨਿਕ ਲੱਗਾ ਹੋਇਆ ਕਿਧਰੇ, ਤੇ ਉਹ ਮੈਨੂੰ ਪਿਆ ਕਹਿੰਦਾ, ਮੈਂ ਕਿਹਾ ਪੜ੍ਹਿਆ ਕਿੰਨਾ? ਕਹਿੰਦਾ ਜੀ 8 ਜਮਾਤਾਂ ਪੜ੍ਹਿਆ। ਮੈਂ ਕਿਹਾ ਉਹ ਵੀ ਪੜ੍ਹਿਆ ਕਿ ਵੈਸੇ ਹੀ ਹੋ ਗਈਆਂ ਨੇ ਅੱਲਾ ਦਾ ਫਜ਼ਲ ਨਾਲ? ਹੈ ਹੀ ਕੁਛ ਪੱਲੇ ਹੀ ਕੁਛ ਨਹੀਂ ਹੈ। ਤੇ ਉੱਤੋਂ ਇਹ ਮੰਗਦੇ ਨੇ ਚੰਦਾ, ਤੇ ਉਹ ਬੱਚੇ ਦੀ ਇੱਥੇ ਜ਼ਿੰਦਗੀ ਨਹੀਂ ਗੁਜ਼ਰਨੀ। ਉਹਨੂੰ ਮਿਨੀਮਮ ਅਗਰ $13-14 15 ਮਿਲਦੇ ਨੇ, ਉਹਦੇ ਨਾਲ ਕੀ ਦਵੇਗਾ ਚੰਦਾ? ਬਾਕੀ ਬਹੁਤੇ ਵੈਲਫੇਅਰ ਤੇ ਬੈਠੇ ਹੋਏ ਨੇ। ਨਹੀਂ ਜੀ, ਗੱਲ ਇਸ ਤਰ੍ਹਾਂ ਕ੍ਰੇਸ਼ੀ ਸਾਹਿਬ, ਭਾਵੇਂ ਉਹ ਵਿਚਾਰੇ $10 ਕਮਾਉਂਦੇ ਨੇ ਨਾ, ਉਹ ਮਾਵਾਂ ਮਲੰਗਣੀਆਂ ਐਸੀਆਂ ਨੇ, ਉਹਨਾਂ ਘਰ 'ਚ ਮਕਾਨ ਪਾਈ, ਵੇ ਤੇਰਾ ਰਹਿਣਾ ਕੱਖ ਨਹੀਂ, ਵੇ ਤੇਰਾ ਵਿਆਹ ਨਹੀਂ ਹੋਣਾ, ਤੇਰੇ ਬੱਚੇ ਨਹੀਂ ਹੋਣੇ। ਉਹ ਹੀ ਪੁਰਾਣੀ ਸੋਚ, ਤੈਨੂੰ ਨੌਕਰੀ ਨਹੀਂ ਮਿਲਣੀ, ਵੇ ਤੂੰ ਸੁੱਖ ਨਹੀਂ ਪਾਣਾ, ਵੇ ਤੂੰ ਹਜ਼ੂਰ ਨੂੰ ਖਤ ਨਹੀਂ ਲਿਖਦਾ, ਤੂੰ ਖੁਤਬਾ ਨਹੀਂ ਵਹਿੰਦਾ, ਵੇ ਤੂੰ ਹਜ਼ੂਰ ਨੂੰ ਅੱਗੋਂ ਫੜ ਲਿਆ, ਹਜ਼ੂਰ ਨੂੰ। ਉਹ ਬਸ਼ਰਮੋ ਨਿਦਾ ਤੇ ਹਜ਼ੂਰ ਦੇ ਘਰ ਜੰਮੀ। ਉਹ ਤੇ ਆਂਦੀ ਹੈ ਮੇਰਾ ਕਰ ਕਰਕੇ ਜ਼ਨਾ ਇਹਨਾਂ ਹਜ਼ੂਰ ਨੇ ਛੱਡੇ ਕੱਖ ਨਹੀਂ। ਬੜੀ ਬੁਰੀ ਗੱਲ, ਬਹੁਤ ਬੁਰਾਈ ਹੈ। ਤੇ ਤੁਹਾਡੇ ਨਿਆਣਿਆਂ ਤੇ ਹਜ਼ੂਰ ਨੂੰ ਪਿੱਛੋਂ ਫੜਨਾ ਜਾਂ ਅੱਗੋਂ ਫੜਨਾ 2 ਵਾਰੀ ਜਾਂ 1 ਵਾਰੀ ਦੇ ਸਾਲ 'ਚ। ਉਹ ਤੇ ਹਜ਼ੂਰ ਦੀ ਝੋਲੀ 'ਚ ਜੰਮੀ ਸੀ। ਜਦੋਂ ਉਹਨੇ ਅੱਖ ਘੇੜੀ ਤੇ ਅੱਗੇ ਹਜ਼ੂਰ ਸੀ, ਤੇ ਹਜ਼ੂਰ ਨੇ ਜੋ ਕੀਤਾ ਵੇਖਿਆ ਨਹੀਂ ਜੇ ਬਗੈਰ ਤੋਂ। ਫਿਰ ਵੀ ਮਲੰਗਣੀਆਂ ਨਹੀਂ ਮੁੜਦੀਆਂ। ਤੁਹਾਡਾ ਕੱਖ ਨਹੀਂ ਰਹਿਣਾ। ਨਿਆਣਿਆਂ ਦੇ ਵਿੱਚ ਵੇਖੋ, ਜਿਹੜੇ ਬੱਚਿਆਂ ਨੂੰ ਤੁਸੀਂ ਘਰ ਇੰਜ ਦੀ ਮਕਾਨ ਪਾਓਗੇ, ਉਹ ਵਿਚਾਰੇ ਬੱਚੇ ਰੋਂਦੇ ਪਿੱਟਦੇ, ਚਾਹਣ ਨਾ ਚਾਹਣ ਆਪਣਾ ਚੰਦਾ ਵੀ ਵਿਚਾਰੇ ਦੇਣਗੇ, ਜੁੱਤੀਆਂ ਵੀ ਪੈ ਖਾਣਗੇ। ਕਦੀ ਉਹ ਸੋਚਣਗੇ ਮਾਂ ਨਾ ਰੁੱਸ ਜਾਏ, ਠੀਕ ਹੈ ਨਾ ਜੀ। ਉਹ ਨਹੀਂ ਵੀ ਦਿਲ ਕਰਦਾ, ਜਾਓ ਜਾ ਕੇ ਮਸਰੂਰੇ ਦਾ ਖੁਤਬਾ ਸੁਣੋ। ਨਾ ਉਹਨੂੰ ਉਰਦੂ ਪੜ੍ਹਨੇ ਆਉਂਦਾ, ਨਾ ਉਹਨੂੰ ਇੰਗਲਿਸ਼ ਪੜ੍ਹਨੀ ਆਉਂਦੀ ਹੈ। ਉਹ 10-10 ਸਾਲ ਦੀਆਂ ਕੁੜੀਆਂ 'ਚ ਬਹਿ ਕੇ ਯੂਟਰਸ ਦੀਆਂ ਗੱਲਾਂ ਕਰਦਾ। ਕੋਈ ਕਰਦਾ ਬੰਦਾ? ਉਹਨੇ ਤਾਂ ਆਪਣੀ ਧੀ ਨੂੰ ਕਿਹਾ, ਉਹਨੇ ਕਿਹਾ ਪਿਛਲੀ ਵਾਰੀ ਤੂੰ ਜ਼ਨਾ ਕਰਨ ਗਈ ਸੀ। ਵੇਖੋ, ਸੁਣੀ ਨਹੀਂ ਜੀ ਆਈਡੀਓ? ਬਿਲਕੁਲ ਸੁਣੀ ਸੀ ਜੋ ਸਭ ਸੁਣ ਕੇ। ਉਸ ਬੰਦੇ ਨੂੰ ਜਾ ਕੇ ਇਹ ਮਲੰਗਣੀਆਂ ਆਪਣੇ ਨਿਆਣੇ ਬਿਠਾੜਦੀਆਂ ਨੇ ਅੱਗੇ, ਸੁਣੋ ਹਜ਼ੂਰ ਦਾ ਖੁਤਬਾ। ਓਏ ਉਹ ਬਦਕਾਰ ਨੂੰ ਕੁਝ ਆਉਂਦਾ ਹੈ? ਉਹ 2003 ਦੇ ਵਿੱਚ ਮੇਰੇ ਹਾਲ 'ਚ ਮਸਰੂਰਾ ਜਾਹਲ ਨੇ ਚੰਦੇ ਦੀ ਢੇਰੀ ਤੇ ਕਬਜ਼ਾ ਕੀਤਾ 2003 'ਚ। 2003 ਦੀ ਉਹਨੇ ਸ਼ਲਵਾਰ ਪਾਈ ਹੈ। ਉਹ ਆਂਦੇ ਨੇ ਹੁਣ ਪਗੜੀ ਵੀ ਨਹੀਂ ਬਾਹਰ ਰੱਖ ਕੇ ਜਾਂਦਾ, ਪਗੜੀ ਵੀ ਵਾਸ਼ਰੂਮ 'ਚ ਲੈ ਕੇ ਨਾਲ ਹੀ ਟੁੱਟ ਜਾਂਦਾ ਹੈ। ਇਸ ਮਾਰਿਆ ਕਿ ਜੇ ਪਗੜੀ ਤੇ ਸ਼ਲਵਾਰ ਕੋਈ ਲੈ ਗਿਆ ਤੇ ਖਿਲਾਫਤ ਤੇ ਹੀ ਦੂ ਸ਼ਾਵਾਂ ਨਾਲੇ। ਕਦੀ ਉਹਨੂੰ ਤੁਸਾਂ 20 ਸਾਲਾਂ ਦੇ ਵਿੱਚ ਕਿਸੇ ਮਲੰਗਣੀ ਨੇ ਸ਼ਲਵਾਰ ਤੋਂ ਬਗੈਰ ਵੇਖਿਆ? -3 ਹੋਏ, -40 ਹੋਏ, -60 ਹੋਏ, ਉਹ ਸ਼ਲਵਾਰ ਤੰਬੀ ਘਟਣ ਦੀ ਪਾਈ। ਉਹ ਸ਼ਲਵਾਰ ਪਾ ਕੇ ਫਿਰਦਾ ਹੁੰਦਾ ਹੈ। 72-74 ਸਾਲ ਦਾ ਬੁੱਢਾ ਹੈ, ਕਾਟਨ ਦੀ ਤੰਬੀ ਪਾਈ। ਕੀ ਫੈਸ਼ਨ ਤੋਂ ਬਣਾਇਆ ਯਾਰ? ਹੈ ਸਾਡੇ ਹਜ਼ੂਰ ਤੋਂ ਦੁਨੀਆ ਡਰਦੀ ਹੈ। ਜੀ ਕਿ ਅਗਰ ਤੁਸੀਂ ਜਵਾਨੀ ਦੇ ਵਿੱਚ ਬੁਰਾਈ ਵਾਲੇ ਪਾਸੇ ਚੱਲ ਜਾਂਦੇ ਹੋ, ਤੇ ਤੁਸੀਂ ਬੁਢਾਪੇ ਦੇ ਵਿੱਚ ਸਹੀ ਮਾਇਨੇ 'ਚ ਖਬੀਸ ਹੋ ਜਾਂਦੇ। ਤੇ ਮੈਨੂੰ ਉਦੋਂ ਮਿਰਜ਼ਾ ਮਸਰੂਰ ਯਾਦ ਆਇਆ ਸੀ ਕਿ ਸਹੀ ਖਬੀਸ ਹੋ ਗਿਆ ਆ। ਤੁਸੀਂ ਇਹਦੀਆਂ ਹਰਕਤਾਂ, ਇਹਦੀਆਂ ਗੱਲਾਂ ਦੇਖੋ, ਤਕਲੀਫ ਦੇ ਨੇ। ਉਹ ਤੁਹਾਨੂੰ ਤੁਸੀਂ ਪਿੱਛੇ ਸੁਣੀ ਹੋਣੀ ਇੱਕ ਵੀਡੀਓ, ਬੱਚਾ ਇੱਕ ਨੂੰ ਪੁੱਛਦਾ ਕਿ ਹਜ਼ੂਰ ਕੋਈ ਆਪਣੇ ਬਚਪਨ ਦਾ ਵਾਕਿਆ ਸੁਣਾਓ। ਤੇ ਹਜ਼ੂਰ ਪਰੇਸ਼ਾਨ ਹੋ ਗਿਆ ਕਿ ਬੱਚੇ ਨੇ ਕਿੱਡਾ ਔਖਾ ਸਵਾਲ ਕਰ ਛੱਡਿਆ। ਸੋਚ ਕੇ ਫਿਰ ਆਪਣੇ ਪਿਓ ਦੇ ਕੋਲ ਗੱਲ ਸ਼ੁਰੂ ਕਰ ਛੱਡੀ, ਕਿਉਂਕਿ ਬਚਪਨ ਦਾ ਵਾਕਿਆ ਤੇ ਤੁਸੀਂ ਸੁਣ ਚੁੱਕੇ ਹੋਏ ਹੋ ਤੇ ਤੁਸੀਂ ਸਾਰਿਆਂ ਨੂੰ ਸੁਣਾ ਚੁੱਕੇ ਹੋਏ ਹੋ। ਉਹ ਹਜ਼ੂਰ ਕੀ ਦੱਸੇ ਕਿ ਬਚਪਨ ਦਾ ਕੀ ਮੈਂ ਵਾਕਿਆ ਦੱਸਾਂ? ਅੱਲਾ ਮਾਫੀ ਦੇਵੇ ਇਹਨਾਂ ਦਾ ਨਾ ਚੋ ਸਭ। ਇਹ ਬੇਸਿਕਲੀ ਨਾ ਮੈਨੂੰ ਤੇ ਜਿਹੜੀ ਸਮਝ ਆਈ ਜੇ ਗੱਦਾਰੀਆਂ ਨੇ, ਤੇ ਉਹ ਇਹਨਾਂ ਦੇ ਨਾਲ ਜਿਹੜੇ ਪੁਰਾਣੇ ਗੱਦਾਰ ਸੀ ਨਾ, ਉਹ ਉਹਨਾਂ ਦੇ ਬੱਚੇ ਤੁਹਾਨੂੰ ਤੇ ਲੱਭਦੇ ਨੇ। ਉਹ ਉਹਨਾਂ ਨੂੰ ਇਹਦਾ ਕਰਕੇ ਗੱਲ ਸਮਝ ਨਹੀਂ ਪਈ ਆਉਂਦੀ। ਬਾਕੀ ਜਿਹੜਾ ਨਾ ਉਹਨੂੰ ਕੱਲ ਨੂੰ ਵਰਗਾ ਆ ਜਾਂਦਾ ਸਾਡੇ ਸਾਹਮਣੇ ਆਈ ਹੈ। ਮੈਂ ਲਿਖੇ ਹਨ ਪੁਆਇੰਟ ਜੀ। ਇਹ ਸਫਾ ਨੰਬਰ 321 रूहानी खजाइन जिल्द 20 रसाला अल वसीयत।
मिर्जा लिखता है कि खुदा ता वाज़े हो कि खुदा ताला का इरादा है कि ऐसे कामुल ईमान एक ही जगह दफन हो। लो जी, मिर्जा लिखता है कि मैनू खुदा ने दसिया है कि जेड़े कबरां दा जिहड़ा ना मूसी एक जगह दफन होना। इन्ना रवे भी खोल लीए, अगों ਇੱਥੇ ਕੈਨੇਡਾ ਵੀ ਤੁਹਾਨੂੰ ਦੱਸਿਆ ਖੋਲ ਲਈਏ, ਹੋਰ ਵੀ ਜਿੱਥੇ ਜਗ੍ਹਾ ਮਿਲਦੀ ਹੈ, ਚੰਦਾ ਕਾਦੀਆਨੀਆਂ ਦਾ, ਜੰਨਤ ਮਿਰਜ਼ਿਆਂ ਦੀ ਹੈ। ਤੇ ਆਪਣੀ ਉਹਦੀ ਜਿਹੜੀ ਸੀ ਨਾ, ਉਹਨੂੰ ਜਿਹੜੀ ਵਹੀ ਆਈ ਸੀ, ਜਾਂ ਮੱਕੇ ਮਰੇਗਾ ਜਾਂ ਮਦੀਨਾ ਮਰੇਗਾ, ਉਹ ਖਰੇ ਕਿਹੜੀ ਜਗ੍ਹਾ ਦਾ ਨਾਮ ਮੱਕਾ ਮਦੀਨਾ ਨੇ ਰੱਖ ਛੱਡਿਆ। ਇਹਨਾਂ ਨੂੰ ਤੇ ਮੱਕਾ ਮਦੀਨਾ ਦੀ ਹਵਾ ਨਹੀਂ ਖੁਦਾ ਬਹਾਂਦਾ। ਅੱਲਾਹ ਦੀ ਡਾਕਟਰ ਕੁਦਰਤ ਹੋਲੀ ਦੇਖੋ ਸਪਿਰਿਟ ਸਾਹਿਬ ਨੇ, ਸੈਯਦ ਹੋਲੀ ਸਪਿਰਿਟ ਸਾਹਿਬ ਉਹਨਾਂ ਨੇ ਬਿਆਨ ਕੀਤਾ ਸੀ। ਉਹਨਾਂ ਕਹਿ ਜਾਂਦੇ ਨੇ ਚੋਰੀ ਛੁਪੇ ਆਪਣਾ ਹੱਜ ਕਰਨ, ਪਰ ਜਿਹੜਾ ਹੱਜ ਕਰਦਾ ਖੁਦਾ ਦਾ ਖਾਸ ਅਜ਼ਾਬ ਉਹਨੂੰ ਮਿਲਦਾ, ਕਿਉਂਕਿ ਮੁਨਾਫਿਕਾਂ ਦਾ ਹੱਜ ਇਹਨਾਂ ਦਾ ਮੰਨਣਾ ਮਿਰਜ਼ੇ ਨੂੰ ਤੇ ਜਾਣਾ ਹੱਜ ਕਰਨ, ਇਹਨਾਂ ਨੂੰ ਸਜ਼ਾ ਮਿਲਦੀ ਹੈ। ਉਹ ਮਿਰਜ਼ਾ ਜ਼ਾਨੀ ਗਿਆ ਸੀ, 10 ਸਾਲ ਕੁੱਕੜ ਬਣ ਗਿਆ ਸੀ, ਬਾਅਦ ਚ ਫਾਲਾ ਹੀ ਨਾ ਪਿਆਰਿਆ ਸੀ। ਮੇਰਾ ਖਿਆਲ ਇਹਨਾਂ ਮਲੰਗਾਂ ਨੇ ਨਹੀਂ ਹੋਣਾ, ਮੈਂ ਕੋਈ 20 ਵਾਰੀ ਇਹਨਾਂ ਨੂੰ ਦਿੱਤਾ ਇਹ ਆਪਣਾ ਲਿੰਕ, ਤੇ ਚਲੀਏ ਫਿਰ ਇਜਾਜ਼ਤ ਲਈਏ ਭੈਣਾਂ ਭਰਾਵਾਂ ਕੋਲ। ਸਭ ਅੱਲਾਹ ਤੁਹਾਨੂੰ ਖੁਸ਼ ਰੱਖੇ ਜੇ, ਅੱਲਾਹ ਖੁਸ਼ੀਆਂ ਦਾ ਭੇਜੇ, ਅੱਲਾਹ ਹੱਸਦਿਆਂ ਰੱਖੇ, ਅੱਲਾਹ ਕਾਮਯਾਬ ਦਾ ਕਰੇ ਜੇ, ਤੇ ਰੱਬ ਬੜਾ ਹੀ ਸੌਖਾ ਕਰੇ ਜੇ। ਬਹੁਤ ਮਿਹਰਬਾਨੀ ਕੁਰੈਸ਼ੀ ਸਾਹਿਬ, ਤੁਸੀਂ ਆਏ, ਤੁਸੀਂ ਇੰਨਾ ਲੰਬਾ ਟਾਈਮ ਦਿੱਤਾ। ਇੱਕ ਹੋਰ ਦੋਸਤ ਆਏ ਸਨ, ਮੈਨੂੰ ਬੜੀ ਖੁਸ਼ੀ ਦੀ ਗੱਲ ਹੈ, ਮੈਂ ਤੁਹਾਡੇ ਨਾਲ ਕਿਧਰੇ ਵੀ ਕਰ ਸਕਾਂ, ਕੁਛ ਖੜਾ ਹੋ ਸਕਾਂ, ਮੈਂ ਹਰ ਵੇਲੇ ਹਾਜ਼ਰ। ਬਹੁਤ ਮਿਹਰਬਾਨੀ। ਮੈਂ ਇੱਕ ਹੋਰ ਖਾਸ ਕਾਦੀਆਨੀ ਭੈਣ ਭਰਾਵਾਂ ਵਾਸਤੇ ਮੈਂ ਇਹ ਰਿਕੁਐਸਟ ਕਰਨਾ ਕਿ ਦੇਖੋ, ਤੁਸੀਂ ਖੁਦ ਕੋਸ਼ਿਸ਼ ਕਰੋ, ਜਿਵੇਂ ਮੈਂ ਸ਼ੁਰੂ ਚ ਅਰਜ਼ ਕੀਤਾ, ਤੁਹਾਨੂੰ ਮੁਸਲਮਾਨਾਂ ਨੂੰ ਨਾ ਤੁਹਾਡੇ ਕੋਲ ਕੋਈ ਡਾਰੇ, ਨਾ ਕਿਸੇ ਗੋਰੇ ਨੂੰ ਡਾਰੇ, ਨਾ ਕਿਸੇ ਕਾਲੇ ਨੂੰ ਡਾਰੇ। ਤੁਸੀਂ 4 ਮਲੰਗ ਹੋ। ਤੁਸੀਂ ਇਹਨਾਂ ਬਦਕਾਰਾਂ ਨੂੰ ਚੰਦਾ ਦੇਣਾ ਬੰਦ ਕਰੋ। ਨਿਜ਼ਾਮੇ ਵਸੀਅਤ ਜਿਹੜਾ ਤੁਹਾਡਾ, ਇਹ ਸਾਰੀ ਲਾਨਤ ਹੈ, ਇਹ ਤੇ ਗੌਰ ਕਰ ਲਓ। ਇਹਦਾ ਕੋਈ ਤਲਕ ਨਹੀਂ, ਰਸਾਲਾ ਪੜ੍ਹ ਕੇ ਵੇਖ ਲਓ, ਕੋਈ ਤਲਕ ਹੀ ਨਹੀਂ ਇਹਦਾ ਇਸਲਾਮ ਨਾਲ। ਇਹਦੇ ਤੇ ਗੌਰ ਕਰੋ। ਇਹ ਬਿਦਅਤ ਹੈ, ਤੇ ਆਪਣੀਆਂ ਮਾਵਾਂ ਭੈਣਾਂ ਨੂੰ, ਅਜ਼ੀਜ਼ਾਂ ਨੂੰ ਪੈਸੇ ਦੇ ਕੇ ਤੇ ਉਹ ਜ਼ਾਨੀ ਜਿਹੜੇ ਆਪਣੇ ਕੁੜੀਆਂ ਨਾਲ ਜ਼ਨਾਹ ਕਰਦੇ ਨੇ, ਉਹਨਾਂ ਦੇ ਕੋਲ ਜਾ ਕੇ ਦਫਨ ਕਰ ਹੁੰਦੇ ਹੋ। ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਯਾਰ। ਉਸ ਤੋਂ ਬਾਅਦ ਤੁਸੀਂ ਅੱਗੇ ਚੱਲੋ। ਖੁਦਾ ਦਿਓ ਬੰਦਿਓ, ਜਿਹੜੇ ਕੋਈ ਐਕਸ ਕਾਦੀਆਨੀ ਤੁਹਾਡੀ ਆਣ ਕੇ ਮਦਦ ਕਰਦੇ ਨੇ ਕਈ ਘੰਟੇ ਪਏ, ਉਹਨਾਂ ਲੋਕਾਂ ਦੇ ਵਾਸਤੇ ਉਹਨਾਂ ਦਾ ਸਾਥ ਦਿਓ। ਜਿਹੜਾ ਕੋਈ ਆਮ ਦੀ ਭੈਣ ਭਰਾ ਛੱਡ ਕੇ ਇਸ ਲਾਨਤ ਨੂੰ ਤੇ ਮੁਸਲਮਾਨ ਹੋ ਜਾਂਦਾ ਹੈ, ਉਹਦੀ ਮਦਦ ਕਰੋ ਜੇ ਕਰ ਸਕਦੇ ਹੋ। ਤੇ ਜਿਹੜੇ ਤੁਸੀਂ ਫਸੇ ਹੋ ਰਿਸ਼ਤੇਦਾਰਾਂ 'ਚ, ਜੇ ਅਜੇ ਸੋਚੀ ਪਏ ਹੋ, ਪਹਿਲੋਂ ਦੀ ਗੱਲ ਹੈ ਬਾਹਰ ਨਿਕਲੋ। ਤੇ ਦੂਜੀ ਗੱਲ ਇਹ ਆ ਕਿ ਕਮ ਅਜ਼ ਕਮ ਬਦਕਾਰੋ, ਇਸ ਅੱਗ ਦੇ ਉੱਤੇ ਤੇਲ ਹੀ ਪਾਉਣਾ ਬੰਦ ਕਰੋ। ਇਹ ਜ਼ਾਨੀ ਬਦਕਾਰਾਂ ਨੂੰ ਚੰਦੇ ਦਿੰਦੇ ਹੋ, ਉਹ ਜਨਾਬ ਸੂਰ ਬਣ ਕੇ ਬੈਠੇ ਨੇ। ਉਹ ਫਿਰ ਤੁਹਾਡੀਆਂ ਕੁੜੀਆਂ ਨਾਲ ਜ਼ਨਾਹ ਕਰਦੇ ਨੇ, ਤੁਸੀਂ ਬੋਲ ਵੀ ਨਹੀਂ ਸਕਦੇ ਬਾਅਦ ਚ। ਸੂਰ ਪਾਲਦੇ ਨੇ ਪੇਚੋ ਸਾਹਿਬ, ਸੂਰ ਪੈਸੇ ਦੇ ਕੇ ਪਾਲਦੇ ਨੇ। चलो अल्लाह खुश रखे जी चौधरी साहब। हाँ जी, ये देखें जी, एक ने मैसेज किया है, ये किसी दोस्त ने, मैं ये दिखाता हूँ फिर जा चाहूंगा जी। चौधरी साहब, हमारी एक जानने वाली के पीछे इनके मोहल्ले की लजना सदर पड़ी हुई थी, तो वो नेशनल सेक्रेटरी वसीयत से मिले, तो उन्हें सेक्रेटरी ने कहा कि आपकी कोई जायदाद नहीं है, जब जायदाद बना लें तो वसीयत करवाने आ जाना। बिल्कुल सही है। ਬਿਲਕੁਲ ਸਹੀ ਹੈ। 10% ਵੈਸੇ ਤਾਂ ਇੱਕ ਨਵਾਂ ਜੀ, ਇੱਕ ਮੈਂ ਤੁਹਾਨੂੰ ਇਜਾਜ਼ਤ ਚਾਹਾਂਗਾ ਇੱਕ ਹੋਰ ਗੱਲ ਕਰਕੇ ਜੀ। ਚੌਧਰੀ ਮਲਕ ਮੁਸ਼ਤਾਕ ਸਾਹਿਬ ਨੇ ਮੈਨੂੰ ਬਾਈ ਨੇਮ ਦੱਸਿਆ ਕਿ ਇੱਕ ਜ਼ਾਹਦ ਗੁੱਜਰ ਨਾਮ ਦਾ ਕਾਦੀਆਨੀ ਮਲੰਗ ਜਰਮਨੀ ਤੋਂ। ਅੱਛਾ ਜੀ। ਉਹਨੇ ਕਿਹਾ ਜੀ, ਜਿਹੜਾ ਸਾਡਾ ਖਲੀਫਾ ਜ਼ਾਨੀ ਦੇ ਉੱਤੇ ਇਲਜ਼ਾਮ ਲੱਗਦੇ ਸਨ ਕਿ ਉਹ ਆਪਣੀਆਂ ਕੁੜੀਆਂ ਨਾਲ ਜ਼ਨਾਹ ਕਰਦਾ ਸੀ, ਉਹ ਜ਼ਰੂਰੀ ਸਨ ਲੱਗਣੇ। ਪੁੱਛਿਆ ਵਜ੍ਹਾ, ਉਹਨੇ ਕਿਹਾ ਵਜ੍ਹਾ ਇਹ ਸੀ ਕਿ ਸਾਡੀ ਜਮਾਤ ਉਹਦੇ ਨਾਲ ਮਸ਼ਹੂਰ ਬੜੀ ਹੋਈ ਹੈ। ਤੇ ਮੇਰਾ ਮਤਲਬ ਕਿ ਹੁਣ ਨਿਦਾ ਦੇ ਨਾਲ ਜਿਹੜਾ ਤੁਸੀਂ ਜ਼ਨਾਹ ਕੀਤਾ, ਇਹਦੇ ਨਾਲ ਵੀ ਬੜੀ ਮਸ਼ਹੂਰ ਹੋਈ ਹੈ। ਮੈਂ ਤਾਂ ਨਾ ਸਾਰੇ ਲਾ ਲਓ ਸੁਥਨਾ ਹੋ ਜਾਓ ਸ਼ੁਰੂ, ਤੁਹਾਡੀ ਜਮਾਤ ਤੇ ਮਸ਼ਹੂਰ ਹੋਵੇ। ਸ਼ਰਮ ਹਯਾ ਹੈ ਕੋਈ ਨਹੀਂ।
ਦੇਖੋ ਨਾ ਇਸ ਤੋਂ ਬਹੁਤੀ ਹੋਰ ਬੇਗੈਰਤੀ ਕੀ ਕਰ ਸਕਦਾ ਬੰਦਾ। ਹਾਂਜੀ ਇਹ ਕਿ ਜੀ ਇਸ ਮੋਹਸਨ ਤੋਂ ਸਾਹਿਬ ਆਏ ਬਹੁਤੀ ਨੇ। ਜ਼ਿਲਤ ਕੀ ਕਰ ਸਕਦਾ ਬੰਦਾ। ਹਾਂਜੀ ਇਹ ਜੀ ਇੱਕ ਮੋਹਸਨ ਸਾਹਿਬ ਆਏ ਨੇ, ਇਹਨਾਂ ਨਾਲ ਗੱਲ ਕਰਨੇ ਆ ਜੀ। ਜੀ अस्सलाम वालेकुम जी मोहसन भाई। मोहसन साहब, मोहसन अजीज साहब, लो जी इस भरा की आवाज़ नहीं आती। अफजल साहब साढ़े नाल प्रोग्राम सुनते ने पे, शामिल नहीं होए। अफजल साहब थोड़ा बहुत शुक्रिया, तुसीं रात दी इन्नी लेट जागते हो पे। होर जिहड़े भैन भरा साढ़े दुनिया भर चों साडा प्रोग्राम सुनते ने, उन्हां सारियां वास्ते साडे लो हज़ारां दुआवां, जिन्ने जो अगे असीं दुआ करने आ। रमज़ान उन्हां नूं मुबारक होए। जिहड़े मुसलमान भरा ने, जिहड़े बाकी सुनते ने, उन्हां वास्ते भी अल्लाह ताला उन्हां नूं सेहत दे, खुशियां दे, ते कादियानी भैन भरावां नूं अल्लाह ताला सोचण दी तौफीक दे। ਇਹਦੇ ਨਾਲ ਅਸੀਂ ਇਜਾਜ਼ਤ ਚਾਹਾਂਗੇ। अस्सलाम वालेकुम व रहमतुल्लाहि व बरकातुहू। वालेकुम अस्सलाम।